ਪਾਰਟ 1 ਜਿਹੜਾ ਹੈਗਾ ਹੈ ਇਹਦੇ ਵਿੱਚ, ਜਿਸ ਤਰ੍ਹਾਂ ਇਹ ਆਪਾਂ ਗੱਲ ਕੀਤੀ ਸੀ ਕਿ ਸਟਾਰਟਿੰਗ ਵਿੱਚ 5 ਪਾਰਟਸ 'ਚ ਵੰਡਿਆ ਹੈਗਾ। ਪਹਿਲਾ ਪਾਰਟ ਜਿਹੜਾ ਇਹਦੇ ਵਿੱਚ ਗੱਲ ਆਏਗੀ ਵੀ ਮੁਸਲਮਾਨ ਜਿਹੜਾ ਹੈਗਾ ਆ ਉਹ ਜਿਹੜੀ ਪਾਕਿਸਤਾਨ ਦੀ ਮੰਗ ਕਰਦੇ ਹੈਗੇ ਉਹਨੂੰ ਕਿਸ ਤਰ੍ਹਾਂ ਜਾਇਜ਼ ਠਹਿਰਾਉਂਦੇ ਹੈਗੇ। ਇਹਦੇ ਵਿੱਚ ਸਾਰੀ ਆਪਾਂ ਡਿਟੇਲ 'ਚ ਕਰਾਂਗੇ ਪਾਰਟ 1 ਦੇ ਵਿੱਚ। ਤੇ ਇਹਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਹੈਗੀਆਂ ਆ, ਉਹ ਇਹ ਹੈਗੀਆਂ ਆ ਵੀ ਜਿਹੜੇ ਕਿ ਮੁਸਲਮਾਨ ਸੀਗੇ ਨਾ, ਉਹ ਚਾਹੁੰਦੇ ਸੀਗੇ ਵੀ ਸਾਨੂੰ ਜਿਹੜਾ ਜਿੱਥੇ ਜਿੱਥੇ ਸਾਡੇ ਮੁਸਲਮਾਨ ਏਰੀਏ ਹੈਗੇ ਆ ਪ੍ਰਸ਼ਾਸਨਿਕ ਤੌਰ ਤੇ ਇਹਨਾਂ ਨੂੰ ਇੱਕ ਅਲੱਗ ਜਿਹੜਾ ਹੈਗਾ ਆ ਆਪਣੇ ਏਰੀਆ ਘੋਸ਼ਿਤ ਕੀਤਾ ਜਾਵੇ। ਦੂਜਾ, ਉਹ ਜਿਹੜਾ ਘੋਸ਼ਿਤ ਏਰੀਆ ਕੀਤਾ ਹੈ ਇਹਨੂੰ ਇੱਕ ਜਿਹੜਾ ਹੈਗਾ ਆ ਸੈਪਰੇਟ ਸਟੇਟ ਬਣਾਇਆ ਜਾਵੇ। ਕਿਉਂਕਿ ਸੈਪਰੇਟ ਸਟੇਟਸ ਕਿਉਂ ਬਣਾਇਆ ਜਾਵੇ? ਕਿਉਂਕਿ ਮੁਸਲਮਾਨ ਜਿਹੜੇ ਸੀਗੇ ਉਹ ਕੀ ਕਹਿੰਦੇ ਸੀਗੇ ਵੀ ਕਹਿੰਦੇ ਜਿੰਨੇ ਵੀ ਮੁਸਲਮਾਨ ਅਸੀਂ ਹੈਗੇ ਆ, ਅਸੀਂ ਇੱਕ ਅਲੱਗ ਰਾਸ਼ਟਰ ਹੈਗਾ ਤੇ ਸਾਨੂੰ ਇੱਕ ਸਾਡਾ ਆਪਣਾ ਰਾਸ਼ਟਰ ਜਿਹੜਾ ਹੈਗਾ ਆ, ਰਾਸ਼ਟਰ ਜਦੋਂ ਅਸੀਂ ਕਹਿੰਦੇ ਹੈਗੇ ਆ ਤੇ ਸਾਡਾ ਹੱਕ ਬਣਦਾ ਵੀ ਸਾਡਾ ਆਪਣਾ ਵੱਖਰਾ ਘਰ ਹੋਵੇ। ਤੇ ਦੂਸਰਾ, ਕਿਉਂਕਿ ਉਹਨਾਂ ਨੂੰ ਮੁਸਲਮਾਨਾਂ ਨੂੰ ਇਹ ਐਕਸਪੀਰੀਅੰਸ ਹੋ ਚੁੱਕਿਆ ਸੀਗਾ 1940 ਦੇ ਤੱਕ ਵੀ ਜੋ ਵੀ ਉਹਨਾਂ ਦਾ ਐਕਸਪੀਰੀਅੰਸ ਰਿਹਾ ਸੀਗਾ ਕਾਂਗਰਸ ਨਾਲ ਇੰਡੀਆ ਦੇ ਵਿੱਚ, ਕਿ ਉਹਨਾਂ ਨੂੰ ਦੂਸਰੇ ਦਰਜੇ ਦੇ ਨਾਗਰਿਕ ਵਾਂਗੂ ਉਦੋਂ ਜਿਹੜਾ ਹੈਗਾ ਟ੍ਰੀਟ ਕੀਤਾ ਜਾਂਦਾ ਸੀਗਾ। ਤੇ ਇਸ ਕਰਕੇ ਉਹ ਕਹਿੰਦੇ ਸੀਗੇ ਵੀ ਸਾਨੂੰ ਜਿਹੜਾ ਹੈਗਾ ਆ ਵੱਖਰਾ ਸਾਡਾ ਸਟੇਟ ਬਣਾ ਦਿੱਤੀ ਜਾਵੇ। ਹੁਣ ਪਹਿਲਾ ਜਿਹੜਾ ਚੈਪਟਰ ਹੈਗਾ ਉਹ ਹੈਗਾ ਵੀ ਮੁਸਲਿਮ ਲੀਗ ਜਿਹੜੀ ਸੀਗੀ 1940 ਦੇ ਵਿੱਚ, ਉਹਨਾਂ ਦੀ ਡਿਮਾਂਡ ਕੀ ਸੀਗੀ, ਕੀ ਸੋਚ ਰਹੇ ਸੀਗੇ। ਪਹਿਲਾ ਇਹਦਾ 3 ਪਾਰਟਸ ਹੈਗੇ। ਪਹਿਲਾ ਇਹਦਾ ਪਾਰਟ ਇਹ ਆ, ਦੂਸਰਾ ਪਾਰਟ ਇਸ ਚੈਪਟਰ ਦਾ ਹੈਗਾ ਆ ਵੀ ਜਿਹੜੇ ਨਾਰਥ ਵੈਸਟ ਦੇ ਵਿੱਚ ਪੈਂਦੇ ਸੀਗੇ ਏਰੀਏ, ਜੇ ਉਹਨਾਂ ਨੂੰ ਜਿਹੜਾ ਜੋੜਨਾ ਸੀਗਾ, ਕੀ ਉਹ ਇੰਨਾ ਹੀ ਸ਼ੌਕਿੰਗ ਸੀਗਾ ਇਹ ਜਿਹੜਾ ਆਈਡੀਆ ਸੀਗਾ ਵੀ ਇਧਰ ਜਿਹੜੇ ਨਾਰਥ ਵੈਸਟ ਦੇ ਸਾਈਡ ਦੇ ਜਿਹੜੇ ਆ ਪ੍ਰੋਵਿੰਸ ਹੈਗੇ ਇਹਨਾਂ ਨੂੰ ਜੋੜ ਦੇਣਾ। ਤੇ ਕਿਉਂਕਿ ਸਾਰੇ ਮੁਸਲਿਮ ਏਰੀਏ ਸੀਗੇ ਵੀ ਕੀ ਇਹ ਬੜਾ ਹੀ ਅਚੰਭੇ ਵਾਲਾ ਕੰਮ ਸੀਗਾ ਇਹਨਾਂ ਨੂੰ ਇਕੱਠਾ ਕਰਨਾ। ਤੇ ਤੀਸਰਾ ਜਿਹੜਾ ਇਹਦੇ ਵਿੱਚ ਗੱਲ ਆਏਗੀ ਉਹ ਇਹ ਸੀਗਾ ਵੀ ਕੀ ਜਿਹੜਾ ਹੈਗਾ ਆ ਆਪਣੇ ਹਿੰਦੁਸਤਾਨ ਵਿੱਚੋਂ ਪਾਕਿਸਤਾਨ ਜਿਹੜਾ ਹੈਗਾ ਆ ਅਲੱਗ ਕਰਨਾ। ਇਹ ਜਿਹੜਾ ਆਈਡੀਆ ਹੈਗਾ ਵੀ ਕੀ ਇਹ ਬਹੁਤ ਹੀ ਜਿਹੜਾ ਸ਼ੌਕਿੰਗ ਆਈਡੀਆ ਸੀਗਾ ਉਸ ਟਾਈਮ। ਇਹ 3 ਜਿਹੜੇ ਪਾਰਟਸ ਹੈਗੇ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਵੀ ਪਹਿਲਾ ਜਿਹੜਾ ਹੈਗਾ ਆ ਉਹ ਹੈਗਾ ਵੀ 26 ਮਾਰਚ 1940 ਦੇ ਵਿੱਚ ਲਾਹੌਰ ਸੈਸ਼ਨ ਦੇ ਵਿੱਚ ਆਲ ਇੰਡੀਆ ਮੁਸਲਿਮ ਲੀਗ ਨੇ ਇਹ ਪ੍ਰਸਤਾਵ ਪਾਸ ਕੀਤਾ ਵੀ ਸਾਨੂੰ ਜਿਹੜਾ ਹੈਗਾ ਸੈਪਰੇਟ ਪਾਕਿਸਤਾਨ ਦਿੱਤਾ ਜਾਵੇ। ਤੇ ਇਹਦੇ ਵਿੱਚ 5 ਪੁਆਇੰਟਸ ਜਿਹੜੇ ਹੈਗੇ ਆ, ਮੇਨ ਪੁਆਇੰਟਸ ਕੱਢੇ ਹੈਗੇ। ਨੀਚੇ ਬਾਕੀ ਪੁਆਇੰਟਸ ਵੀ ਆਪਾਂ ਜੋੜ ਰੱਖੇ ਹੈਗੇ ਆ। ਤੇ ਬਾਕੀ ਜਿਹੜੇ ਹੈਗੇ ਆ, ਬਾਕੀ ਮੈਂ ਨੀਚੇ ਐਡ ਕੀਤਾ ਹੈਗਾ ਜਦੋਂ ਆਪਣੇ ਮੁਹੰਮਦ ਅਲੀ ਜਿੰਨਾ ਜਿਹੜਾ ਸੀਗਾ ਉਹਨੇ ਕੀ ਉਹਦੇ ਵਿੱਚ ਭਾਸ਼ਣ ਦਿੱਤਾ ਸੀਗਾ ਇਸ ਬੈਠਕ ਦੇ ਵਿੱਚ, ਉਹ ਵੀ ਨੀਚੇ ਹੈਗਾ ਆ। ਤੇ ਇਹਦੇ ਵਿੱਚ 5 ਪੁਆਇੰਟ ਜਿਹੜੇ ਬਾਬਾ ਸਾਹਿਬ ਦੱਸ ਰਹੇ ਹੈਗੇ ਉਹ ਇਹ ਹੈਗਾ ਵੀ ਕਹਿੰਦੇ ਜਿਹੜੇ ਆਲ ਇੰਡੀਆ ਮੁਸਲਿਮ ਲੀਗ ਸੀਗੀ ਨਾ, ਉਹਨਾਂ ਨੇ ਉਹ ਇਕੱਠੇ ਹੋਏ ਸੀਗੇ ਅਗਸਤ ਦੇ ਮਹੀਨੇ ਦੇ ਸਤੰਬਰ ਦੇ ਮਹੀਨੇ ਵਿੱਚ 1939 ਦੇ ਵਿੱਚ। ਫਿਰ ਅਗਲੇ ਫਰਵਰੀ 1940 ਦੇ ਵਿੱਚ ਇਕੱਠੇ ਹੋ ਕੇ ਇਹਨਾਂ ਨੇ ਜਿੰਨੇ ਵੀ ਉੱਥੇ ਸੰਵਿਧਾਨਿਕ ਤੌਰ ਤੇ ਜਿਹੜੇ ਵੀ ਮੁੱਦੇ ਸੀਗੇ ਉਹਨਾਂ ਨੂੰ ਡਿਸਕਸ ਕੀਤਾ। ਤੇ ਕੀ ਨਿਚੋੜ ਕੱਢਿਆ ਇਹਨਾਂ ਨੇ? ਕਹਿੰਦੇ ਵੀ ਜਿਹੜੀ ਫੈਡਰੇਸ਼ਨ ਦੀ ਗੱਲ 1935 ਐਕਟ ਦੇ ਵਿੱਚ ਲਾਗੂ ਕਰਨ ਦੀ ਗੱਲ ਆ ਰਹੀ ਹੈ ਨਾ, ਉਹ ਕਹਿੰਦੇ ਆ ਵੀ ਇਹ ਜਿਹੜੀ ਹੈ ਮੁਸਲਮਾਨਾਂ ਨੂੰ ਮਨਜ਼ੂਰ ਨਹੀਂ ਹੈਗੀ, ਕਿਉਂਕਿ ਇਹ ਢੁਕਦੀ ਨਹੀਂ ਹੈਗੀ। ਤੇ ਜੋ ਵੀ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਸਕੀਮ ਸੀਗੀ ਉਸ 'ਤੇ ਖਰੀ ਨਹੀਂ ਢੁਕਦੀ ਤੇ ਨਾ ਹੀ ਉਹਨਾਂ ਨੂੰ ਮਨਜ਼ੂਰ ਹੈਗੀ ਹੈ। ਦੂਜਾ ਪੁਆਇੰਟ ਇਹ ਹੈਗਾ ਆ ਵੀ ਇਹਦੇ ਵਿੱਚ ਦੱਸਿਆ ਗਿਆ ਵੀ 1939 ਦੇ ਵਿੱਚ ਜਿਹੜਾ ਉਸ ਟਾਈਮ ਵਾਇਸਰਾਏ ਸੀਗਾ ਉਹਨੇ ਕੀ ਕਿਹਾ ਸੀਗਾ ਵੀ ਕਹਿੰਦੇ ਜਦੋਂ ਨਾ ਅਸੀਂ ਗਵਰਨਮੈਂਟ ਆਫ ਇੰਡੀਆ ਐਕਟ ਲਾਗੂ ਕਰਾਂਗੇ ਉਹਦੇ ਵਿੱਚ ਜਿਹੜੀਆਂ ਵੀ ਕਮਿਊਨਿਟੀਜ਼ ਹੋਣਗੀਆਂ, ਜਿਹੜੇ ਵੀ ਹਿੱਸੇਦਾਰ ਹੋਊਗੇ, ਉਹਨਾਂ ਦੀ ਜਿਹੜੀ ਇੱਕ ਤਾਂ ਹਿੱਤਾਂ ਦੀ ਗੱਲ ਹੋਏਗੀ, ਦੂਜਾ ਉਹਨਾਂ ਤੋਂ ਸਲਾਹ ਮਸ਼ਵਰਾ ਲਿਆ ਜਾਵੇਗਾ। ਪਰ ਇਹਦੇ ਵਿੱਚ ਉਹੀ ਦੱਸਦੇ ਆ ਵੀ ਗੱਲ ਤਾਂ ਇਸ ਤਰ੍ਹਾਂ ਹੋਈ ਸੀਗੀ, ਪਰ ਜਿਹੜਾ ਇਹਨਾਂ ਦਾ ਪਲਾਨ ਹੈਗਾ ਆ ਉਹ ਕਹਿੰਦਾ ਵੀ ਸਾਨੂੰ ਮਨਜ਼ੂਰ ਨਹੀਂ ਹੈਗਾ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਸਾਡੀ ਜਿਹੜੀ ਹੈ ਇੱਕ ਤਾਂ ਸਾਡੀ ਸਲਾਹ ਤੇ ਸਾਡੀ ਮਨਜ਼ੂਰੀ ਜਿਹੜੀ ਹੈਗੀ ਹੈ ਲਈ ਨਹੀਂ ਗਈ ਹੈਗੀ। ਤੇ ਇਸ ਕਰਕੇ ਜਿਹੜਾ ਵਾਇਸਰਾਏ ਕਹਿ ਰਿਹਾ ਸੀਗਾ 1939 ਦੇ ਵਿੱਚ ਸਾਨੂੰ ਇਹਦੇ ਵਿੱਚ ਸਾਡਾ ਜਿਹੜਾ ਹੈਗਾ ਇਹਦੇ ਵਿੱਚ ਕੋਈ ਆਪਣਾ ਜਿਹੜਾ ਭਰੋਸਾ ਨਹੀਂ ਹੈਗਾ। ਤੇ ਤੀਸਰਾ ਜਿਹੜਾ ਪੁਆਇੰਟ ਉਹ ਇਹ ਹੈਗਾ ਸੀਗਾ ਮੁਸਲਮਾਨ ਜਿਹੜੀ ਆਲ ਇੰਡੀਆ ਮੁਸਲਿਮ ਲੀਗ ਕਹਿੰਦੀ ਸੀਗੀ, ਕਹਿੰਦੀ ਵੀ ਜਿੰਨੇ ਵੀ ਇਹ ਜਿਸ ਤਰ੍ਹਾਂ ਦਾ ਫੈਡਰੇਸ਼ਨ ਸਟਰਕਚਰ ਬਣਾਇਆ ਸਾਨੂੰ ਇੱਕ ਤਾਂ ਇਹ ਸਾਨੂੰ ਮਨਜ਼ੂਰ ਨਹੀਂ ਹੈਗਾ, ਦੂਸਰਾ ਆਪਣੇ ਉਹਨਾਂ ਦੀ ਮੰਗ ਜਿਹੜੀ ਸੀਗੀ ਉਹ ਕੀ ਚਾਹੁੰਦੇ ਸੀਗੇ ਵੀ ਜਿਹੜੇ ਲਾਗਲੇ ਏਰੀਏ ਹੈਗੇ ਜਿੱਥੇ ਮੁਸਲਿਮ ਮੈਜੋਰਿਟੀ ਹੈਗੀ ਆ ਉਹਦੇ ਜਿਹੜੇ ਲਾਗਲੇ ਏਰੀਏ ਨਾ ਉਹਨਾਂ ਨੂੰ ਕਲੱਬ ਕਰਕੇ
ਉਹਨਾਂ ਦੇ 2 ਹਿੱਸੇ ਵੰਡ ਦਿੱਤੇ ਜਾਣ, ਇੱਕ ਨਾਰਥ ਵੈਸਟ ਜ਼ੋਨ ਬਣਾ ਦਿੱਤੀ ਜਾਵੇ, ਦੂਜਾ ਈਸਟਰਨ ਜ਼ੋਨ ਬਣਾ ਦਿੱਤੀ ਜਾਵੇ। ਤੇ ਇਹਨਾਂ ਨੂੰ ਜਿਹੜੀਆਂ ਨਾਰਥ ਵੈਸਟ ਜ਼ੋਨ ਆ, ਈਸਟਰਨ ਜ਼ੋਨ ਆ, ਇਹਨਾਂ ਨੂੰ ਇੱਕ ਇੰਡੀਪੈਂਡੈਂਟ ਸਟੇਟ ਘੋਸ਼ਿਤ ਕਰ ਦਿੱਤਾ ਜਾਵੇ ਔਰ ਇਹਨਾਂ ਦੇ ਜਿਹੜੇ ਵਿੱਚ ਪਾਰਟਸ ਹੋਣਗੇ ਜਾਂ ਇਹਨਾਂ ਦੇ ਸਟੇਟਸ ਦੇ ਵਿੱਚ ਗਾਂਹ ਅੱਗੇ ਛੋਟੇ ਰਾਜ ਹੋਣਗੇ, ਉਹਨਾਂ ਨੂੰ ਕੀ ਕਰ ਦਿੱਤਾ ਜਾਵੇ, ਉਹਨਾਂ ਨੂੰ ਜਿਹੜਾ ਹੈਗਾ ਆ ਆਟੋਨੋਮਸ ਤੇ ਸੋਵਰਨ ਕਰ ਦਿੱਤਾ ਜਾਵੇ। ਆਟੋਨੋਮਸ ਹੁੰਦਾ ਵੀ ਜਿਹਦੇ ਵਿੱਚ ਆਪਣੀ ਪਾਵਰ ਹੈਗੀ ਆਪਣੇ ਕੰਮ ਕਰਨ ਲਈ, ਤੇ ਸੋਵਰਨ ਜਿਹੜਾ ਹੁੰਦਾ ਜਿਨ੍ਹਾਂ ਦਾ ਸੁਪਰੀਮ ਅਥਾਰਟੀ ਹੁੰਦੀ ਹੈਗੀ ਆ ਵੀ ਕਿਸੇ ਤੇ ਨਿਰਭਰ ਨਹੀਂ ਹੈਗਾ ਜਾਂ ਕਿਸੇ ਦੇ ਆਦੇਸ਼ ਤੇ ਲੋੜ ਨਹੀਂ ਪੈਂਦੀ ਹੈਗੀ, ਆਪਣੇ ਸਾਰੇ ਡਿਸੀਜਨ ਬਣਾ ਸਕਦੇ ਹੈਗੇ ਆ। ਤੇ ਇਹਨੂੰ ਜੇ ਸਮਝਣਾ ਹੋਵੇ ਹੁਣ ਕਿੱਦਾਂ ਇਹ ਕਹਿ ਰਹੇ ਹੈਗੇ, ਜਿਹੜਾ ਪੁਆਇੰਟ ਆ ਵੀ ਆ ਜਿਹੜਾ ਈਸਟਰਨ ਜ਼ੋਨ ਹੈਗੀ ਆ, ਮੰਨ ਲਓ ਵੀ ਇਹਦੇ ਆ ਈਸਟਰਨ ਜ਼ੋਨ ਹੈਗੀ ਆਪਣੇ ਈਸਟ ਸਾਈਡ ਬੰਗਾਲ ਵਾਲ ਦੀ ਗੱਲ ਕਰ ਰਹੇ ਇਹਦੇ ਵਿੱਚ, ਤੇ ਜਿਹੜਾ ਬੰਗਲਾਦੇਸ਼ ਆਪਣੇ ਬਣ ਗਿਆ ਸੀਗਾ, ਇਹਦੇ ਵਿੱਚ ਕੀ ਹੈਗਾ ਵੀ ਜਿਹੜੇ ਪਾਰਟਸ ਹੈਗੇ ਨਾ ਛੋਟੇ ਛੋਟੇ ਆ ਜਿਹੜੇ ਰਾਜ ਆਪਣੇ ਪਾਰਟਸ ਹੈਗੇ, ਉਹ ਕਹਿੰਦੇ ਆ ਪੂਰੀ ਸਟੇਟ ਬਣਾ ਦਿੱਤੀ ਜਾਵੇ, ਇਹ ਜਿਹੜੇ ਛੋਟੇ ਛੋਟੇ ਪਾਰਟ ਇਹ ਆਟੋਨੋਮਸ ਤੇ ਸੋਵਰਨ ਇਹਨਾਂ ਨੂੰ ਡਿਕਲੇਅਰ ਕਰ ਦਿੱਤਾ ਜਾਵੇ, ਜਿਹੜਾ ਕਿ ਪ੍ਰੈਕਟੀਕਲ ਨਹੀਂ ਹੈਗਾ ਕਿ ਉਦੋਂ ਕਿਸ ਤਰ੍ਹਾਂ ਇਹ ਅੱਗੇ ਆਪਾਂ ਗੱਲ ਕਰਾਂਗੇ ਇਹਦੇ ਬਾਰੇ। ਤੇ ਚੌਥਾ ਪੁਆਇੰਟ ਇਹ ਸੀਗਾ ਵੀ ਕਹਿੰਦੇ ਵੀ ਜਿੱਥੇ ਮੁਸਲਮਾਨ ਇਹ ਜਿਹੜੇ ਸਟੇਟਸ ਬਣਾਉਣੀਆਂ ਹੈਗੀਆਂ ਆ ਇਹ, ਤੇ ਜਿੱਥੇ ਮੁਸਲਿਮ ਜਿਹੜੇ ਹੈਗੇ ਆ ਹੋਰ ਸਟੇਟਸ ਦੇ ਵਿੱਚ ਵੀ ਜਿੱਥੇ ਮਾਈਨੋਰਟੀਜ਼ ਹੈਗੇ ਆ, ਉਹਨਾਂ ਦੇ ਜਿਹੜੇ ਆ ਰਾਜਨੀਤਿਕ, ਸੱਭਿਆਚਾਰਿਕ, ਆਪਣੇ ਧਾਰਮਿਕ ਤੇ ਪ੍ਰਸ਼ਾਸਨਿਕ ਤੇ ਹੋਰ ਜਿਹੜੇ ਉਹਨਾਂ ਦੇ ਬੁਨਿਆਦੀ ਹੱਕ ਹੈਗੇ ਆ, ਉਹਨਾਂ ਦੀ ਜਿਹੜੀ ਹੈ ਸੁਰੱਖਿਆ ਕੀਤੀ ਜਾਵੇ ਔਰ ਉਹ ਸੁਰੱਖਿਆ ਕਰਨ ਦੇ ਜਿਹੜੇ ਵੀ ਪ੍ਰਬੰਧ ਬਣਾਉਣੇ ਹੈਗੇ ਉਹਨਾਂ ਦੇ ਵਿੱਚ ਮੁਸਲਮਾਨਾਂ ਦੀ ਜਿਹੜੀ ਹੈ ਸਲਾਹ ਮਨਜ਼ੂਰੀ ਲਈ ਜਾਵੇ। ਇਹ ਮੰਗ ਸੀਗੀ। ਤੇ ਪੰਜਵਾਂ ਪੁਆਇੰਟ ਜਿਹੜਾ ਸੀਗਾ ਵੀ ਕਹਿੰਦੇ ਵੀ ਆ ਜਿਹੜੇ ਉਪਰੋਕਤ ਦੱਸੇ ਹੋਏ ਜਿਹੜੇ ਮੁੱਖ ਸਿਧਾਂਤ ਹੈਗੇ ਆ, ਇਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਉੱਥੇ ਦਾ ਡਿਫੈਂਸ ਸੀਗਾ ਜਾਂ ਐਕਸਟਰਨਲ ਅਫੇਅਰ ਆ, ਉੱਥੇ ਦੀ ਕਮਿਊਨੀਕੇਸ਼ਨ, ਕਸਟਮ ਆ ਤੇ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ, ਉਹ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਇਹ ਸਟੇਟਸ ਬਣਾਉਣੀਆਂ ਨਾ ਈਸਟਰਨ ਤੇ ਵੈਸਟਰਨ, ਇਹਨਾਂ ਚੀਜ਼ਾਂ ਨੂੰ ਉਹਦੇ ਵਿੱਚ ਪਾਇਆ ਜਾਣਾ ਚਾਹੀਦਾ ਹੈਗਾ ਤਾਂ ਕਿ ਇਹਦਾ ਕੰਟਰੋਲ ਹੈਗਾ ਆ ਈਸਟਰਨ ਔਰ ਨਾਰਥ ਵੈਸਟ ਦੀ ਜਿਹੜੀ ਸਰਕਾਰ ਬਣੇਗੀ ਉਹਨਾਂ ਦੇ ਹੱਥ ਹੋਵੇਗਾ। ਇੱਦਾਂ ਦੀਆਂ ਮੰਗਾਂ ਸੀਗੀਆਂ। ਤੇ ਹੁਣ ਇਹਦੇ ਵਿੱਚ ਹੈ ਕੀ ਚਾਹੁੰਦੇ ਕੀ ਸੀਗੇ ਅਸਲ ਵਿੱਚ, ਜਿਹੜਾ ਸੀਗਾ ਵੀ ਇਹ ਜਿਹੜਾ ਰੈਜ਼ੋਲੂਸ਼ਨ ਸੀਗਾ, ਜਿਹੜਾ ਪ੍ਰਸਤਾਵ ਸੀਗਾ ਆਲ ਇੰਡੀਆ ਮੁਸਲਿਮ ਲੀਗ ਦਾ, ਕਰਨਾ ਕੀ ਚਾਹੁੰਦੇ ਸੀਗੇ। ਤੇ ਇਹਦਾ ਜਿਹੜਾ ਹੈਗਾ ਪਾਰਟ 3 ਦੇ ਵਿੱਚ ਜਿਹੜਾ ਪੈਰਾ 3 ਹੈਗਾ ਉੱਪਰ ਆਪਾਂ ਪੜ੍ਹ ਕੇ ਹਟੇ ਆ, ਉਹਦੇ ਵਿੱਚ ਦੱਸਿਆ ਗਿਆ ਹੈਗਾ ਆ ਵੀ ਜਿੰਨੇ ਵੀ ਮੁਸਲਿਮ ਬਹੁ ਗਿਣਤੀ ਵਾਲੇ ਏਰੀਆ ਹੈਗੇ ਆ ਉਹਨਾਂ ਨੂੰ ਕਹਿੰਦੇ ਵੀ ਇੰਡੀਪੈਂਡੈਂਟ ਸਟੇਟਸ 'ਚ ਬਣਾ ਦਿੱਤਾ ਜਾਵੇ। ਬੇਸਿਕਲੀ ਉਹ ਚਾਹੁੰਦੇ ਸੀਗੇ ਵੀ ਅੱਜ ਜਿਸ ਤਰ੍ਹਾਂ ਤੁਸੀਂ ਮੈਪ 'ਚ ਦੇਖ ਸਕਦੇ ਹੈਗੇ ਆ, ਆਪਣੇ ਜਿਹੜੇ ਨਾਰਥ ਵੈਸਟ ਵਾਲੀ ਸਾਈਡ ਦੇ ਸੀਗੇ ਪੰਜਾਬ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਬਲੂਚਿਸਤਾਨ ਤੇ ਸਿੰਧ, ਤੇ ਇਹ ਸੀਗਾ ਵੈਸਟ ਸਾਈਡ ਵਾਲਾ, ਔਰ ਈਸਟ ਸਾਈਡ ਵਾਲਾ ਜਿਹੜਾ ਸੀਗਾ ਬੰਗਾਲ ਵਾਲਾ ਏਰੀਆ, ਇਹਨੂੰ ਜਿਹੜਾ ਸੀਗਾ ਭਾਰਤ ਜਿਹੜਾ ਸੀਗਾ ਬ੍ਰਿਟਿਸ਼ ਇੰਡੀਆ ਤੋਂ ਬਾਹਰ ਕੱਢ ਕੇ ਇੱਕ ਇੰਡੀਪੈਂਡੈਂਟ ਸਟੇਟ ਬਣਾ ਦਿੱਤਾ ਜਾਵੇ। ਇਹ ਨਿਚੋੜ ਸੀਗਾ ਵੀ ਇਹਦਾਂ 2 ਵੱਖਰੇ ਹਿੱਸੇ ਚਾਹੁੰਦੇ ਸੀਗੇ, ਇੱਕ ਵੈਸਟ ਵੱਲ ਤੇ ਇੱਕ ਈਸਟ ਵੱਲ। ਤੇ ਹੁਣ ਜਿਹੜੀ ਗੱਲ ਆਉਣੀ ਹੈਗੀ ਹੈ ਵੀ ਅੱਗੇ ਜਿਹੜਾ ਸਵਾਲ ਆਉਂਦਾ ਸੀਗਾ ਵੀ ਕੀ ਇਹ ਜਿਸ ਤਰ੍ਹਾਂ ਉੱਪਰ ਕਹਿੰਦੇ ਆ ਵੀ ਇਹਨਾਂ ਨੂੰ ਆਟੋਨੋਮਸ ਤੇ ਸੋਵਰਨ ਬਣਾ ਦਿੱਤਾ ਜਾਵੇ। ਹੁਣ ਆਪਾਂ ਇੱਕ ਗੱਲ ਇਹ ਆਉਂਦੀ ਜਿਸ ਤਰ੍ਹਾਂ ਆਪਾਂ ਉੱਪਰ ਪੜ੍ਹ ਕੇ ਹਟੇ ਸੀਗੇ ਵੀ ਜਿਹੜੀ ਇਹ ਜਿਹੜਾ ਸਟਰਕਚਰ ਜਿਸ ਤਰ੍ਹਾਂ ਇਹ ਕਹਿੰਦੇ ਆ ਨਾ, ਜੇ ਉਹ ਕਹਿੰਦੇ ਆ ਵੀ ਜਿਹੜੇ ਸਟਰਕਚਰਸ ਹੈਗੇ ਆ ਰਾਜ, ਜਿਹੜੇ ਛੋਟੇ ਛੋਟੇ ਰਾਜ ਜਿੱਦਾਂ ਸਟੇਟ ਈਸਟਰਨ ਸਟੇਟ ਬਣ ਗਈ ਹੁਣ ਦਿਲ ਖੱਬੇ ਬੰਗਾਲ ਵਾਲ, ਉਹਨਾਂ ਦੇ ਜਿਹੜੇ ਛੋਟੇ ਛੋਟੇ ਹਿੱਸੇ ਹੈਗੇ ਆ ਉਹ ਵੀ ਕਹਿੰਦੇ ਸੋਵਰਨ ਹੋਣ। ਜੇ ਉਹ ਸੋਵਰਨ ਹੋਊਗੇ ਤਾਂ ਫਿਰ ਕਨਫੈਡਰੇਸ਼ਨ ਬਣ ਜਾਂਦੀ ਹੈ, ਫੈਡਰੇਸ਼ਨ ਨਹੀਂ ਰਹਿੰਦੀ ਹੈਗੀ। ਤੇ ਜਦੋਂ ਉਹ ਕਹਿੰਦੇ ਆ ਵੀ ਇਹਦੇ ਹਿੱਸੇ ਹੋਣੇ ਆ, ਹਿੱਸੇ ਤੇ ਕੋਈ ਵੱਡੇ ਦੇਸ਼ ਤੇ ਇੱਕ ਛੋਟੇ ਛੋਟੇ ਜਿਹੜੇ ਹਿੱਸੇ ਹੈਗੇ ਰਾਜ ਹੈਗੇ ਆ, ਉਹ ਇੱਕ ਫੈਡਰੇਸ਼ਨ ਦੀ ਗੱਲ ਕਰਦੇ ਹੈਗੇ ਆ। ਜਦੋਂ ਉਹਨਾਂ ਦਾ ਸੈਕੰਡ ਵਰਡ ਜਿਹੜਾ ਆਟੋਨੋਮਸ ਹੈਗਾ ਆ, ਜਿਹੜਾ ਸੋਵਰਨ ਵਰਡ ਹੈਗਾ ਆ ਵੀ ਜਿਹੜੇ ਇੰਡੀਵਿਜੂਅਲ ਯੂਨਿਟਸ ਹੈਗੇ ਆ ਉਹ ਸੋਵਰਨ ਹੋਣਗੇ, ਉਹ ਦੱਸਣਗੇ ਵੀ ਜੇ ਉਹਨਾਂ ਤੋਂ ਇੰਨੀ ਤਾਕਤ ਦੇ ਦਿੱਤੀ ਜਾਊਗੀ, ਉਹਨਾਂ ਨੂੰ ਸੋਵਰਨ ਬਣਾ ਦਿੱਤਾ ਜਾਊਗਾ ਤੇ ਫਿਰ ਉਹ ਇੱਕ ਕਨਫੈਡਰੇਸ਼ਨ ਦੀ ਤਰ੍ਹਾਂ ਐਕਟ ਕਰਨਗੇ। ਤੇ ਇਹ ਕਹਿੰਦੇ ਵੀ ਇਹਨਾਂ ਨੂੰ ਸੋਚਣਾ ਪੈਣਾ ਵੀ ਇਹਦਾ ਕਹਿਣਾ ਕੀ ਚਾਹੁੰਦੇ ਹੈਗੇ ਇੱਥੇ, ਕੀ ਉਹ ਕਨਫੈਡਰੇਸ਼ਨ ਚਾਹੁੰਦੇ ਕੀ ਫੈਡਰੇਸ਼ਨ ਚਾਹੁੰਦੇ ਆ। ਇਹਦੇ ਵਿੱਚ ਵੀ ਕਲੀਅਰ ਨਹੀਂ ਹੈਗਾ ਵੀ ਜਿਹੜਾ ਸਿਸਟਮ ਹੈਗਾ ਕਿੱਦਾਂ ਦਾ ਸਿਸਟਮ ਚਾਹੁੰਦੇ ਹੈਗੇ ਆ। ਤੇ ਇਹ ਜਿਹੜੀ ਕਹਿੰਦੇ ਵੀ ਜਿਹੜੀ ਮੰਗ ਹੈਗੀ ਇਹ ਮੰਗ ਨਵੀਂ ਨਹੀਂ ਹੈਗੀ, ਇਹ ਮੰਗ ਜਿਹੜੀ ਹੈਗੀ ਆ ਮੁਹੰਮਦ ਇਕਬਾਲ ਮੁਸਲਿਮ ਲੀਗ ਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ 1930 ਦੇ ਵਿੱਚ, 10 ਸਾਲ ਪਹਿਲਾਂ ਇਹਨੇ ਜਦੋਂ ਲਖਨਊ ਦੇ ਵਿੱਚ ਇਹਨਾਂ ਦਾ ਸੈਸ਼ਨ ਹੋਇਆ ਸੀਗਾ ਉੱਥੇ ਇਹ ਮੁੱਦਾ ਚੱਕਿਆ ਸੀਗਾ। ਤੇ ਉਸ ਟਾਈਮ ਕਿਸੇ ਨੇ ਗੱਲ ਜਿਹੜੀ ਹੈ ਗੌਲੀ ਨਹੀਂ ਹੈਗੀ ਕਿ ਫਿਰ ਦੁਬਾਰਾ ਜਿਹੜਾ ਹੈਗਾ ਆ
ਮਿਸਟਰ ਰਹਿਮਤ ਅਲੀ ਜਿਹੜਾ ਸੀਗਾ, ਉਹਨੇ ਇਹ ਮੁੱਦਾ ਦੁਬਾਰਾ ਚੱਕਿਆ ਵੀ ਜਿਹੜਾ ਸਾਨੂੰ ਅਲੱਗ ਕੰਟਰੀ ਜਿਹੜਾ ਸਾਡਾ ਚਾਹੀਦਾ ਹੈਗਾ ਆ। ਤੇ ਉਹ ਬੰਦਾ ਰਹਿਮਤ ਅਲੀ ਵਕੀਲ ਸੀਗਾ, ਤੇ ਉਹਨੇ ਫਿਰ ਜਿਹੜਾ ਹੈਗਾ ਆਪਣੀ ਪਾਕਿਸਤਾਨ ਮੂਵਮੈਂਟ 1933 ਦੇ ਵਿੱਚ ਇਹ ਜਿਹੜੀ ਸ਼ੁਰੂ ਕੀਤੀ ਹੈਗੀ, ਜਿਹਦੇ ਵਿੱਚ ਉਹ ਇੰਡੀਆ ਨੂੰ ਕਹਿੰਦੇ ਦੋ ਹਿੱਸੇ ਡਿਵਾਈਡ ਕਰਨਾ ਚਾਹੁੰਦਾ ਸੀਗਾ। ਜੋ ਉਹਦਾ ਪ੍ਰਸਤਾਵ ਸੀਗਾ ਵੀ ਇੱਕ ਪਾਕਿਸਤਾਨ ਬਣ ਜਾਊਗਾ, ਇੱਕ ਹਿੰਦੁਸਤਾਨ ਬਣ ਜਾਊਗਾ। ਤੇ ਉਹਦੇ ਹਿਸਾਬ ਨਾਲ ਜਿਹੜਾ ਪਾਕਿਸਤਾਨ ਸੀਗਾ ਰਹਿਮਤ ਅਲੀ ਦੇ ਹਿਸਾਬ ਨਾਲ, ਪਾਕਿਸਤਾਨ ਦੇ ਵਿੱਚ ਆਉਣਾ ਸੀਗਾ ਪੰਜਾਬ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ, ਕਸ਼ਮੀਰ, ਸਿੰਧ ਤੇ ਬਲੂਚਿਸਤਾਨ, ਤੇ ਬਾਕੀ ਜਿਹੜਾ ਹਿੱਸਾ ਰਹਿ ਜਾਂਦਾ ਸੀਗਾ ਉਹ ਸੀਗਾ ਹਿੰਦੁਸਤਾਨ। ਤੇ ਇੱਦਾਂ ਉਹ ਜਿਹੜਾ ਰਹਿਮਤ ਅਲੀ ਜਿਹੜਾ ਇਸ ਤਰ੍ਹਾਂ ਸੋਚਦਾ ਸੀਗਾ ਵੀ ਇਹ ਉਹਦਾ ਜਿਹੜਾ ਆਈਡੀਆ ਸੀਗਾ ਵੀ ਇੱਕ ਇੰਡੀਪੈਂਡੈਂਟ, ਆਜ਼ਾਦ ਤੇ ਵੱਖਰਾ ਪਾਕਿਸਤਾਨ ਬਣੇ, ਜਿਹਦੇ ਵਿੱਚ 5 ਮੁਸਲਿਮ ਪ੍ਰੋਵਿੰਸ ਜਿਹੜੇ ਸੀਗੇ ਨਾਰਥ ਦੇ ਉਹ ਜੋੜੇ ਜਾਣ। ਔਰ ਇਹ ਜਿਹੜਾ ਸੀਗਾ ਰਹਿਮਤ ਅਲੀ ਬੰਦਾ, ਇਹ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਵੀ ਗਿਆ ਸੀਗਾ। ਉੱਥੇ ਵੀ ਇਸ ਬੰਦੇ ਨੇ ਬ੍ਰਿਟਿਸ਼ ਸਰਕਾਰ ਮੋਰੇ ਇਹ ਮੰਗ ਰੱਖੀ ਸੀਗੀ, ਪਰ ਬ੍ਰਿਟਿਸ਼ ਸਰਕਾਰ ਨੇ ਗੱਲ ਗੌਲੀ ਨਹੀਂ ਵੀ ਉਹਨਾਂ ਨੂੰ ਇਹ ਸੀਗਾ ਵੀ ਜੇ ਇਹ ਇੱਦਾਂ ਕਰ ਦਿੰਦੇ ਆ ਤੇ ਇਹ ਇੱਕ ਤਰ੍ਹਾਂ ਜਿਹੜਾ ਹੈਗਾ ਦੁਬਾਰਾ ਜਿਹੜਾ ਮੁਸਲਿਮ ਸਮਰਾਜ ਸੀਗਾ ਉਹਨੂੰ ਵਾਪਸ ਲਿਆਉਣ ਵਾਲੀ ਗੱਲ ਹੋ ਜਾਣੀ ਹੈਗੀ। ਇਸ ਕਰਕੇ ਉਹਨਾਂ ਨੇ ਇਹ ਰਹਿਮਤ ਅਲੀ ਦੀ ਗੱਲ ਜਿਹੜੀ ਆ ਗੌਲੀ ਨਹੀਂ ਹੈਗੀ। ਤੇ ਇਹ ਜਿਹੜੇ ਮੈਪਸ ਹੈਗੇ ਆਪਾਂ ਰਹਿ ਸਕਦੇ ਹਾਂ। ਤੇ ਇਹਦੇ ਵਿੱਚ ਹੁਣ ਕਹਿੰਦੇ ਆ ਵੀ ਜਿਹੜੀ ਮੁਸਲਿਮ ਲੀਗ ਹੈਗੀ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਉਹ ਰਹਿਮਤ ਅਲੀ ਜਾਂ ਮੁਹੰਮਦ ਇਕਬਾਲ ਵਾਲਾ ਜਿਹੜਾ ਮੁੱਦਾ ਉਹਨਾਂ ਨੇ ਚੱਕਿਆ ਸੀ 1933 ਦੇ ਵਿੱਚ, ਉਹ ਤੋਂ ਚੱਕਿਆ ਨਾਲ ਕੀ ਕੀਤਾ ਇਹਨਾਂ ਨੇ, ਇੱਕ ਈਸਟਰਨ ਸਾਈਡ ਜਿਹੜੀ ਹੈਗੀ ਆ ਉਹ ਵੀ ਕਹਿੰਦੇ ਵੀ ਵੱਖਰਾ ਕਰ ਦਿੱਤਾ ਜਾਵੇ। ਤੇ ਇਹਦੇ ਵਿੱਚ ਉਹਨਾਂ ਨੇ ਨਾਂ ਨਹੀਂ ਦਿੱਤਾ ਹੈਗਾ। ਜਿਹੜੇ ਨਾਰਥ ਵੈਸਟ ਵਾਲੇ ਏਰੀਏ ਸੀਗੇ, ਪੰਜ ਦੇ ਪੰਜ ਜਿਹੜੇ ਇਕੱਠੇ ਕਰਕੇ ਜਿਹੜੇ ਪ੍ਰੋਵਿੰਸ ਬਣਾਏ ਸੀਗੇ, ਉਹਨਾਂ ਨੂੰ ਤਾਂ ਉਹਨਾਂ ਨੇ ਕਹਿ ਦਿੱਤਾ ਵੀ ਇਹ ਪਾਕਿਸਤਾਨ ਆ। ਇਹ ਜਿਹੜੀ ਪਾਕ ਜਗ੍ਹਾ ਬਣ ਗਈ ਹੈ, ਪਾਕਿਸਤਾਨ ਤੋਂ ਬਣਿਆ ਪਾਕਿਸਤਾਨ, ਤੇ ਇਹਦਾ ਤਾਂ ਨਾਂ ਦੇ ਦਿੱਤਾ ਸੀਗਾ। ਪਰ ਜਿਹੜਾ ਈਸਟ ਸਾਈਡ ਤੇ ਬੰਗਾਲ ਵਾਲਾ ਏਰੀਆ ਸੀਗਾ, ਮੁਸਲਿਮ ਏਰੀਆ, ਉਹਨਾਂ ਨੂੰ ਉਹਨਾਂ ਨੇ ਨਾਂ ਨਹੀਂ ਦਿੱਤਾ ਹੈਗਾ। ਇਹਦੇ ਵਿੱਚ ਬਾਬਾ ਸਾਹਿਬ ਕਹਿੰਦੇ ਆ ਵੀ ਇਹ ਜਿਹੜੀ ਹੈਗੀ ਆ 2 ਨੇਸ਼ਨ ਥਿਊਰੀ ਜਿਹੜੀ ਹੈਗੀ ਇਹਨਾਂ ਦੀ, ਵੀ ਇੱਕ ਪਾਕਿਸਤਾਨ ਤੇ ਹਿੰਦੁਸਤਾਨ, ਉਹਦੇ ਵਿੱਚ ਜਿਹੜਾ ਪਾਕਿਸਤਾਨ ਨੂੰ ਇਹਨਾਂ ਨੇ ਦੋ ਹਿੱਸੇ ਵੰਡਿਆ ਸੀਗਾ, ਇੱਕ ਵੈਸਟਰਨ ਪਾਕਿਸਤਾਨ ਤੇ ਦੂਜਾ ਜਿਹੜਾ ਈਸਟ ਸਾਈਡ ਤੇ ਸੀਗਾ। ਬਾਬਾ ਸਾਹਿਬ ਕਹਿੰਦੇ ਇਹਨੂੰ ਸਿੰਪਲੀਫਾਈ ਕਰ ਲਈ, ਇਹਦੇ ਵਿੱਚ ਮੈਂ ਇਹਨੂੰ ਈਸਟਰਨ ਪਾਕਿਸਤਾਨ ਦਾ ਨਾਂ ਦੇ ਦਿੱਤਾ ਆ, ਤਾਂ ਕਿ ਜਿਹੜੇ ਆਡੀਅנס ਹੈਗਾ ਇਹਨਾਂ ਨੂੰ ਕਲੀਅਰ ਹੋ ਜਾਏ, ਸਮਝ ਲੱਗ ਸਕੇ। ਤੇ ਇਹਦੇ ਵਿੱਚ ਇਹ ਤਾਂ ਹੋ ਗਿਆ ਵੀ ਜਿਹੜੀ ਸਕੀਮ ਸੀਗੀ ਉਹਦੇ ਵਿੱਚ ਆਲ ਇੰਡੀਆ ਮੁਸਲਿਮ ਲੀਗ ਕੀ ਚਾਹੁੰਦੀ ਸੀਗੀ, ਤੇ ਉਹਨੂੰ ਆਪਾਂ ਡਿਸਕਸ ਕੀਤਾ ਵੀ ਜਿਹੜਾ ਉਹ ਸੋਵਰਨ ਕਿੱਦਾਂ, ਜਿਹੜਾ ਪੈਰਾਗ੍ਰਾਫ 3 ਦੇ ਵਿੱਚ ਕਿਸ ਤਰ੍ਹਾਂ ਦਾ ਸਟਰਕਚਰ ਚਾਹੁੰਦੇ ਸੀਗੇ। ਤੇ ਉਹ ਕਿਉਂਕਿ ਆਪਸ ਵਿੱਚ ਉਹ ਕੰਟਰਾਡਿਕਟ ਕਰ ਰਿਹਾ ਸੀਗਾ, ਜਿਸ ਤਰ੍ਹਾਂ ਉਹਨਾਂ ਨੇ ਵਰਡਿੰਗ ਕੀਤੀ ਸੀਗੀ, ਜੋ ਉਹਨਾਂ ਦੀ ਮੰਗ ਸੀਗੀ, ਨਾ ਉਹਨਾਂ ਨੂੰ ਮੰਗ ਕਲੀਅਰ ਕਰਦੀ ਸੀ ਉਹ ਕਨਫੈਡਰੇਸ਼ਨ ਬਣਨਾ, ਨਾ ਫੈਡਰੇਸ਼ਨ ਬਣਨਾ ਹੈਗਾ, ਕਲੀਅਰ ਨਹੀਂ ਹੋ ਰਿਹਾ ਸੀਗਾ। ਔਰ ਨਾ ਜਿਹੜਾ ਈਸਟਰਨ ਸਾਈਡ ਵਾਲੇ ਦਾ ਨਾਂ ਨਹੀਂ ਦਿੱਤਾ ਸੀਗਾ। ਤੇ ਇਹਦੇ ਵਿੱਚ ਬਾਬਾ ਸਾਹਿਬ ਕਹਿੰਦੇ ਆਪਾਂ ਹੁਣ ਇਹਨੂੰ ਈਸਟਰਨ ਪਾਕਿਸਤਾਨ ਕਹਾਂਗੇ ਇਹਦੇ ਵਿੱਚ। ਤੇ ਕੀ ਇਹ ਜਿਹੜਾ ਕਹਿੰਦੇ ਏਰੀਆ ਜਿਹੜਾ ਸੀਗਾ, ਜਿਹੜੇ ਨਾਰਥ ਵੈਸਟ ਵਾਲੇ ਪ੍ਰੋਵਿੰਸ ਸੀਗੇ, ਜਿੰਨੇ ਵੀ ਸੂਬੇ ਸੀਗੇ, ਉਹਨਾਂ ਨੂੰ ਇਕੱਠਾ ਕਰਨਾ, ਜਿਹੜਾ ਜੋੜਨਾ, ਕੀ ਇਹ ਜ਼ਿਆਦਾ ਅਚੰਭੇ ਵਾਲੀ ਗੱਲ ਸੀਗੀ, ਕੀ ਇਹ ਜ਼ਿਆਦਾ ਜਿਹੜੀ ਸ਼ੌਕਿੰਗ ਗੱਲ ਸੀਗੀ। ਇਹਦੇ ਵਿੱਚ ਸਿੰਧ ਦੀ ਗੱਲ ਆਏਗੀ। ਆ ਜਿਹੜਾ ਇਹ ਆਪਣੇ ਮੈਪ ਹੈਗਾ ਪੰਜਾਬ ਦਾ, ਇਹ ਆਹ ਗੱਲ ਕਰਾਂਗੇ। ਇਹਦੇ ਵਿੱਚ ਜਿਹੜੇ ਹੈਗੇ ਆ, ਜਿਹੜੇ ਤਾਂ ਔਰੇਂਜ ਵਾਲੇ ਹੈਗੇ ਏਰੀਆ, ਆਹ ਤੁਸੀਂ ਸੈਂਟਰ ਵਿੱਚ ਦੇਖੋ, ਇਹਦੇ ਨਾ ਸਤਲੁਜ ਦਰਿਆ ਜਾ ਰਿਹਾ ਹੈਗਾ। ਸਤਲੁਜ ਦਰਿਆ ਦੇ ਜਿਹੜੇ ਖੱਬੇ ਪਾਸੇ ਆ ਹਰੇ ਰੰਗ ਦੇ ਵਿੱਚ, ਇਹ ਤਾਂ ਹੈਗੇ ਸਾਰੇ ਮੁਸਲਿਮ ਏਰੀਆ ਵਿੱਚ, ਇੱਥੇ ਸੀਗੇ ਮੁਸਲਿਮ ਬਹੁਤ ਗਿਣਤੀ ਦੇ ਵਿੱਚ। ਸੱਜੇ ਪਾਸੇ ਤੁਸੀਂ ਦੇਖ ਸਕਦੇ ਹੈਗੇ ਆ ਆਪਣੇ ਅੰਮ੍ਰਿਤਸਰ ਔਰ ਗੁਰਦਾਸਪੁਰ ਨੂੰ ਛੱਡ ਕੇ, ਬਾਕੀ ਜਿਹੜੇ ਸਾਰੇ ਏਰੀਆ ਉਹ ਸਾਰੇ ਹੀ ਸਤਲੁਜ ਦੇ ਸੱਜੇ ਪਾਸੇ ਪੈਂਦੇ। ਇੱਥੇ ਸਾਰੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸੀਗੇ ਹਿੰਦੂ ਬਹੁਤ ਗਿਣਤੀ ਜਿਹੜੀ ਸੀਗੀ ਉਹ ਡਿਸਟ੍ਰਿਕਟ ਸੀਗੇ। ਤੇ ਇਹਦੇ ਵਿੱਚ ਤੁਸੀਂ ਉਹਦੇ ਉੱਪਰ ਦੇਖ ਸਕਦੇ ਆ, ਹਰੇ ਏਰੀਏ ਤੋਂ ਉੱਪਰ ਇਹ ਪੰਜਾਬ ਵਾਲਾ ਏਰੀਆ, ਤੇ ਇਹ ਤੋਂ ਉੱਪਰ ਦੇਖ ਸਕਦੇ ਆ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਪੈਂਦਾ, ਉਹ ਤੋਂ ਹੇਠਾਂ ਬਲੂਚਿਸਤਾਨ ਪੈਂਦਾ, ਉਹ ਤੋਂ ਹੇਠਾਂ ਸਿੰਧ ਪੈਂਦਾ। ਇਹ ਆਹ ਜਿਹੜੇ 4-5 ਏਰੀਏ ਸੀਗੇ, ਉਹਨਾਂ ਨੂੰ ਕਹਿੰਦੇ ਸੀਗੇ ਵੀ ਮਿਲਾ ਕੇ ਜਿਹੜਾ ਇਹ ਪਾਕਿਸਤਾਨ ਬਣਾ ਦੇਣਾ ਹੈਗਾ ਆ। ਤੇ ਇੱਥੇ ਹੁਣ ਆਪਾਂ ਗੱਲ ਕਰਾਂਗੇ ਵੀ ਇੱਥੇ ਜਿਹੜਾ 1849 ਦੀ ਗੱਲ ਹੈਗੀ ਹੈ, ਉਦੋਂ ਜਦੋਂ ਬ੍ਰਿਟਿਸ਼ ਨੇ ਪੰਜਾਬ ਨੂੰ ਜਿੱਤਿਆ ਸੀਗਾ, ਹਰਾਇਆ ਸੀਗਾ, ਤੇ ਉਦੋਂ ਜਿਹੜਾ ਪੰਜਾਬ ਸੀਗਾ ਇਕੱਠਾ ਹੁੰਦਾ ਸੀਗਾ। ਪੰਜਾਬ ਤੇ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਇਕੱਠੇ ਹੀ ਹੁੰਦੇ ਸੀਗੇ। ਤੇ 1901 ਦੇ ਵਿੱਚ ਜਦੋਂ ਇਹਨਾਂ ਦਾ ਲਾਰਡ ਕਰਜ਼ਨ ਵਾਇਸਰਾਏ ਆਇਆ ਹੈਗਾ ਆ, ਉਹਨੇ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡਤਾ। ਇੱਕ ਨੂੰ ਉਹਨੇ ਕਹਿ ਦਿੱਤਾ ਪੰਜਾਬ, ਤੇ ਦੂਸਰੇ ਨੂੰ ਕਹਿ ਦਿੱਤਾ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ। ਇਹ ਕਿਉਂ ਵੰਡਿਆ, ਇਹ ਅੱਗੇ ਜਾ ਕੇ ਦੇਖਾਂਗੇ ਇਹਦੇ ਵਿੱਚ। ਕਿਉਂਕਿ ਉਹ ਜਿਹੜਾ ਏਰੀਆ ਹੈਗਾ ਨਾ, ਸਟ੍ਰੈਟੇਜਿਕਲੀ ਉਹ ਨਾਰਥ ਸਾਈਡ ਤੇ ਪੈਂਦਾ, ਤੇ ਉਹ ਬਾਉਂਡਰੀਜ਼ ਲੱਗਦੀਆਂ ਬਾਕੀ ਕੰਟਰੀਜ਼ ਨਾਲ। ਤੇ ਅੱਗੇ ਜਾ ਕੇ ਇਹਦਾ ਜ਼ਿਕਰ ਜ਼ਰੂਰ ਆਏਗਾ ਵੀ ਕਿਉਂ ਉਹ ਬ੍ਰਿਟਿਸ਼ ਜਿਹੜੇ ਸੀਗੇ ਇਹਨਾਂ ਨੂੰ ਵੰਡਣਾ ਪਿਆ, ਆਪਣੀ ਸੇਫਟੀ ਜਾਂ ਆਪਣੇ ਜਿਹੜੇ ਆ ਡਿਫੈਂਸ ਦੇ ਖਾਤਰ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਪਿਆ। ਅੱਗੇ ਜਾ ਕੇ ਆਪਾਂ ਇਹਨੂੰ ਸਮਝਾਂਗੇ। ਤੇ ਜਿਹੜਾ ਸਿੰਧ ਪ੍ਰੋਵਿੰਸ ਸੀਗਾ,
ਸਿੰਧ ਪ੍ਰੋਵਿੰਸ ਉਸ ਟਾਈਮ ਜਿਹੜਾ ਸੀਗਾ ਵੀ ਸਿੰਧ ਪ੍ਰੋਵਿੰਸ ਅਲੱਗ ਸੀਗਾ ਪੰਜਾਬ ਤੋਂ, ਤੇ ਮੁਸਲਿਮ ਮੈਜੋਰਟੀ ਏਰੀਆ ਸੀਗਾ ਪਰ ਪੰਜਾਬ ਤੋਂ ਬਾਹਰ ਸੀਗਾ। ਪਰ ਕਾਫੀ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਕਈ ਗਵਰਨਰ ਜਨਰਲ ਵਾਇਸਰਾਏ ਦੇ ਦੁਆਰਾ ਵੀ ਇਹ ਜਿਹੜੇ ਹੈਗੇ ਲਾਗਲੇ ਏਰੀਏ ਹੈਗੇ ਆ, ਇਹ ਸਾਰਿਆਂ ਨੂੰ ਕਲੱਬ ਕਰਕੇ ਇੱਕ ਜੁਆਇੰਟ ਪੰਜਾਬ ਬਣਾ ਦਿੱਤਾ ਜਾਵੇ ਔਰ ਸਿੰਧ ਨੂੰ ਵੀ ਇਹਦੇ ਵਿੱਚ ਪਾ ਦਿੱਤਾ ਜਾਵੇ। ਪਰ ਸਿੰਧ ਕੁਝ ਹੋਰ ਕਾਰਨਾਂ ਕਰਕੇ ਜਿਹੜਾ ਸੀਗਾ ਬੰਬੇ ਪ੍ਰੋਵਿੰਸ ਦਾ ਹਿੱਸਾ ਬਣਿਆ ਰਿਹਾ। ਜਿੱਦਾਂ ਆਪਾਂ ਸਾਥੀ ਜਿਹੜੇ ਪਹਿਲਾਂ ਜੁੜੇ ਸੀਗੇ, ਜਦੋਂ ਆਪਾਂ ਪੜ੍ਹਿਆ ਸੀਗਾ ਆਪਣੇ ਮਹਾਰਾਸ਼ਟਰ ਐਸ ਆਪਣੇ ਲਿੰਗੁਇਸਟਿਕ ਪ੍ਰੋਵਿੰਸ, ਉਹਦੇ ਵਿੱਚ ਇਹ ਸਾਰਾ ਜ਼ਿਕਰ ਆਉਂਦਾ ਸੀਗਾ ਵੀ ਸਿੰਧ ਜਿਹੜਾ ਸੀਗਾ ਬੰਬੇ ਪ੍ਰੋਵਿੰਸ ਦਾ ਹਿੱਸਾ ਸੀਗਾ। ਪਰ ਕੋਸ਼ਿਸ਼ ਹੁੰਦੀ ਰਹੀ ਹੈ ਵੀ ਸਿੰਧ ਨੂੰ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਜੋੜ ਦਿੱਤਾ ਜਾਵੇ। 1857 ਤੋਂ ਪਹਿਲਾਂ ਦੀ ਗੱਲ ਹੈਗੀ ਆ ਵੀ ਜਿਹੜਾ ਗਵਰਨਰ ਜਨਰਲ ਹੁੰਦਾ ਸੀਗਾ ਉਸ ਟਾਈਮ ਲਾਰਡ ਡਲਹੌਜ਼ੀ, ਔਰ ਉਹਨੇ ਵੀ ਕੋਸ਼ਿਸ਼ ਕੀਤੀ ਸੀਗੀ ਵੀ ਸਿੰਧ ਨੂੰ ਮਿਲਾ ਦਿੱਤਾ ਜਾਵੇ। ਪਰ ਉੱਥੋਂ ਦੇ ਉਸ ਟਾਈਮ ਦੇ ਜਿਹੜੇ ਈਸਟ ਇੰਡੀਆ ਕੰਪਨੀ ਦੇ ਕੋਰਟ ਆਫ ਡਾਇਰੈਕਟਰਸ ਦੇ ਜਿਹੜੇ ਆਦੇਸ਼ ਸੀਗੇ, ਕੁਛ ਉਹਨਾਂ ਨੇ ਆਰਥਿਕ ਕਾਰਨਾਂ ਕਰਕੇ ਇਹ ਪਰਮਿਸ਼ਨ ਨਹੀਂ ਦਿੱਤੀ ਹੈਗੀ ਵੀ ਸਿੰਧ ਨੂੰ ਪੰਜਾਬ ਦੇ ਨਾਲ ਜੋੜ ਦਿੱਤਾ ਜਾਵੇ। ਇਹ 1857 ਤੋਂ ਪਹਿਲੇ ਦੀ ਗੱਲ ਹੈਗੀ ਆ। ਉਸ ਤੋਂ ਬਾਅਦ 1858 ਦੇ ਵਿੱਚ ਜਦੋਂ ਬ੍ਰਿਟਿਸ਼ ਰਾਜ ਸ਼ੁਰੂ ਹੁੰਦਾ ਹੈਗਾ ਆ, ਉਹਦੇ ਵਿੱਚ ਜਿਹੜਾ ਲਾਰਡ ਕੈਨਿੰਗ ਹੁੰਦਾ, ਵਾਇਸਰਾਏ ਹੁੰਦਾ ਆ, ਉਹ ਵੀ ਮੰਗ ਕਰਦਾ ਹੈਗਾ ਆ। ਉਹ ਕਹਿੰਦਾ ਵੀ ਦੇਖੋ ਇਹ ਜਿਹੜਾ ਹੈਗਾ ਆ ਇੰਡਸ ਰਿਵਰ ਦੇ ਵਿੱਚ ਤੇ ਸਤਲੁਜ ਰਿਵਰ ਦੇ ਲਾਗੇ ਜਿਹੜੇ ਏਰੀਏ ਹੈਗੇ ਆ, ਇਹਨਾਂ ਨੂੰ ਜਿਹੜਾ ਹੈਗਾ ਕਲੱਬ ਕਰਕੇ ਇਕੱਠਾ ਕਰ ਦਿੱਤਾ ਜਾਵੇ। ਤੇ ਉਹਦੇ ਵਿੱਚ ਮੰਗ ਸੀਗੀ ਵੀ ਸਿੰਧ ਨੂੰ ਵੀ ਜਿਹੜਾ ਇਹਦੇ ਵਿੱਚ ਮਿਲਾ ਦਿੱਤਾ ਜਾਵੇ। ਉਦੋਂ ਵੀ ਇਹ ਜਿਹੜੀ ਆ ਮਨਜ਼ੂਰੀ ਦਿੱਤੀ ਗਈ ਸੀਗੀ ਆਪਣੇ ਸਰਕਾਰ ਨੇ, ਬ੍ਰਿਟਿਸ਼ ਸਰਕਾਰ ਨੇ। ਤੇ 1876 ਦੀ ਗੱਲ ਹੈਗੀ, ਉਦੋਂ ਜਿਹੜਾ ਵਾਇਸਰਾਏ ਸੀਗਾ ਲਾਰਡ ਨਾਰਥਬਰੁਕ, ਉਹਦਾ ਵੀ ਇਹੀ ਮੰਨਣਾ ਸੀਗਾ ਵੀ ਸਿੰਧ ਨੂੰ ਜਿਹੜਾ ਹੈਗਾ ਆ ਮਿਲਾ ਦਿੱਤਾ ਜਾਵੇ, ਪਰ ਕੋਈ ਉਹਨੇ ਠੋਸ ਕਦਮ ਨਹੀਂ ਚੱਕਿਆ ਹੈਗਾ। ਫਿਰ 1877 ਦੀ ਗੱਲ ਹੈਗੀ, ਉਹਦੇ ਵਿੱਚ ਵਾਇਸਰਾਏ ਲਾਰਡ ਲਿਟਨ ਆਉਂਦਾ ਹੈਗਾ ਆ, ਤੇ ਉਹ ਵੀ ਇਹੀ ਮੰਗ ਚੱਕਦਾ ਹੈਗਾ ਆ ਵੀ ਜਿਹੜੇ ਹੈਗੇ ਆ ਪੰਜਾਬ ਦੇ ਡਿਸਟ੍ਰਿਕਟਸ ਹੈਗੇ ਆ ਲਾਗਲੇ ਸਿੰਧ ਦੇ ਨਾਲ ਲੱਗਦੇ, ਇਹ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਪੰਜਾਬ ਬਣਾ ਦਿੱਤਾ ਜਾਵੇ। ਪਰ ਜਿਹੜਾ ਆਪਣੇ ਇਹ ਤਾਂ ਉਦੋਂ 1877 ਦੇ ਵਿੱਚ ਲਾਰਡ ਲਿਟਨ ਇਹਦੀ ਮੰਗ ਕਰਦਾ ਹੈਗਾ ਵੀ ਸਿੰਧ ਨੂੰ ਵੀ ਮਿਲਾ ਦਿੱਤਾ ਜਾਵੇ, ਜਿਹੜੇ ਲਾਗਲੇ ਜਿਹੜੇ ਜ਼ਿਲ੍ਹੇ ਹੈਗੇ ਆ ਇਕੱਠਾ ਕਰਕੇ ਕਲੱਬ ਕਰ ਦਿੱਤਾ ਜਾਵੇ ਉਹਨਾਂ ਨੂੰ ਵੀ। ਤੇ ਇਹਦੇ ਨਾਲ ਨਾਲ ਕੀ ਸੀਗਾ, ਲਾਰਡ ਲਿਟਨ ਨੇ ਬਾਅਦ ਵਿੱਚ ਸਾਲ ਕੁ ਬਾਅਦ 2 ਸਾਲਾਂ ਬਾਅਦ ਉਹਨੇ ਇਹ ਵੀ ਕਿਹਾ ਹੈਗਾ ਆ ਜਿਹੜਾ ਬੰਬੇ ਹੈਗਾ ਆ ਉਹਨੂੰ ਜਿਹੜਾ ਸੈਂਟਰਲ ਪ੍ਰੋਵਿੰਸ ਜਿਹੜਾ ਬਰਾਰ ਵਾਲਾ ਏਰੀਆ ਸੈਂਟਰਲ ਪ੍ਰੋਵਿੰਸ ਹੈਗਾ, ਇਹ ਕਹਿੰਦਾ ਬੰਬੇ 'ਚ ਪਾ ਦਿੱਤਾ ਜਾਵੇ, ਸਿੰਧ ਜਿਹੜਾ ਹੈਗਾ ਉਹ ਚੱਕ ਕੇ ਪੰਜਾਬ 'ਚ ਪਾ ਦਿੱਤਾ ਜਾਵੇ। ਪਰ ਇਹ ਜਿਹੜੀ ਚੀਜ਼ ਸੀਗੀ ਸੈਕਟਰੀ ਆਫ ਸਟੇਟ ਨੂੰ, ਜਿਹੜਾ ਕਿ ਬ੍ਰਿਟੇਨ ਦਾ ਕੈਬਨਿਟ ਮਿਨਿਸਟਰ ਸੀਗਾ, ਉਹਨੂੰ ਇਹ ਜਿਹੜੀ ਹੈ ਚੀਜ਼ ਉਹਨੇ ਮਨਜ਼ੂਰੀ ਨਹੀਂ ਦਿੱਤੀ ਇਹਨੂੰ, ਵੀ ਜਿਹੜਾ ਵਾਇਸਰਾਏ ਸੀਗਾ ਲਾਰਡ ਲਿਟਨ ਵੀ ਤੂੰ ਇੱਦਾਂ ਕਰ ਚਾਹੁੰਦਾ ਸੀਗਾ। ਫਿਰ 1884 ਤੋਂ ਲੈ ਕੇ 1894 ਦੇ ਵਿੱਚ ਜਿਹੜਾ ਲਾਰਡ ਲੈਂਸਡਾਊਨ ਸੀਗਾ, ਉਹਨੇ ਵੀ ਇਹੀ ਪ੍ਰੋਜੈਕਟ ਰੱਖਿਆ। ਤੇ ਪਰ ਉਦੋਂ ਵਿੱਚ ਵੀ ਕੀ ਹੋਇਆ ਕੀ ਸੀਗਾ ਵੀ ਇਹਨਾਂ ਨੇ ਜਿਹੜਾ ਬਲੂਚਿਸਤਾਨ ਏਰੀਆ ਸੀਗਾ ਨਾ, ਉਹਨੂੰ ਸੈਪਰੇਟ ਆਪਣਾ ਅੰਡਰ ਕਰ ਲਿਆ। ਤੇ ਸਿੰਧ ਜਿਹੜਾ ਸੀਗਾ ਵੀ ਮੇਨ ਜਿਹੜਾ ਇਹਨਾਂ ਦਾ ਮਕਸਦ ਸੀਗਾ ਵੀ ਸਿੰਧ ਨੂੰ ਮਿਲਾ ਦਿੱਤਾ ਜਾਵੇ, ਉਹ ਜਿਹੜਾ ਸੀਗਾ ਫਿਰ ਉਹ ਉਹਨਾਂ ਦਾ ਇੱਕ ਪਿੱਛੇ ਰਹਿ ਗਿਆ। ਜਿਹੜਾ ਮੇਨ ਮੁੱਦਾ ਸੀਗਾ ਵੀ ਉਹਨਾਂ ਦਾ ਕੰਟਰੋਲ ਕਿੰਨਾ ਜ਼ਿਆਦਾ ਹੋ ਸਕਦਾ। ਫਿਰ ਬਲੂਚਿਸਤਾਨ ਏਜੰਸੀ ਜਦੋਂ ਬਣਾਈ ਹੈ, ਸਾਰਾ ਕੰਟਰੋਲ ਜਿਹੜਾ ਸੀਗਾ ਬ੍ਰਿਟਿਸ਼ ਅੰਡਰ ਸੀਗਾ, ਤੇ ਇਸ ਕਰਕੇ ਇਹਨਾਂ ਦਾ ਸਾਰੇ ਦਾ ਸਾਰਾ ਜਿਹੜਾ ਧਿਆਨ ਸੀਗਾ ਸਾਰਾ ਕੇਂਦਰਿਤ ਹੋ ਗਿਆ ਬਲੂਚਿਸਤਾਨ ਵੱਲ, ਸਿੰਧ ਨੂੰ ਉਹ ਫਿਰ ਭੁੱਲ ਗਏ। ਤੇ ਇਸ ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਕਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਸਿੰਧ ਨੂੰ ਜਿਹੜਾ ਹੈਗਾ ਆ ਪੰਜਾਬ ਦੇ ਵਿੱਚ ਮਿਲਾ ਦਿੱਤਾ ਜਾਵੇ। ਸਿੰਧ ਬੰਬੇ ਪ੍ਰਿੰਸ ਦੇ ਵਿੱਚ ਹੀ ਰਿਹਾ। ਇਹ ਉਹੀ ਹੈ, ਮੈਂ ਅੱਗੇ ਉਹਦਾ ਟੇਬਲ ਬਣਾਤਾ ਸੀਗਾ। ਇਹ ਔਰ ਜਿੱਥੇ ਤੱਕ ਗੱਲ ਹੈਗੀ ਆ ਵੀ ਬੰਗਾਲ ਜਿਹੜਾ ਹੈਗਾ ਸੈਪਰੇਟ ਬਣਾਉਣਾ ਹੈਗਾ ਆ, ਇਹਦੀ ਗੱਲ ਜਿਹੜੀ ਹੈਗੀ 1905 ਦੇ ਵਿੱਚ ਕੀ ਹੋਇਆ ਸੀਗਾ, ਬੰਗਾਲ ਦੀ ਪਾਰਟੀਸ਼ਨ ਹੋਈ ਸੀਗੀ। ਲਾਰਡ ਕਰਜ਼ਨ ਵਾਇਸਰਾਏ ਸੀਗਾ ਉਸ ਟਾਈਮ ਸੀਗਾ ਵੀ ਇੱਕ ਤਾਂ ਸੀਗਾ ਆਪਣੇ ਈਸਟਰਨ ਬੰਗਾਲ ਤੇ ਅਸਾਮ, ਇਹਨੂੰ ਅਲੱਗ ਕਰਤਾ ਸੀਗਾ। ਉਹਦੀ ਕੈਪੀਟਲ ਸੀਗੀ ਡੱਕਾ ਜਾਂ ਡਾਕਾ, ਤੇ ਦੂਸਰਾ ਹਿੱਸਾ ਬਣਾਤਾ ਸੀਗਾ ਵੈਸਟਰਨ ਬੰਗਾਲ ਦਾ, ਜਿਹਦੀ ਕੈਪੀਟਲ ਸੀਗੀ ਕਲਕੱਤਾ। ਇਸ ਤਰ੍ਹਾਂ ਇਹ ਬੰਗਾਲ ਦੇ 2 ਟੋਟੇ ਕਰਤੇ ਸੀ 1905 ਦੇ ਵਿੱਚ। ਫਿਰ 1911 ਦੇ ਵਿੱਚ ਕੀ ਹੋਇਆ ਵੀ ਜਿਹੜੀ ਬ੍ਰਿਟਿਸ਼ ਸਰਕਾਰ ਸੀ ਉਸ ਟਾਈਮ ਕਾਂਗਰਸ ਦੇ ਜ਼ੋਰ ਹੇਠਾਂ ਆ ਕੇ ਇਹਨਾਂ ਨੇ ਜਿਹੜਾ ਸੀਗਾ ਉਹਨੂੰ ਇਕੱਠਾ ਕਰਤਾ, ਜੋੜ ਦਿੱਤਾ। ਤੇ ਈਸਟਰਨ ਬੰਗਾਲ ਔਰ ਵੈਸਟ ਬੰਗਾਲ ਨੂੰ ਜਿਹੜੇ 2 ਟੋਟੇ ਕੀਤੇ ਸੀਗੇ ਉਹਨਾਂ ਨੂੰ ਜੋੜਤਾ। ਜੇ ਜੋੜਦੇ ਨਾ ਤੇ 1945 ਦੀ ਗੱਲ ਦੱਸ ਰਹੇ ਬਾਬਾ ਸਾਹਿਬ ਵੀ ਅੱਜ ਜਿਹੜਾ ਹੈਗਾ ਬੰਗਾਲ 45 ਸਾਲ ਦਾ ਹੋ ਜਾਣਾ ਸੀਗਾ। ਤੇ ਇਹ ਤਾਂ ਹੋ ਗਿਆ ਵੀ ਜਿਹੜਾ ਵੈਸਟਰਨ ਪਾਰਟ ਤੇ ਈਸਟਰਨ ਪਾਰਟ ਨੂੰ ਕਿੱਦਾਂ ਕਰਨਾ ਹੈਗਾ ਆ। ਹੁਣ ਜਿਹੜਾ ਤੀਸਰਾ ਹਿੱਸਾ ਸੀਗਾ
ਵੀ ਇਹ ਜਿਹੜਾ ਆਪਣੇ ਜਿਹੜਾ ਆਈਡੀਆ ਹੈਗਾ ਹੈ ਵੀ ਪਾਕਿਸਤਾਨ ਨੂੰ ਹਿੰਦੁਸਤਾਨ ਦੇ ਵਿੱਚੋਂ ਅਲੱਗ ਕਰਨਾ ਜਿਹੜਾ ਹੈਗਾ ਇੱਕ ਬਹੁਤ ਸ਼ੌਕਿੰਗ ਹੈਗਾ, ਬਹੁਤ ਹੈਰਾਨੀ ਕਰਨ ਵਾਲਾ ਹੈਗਾ ਆ। ਇਹ ਕਿੰਨਾ ਕੁ ਜਾਇਜ਼ ਹੈਗਾ ਆ, ਇਹਨੂੰ ਆਪਾਂ ਸਮਝਾਂਗੇ। ਬਾਬਾ ਸਾਹਿਬ ਵਿੱਚ ਦੱਸਦੇ ਹੈਗੇ ਆ, ਮੈਂ ਟੇਬਲ ਬਣਾਤਾ ਇਹਦੇ ਵਿੱਚ, ਇਹਦਾ ਈਜ਼ੀ ਹੋ ਜਾਣਾ ਆਪਾਂ ਨੂੰ ਵੀ ਗਾਂਧੀ ਦੇ ਆਉਣ ਤੋਂ ਪਹਿਲਾਂ ਜਿਹੜੀ ਕਿਸ ਤਰ੍ਹਾਂ ਪੋਲਿਟਿਕਸ ਚੱਲਦੀ ਸੀਗੀ। ਤੇ ਉਸ ਟਾਈਮ ਜਿਹੜੇ ਪੋਲਿਟਿਕਸ ਦੇ ਵਿੱਚ ਤਿੰਨ ਜਿਹੜੇ ਸੀਗੇ ਆਪਣੇ ਪਾਰਟੀਆਂ ਹੁੰਦੀਆਂ ਸੀਗੀਆਂ। ਇੱਕ ਪਾਰਟੀ ਹੁੰਦੀ ਸੀਗੀ ਕਾਂਗਰਸ ਪਾਰਟੀ, ਦੂਸਰੀ ਹੁੰਦੀ ਸੀਗੀ ਲਿਬਰਲਸ। ਤੇ ਅਸਲ ਵਿੱਚ ਜਿਹੜੇ ਕਾਂਗਰਸ ਲਿਬਰਲ ਇੱਕੋ ਜਿਹੇ ਹੀ ਸੀਗੇ, ਇੱਕੋ ਹੀ ਪਾਰਟੀ ਇਹਨਾਂ ਨੂੰ ਗਿਣਿਆ ਜਾ ਸਕਦਾ ਹੈ। ਤੇ ਤੀਸਰੀ ਜਿਹੜੀ ਪਾਰਟੀ ਸੀਗੀ ਟੈਰਰਿਸਟ ਆਫ ਬੰਗਾਲ। ਤੇ ਅਸਲ ਦੇ ਵਿੱਚ ਇਹਨਾਂ ਨੇ ਇਹਦੇ ਵਿੱਚ ਬਾਬਾ ਸਾਹਿਬ ਨੇ ਇਹਨਾਂ ਨੂੰ ਕਲੱਬ ਕਰਤਾ ਵੀ ਜਿਹੜੇ ਕਾਂਗਰਸ ਔਰ ਲਿਬਰਲ ਨੂੰ ਇੱਕੋ ਹੀ ਮੰਨਿਆ ਜਾਵੇ, ਔਰ ਟੈਰਰਿਸਟ ਆਫ ਬੰਗਾਲ ਜਿਹੜੇ ਸੀਗੇ ਇਹਨਾਂ ਨੂੰ ਅਲੱਗ ਮੰਨਿਆ ਜਾਵੇ। ਇਹਨਾਂ ਦੀਆਂ ਅਲੱਗ-ਅਲੱਗ ਜਿਹੜੀਆਂ ਸੀਗੀਆਂ ਯੋਗਤਾਵਾਂ ਸੀਗੀਆਂ ਵੀ ਇਹਨਾਂ ਦੇ ਅਜੇ ਹਿੱਸਾ ਬਣਨਾ ਤੁਸੀਂ। ਔਰ ਜਿਹੜੇ ਕਾਂਗਰਸ ਜਾਂ ਲਿਬਰਲ ਦੇ ਵਿੱਚ ਜੇ ਤੁਸੀਂ ਸ਼ਾਮਲ ਹੋਣਾ, ਬੰਦਾ ਜਿਹੜਾ ਸੀਗਾ ਉੱਥੇ ਜੇ ਕੋਈ ਐਂਟਰ ਹੋਣਾ ਚਾਹੁੰਦਾ, ਉਹਦੀ ਜਿਹੜੀ ਐਜੂਕੇਸ਼ਨ ਹੈ ਪਹਿਲਾਂ ਤੋਂ ਪੜ੍ਹਿਆ ਲਿਖਿਆ ਹੋਵੇ, ਔਰ ਪੜ੍ਹਿਆ ਲਿਖਿਆ ਨਾ ਹੋਵੇ, ਐਜੂਕੇਸ਼ਨ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੋਵੇ, ਹਾਇਰ ਐਜੂਕੇਸ਼ਨ ਹੋਵੇ ਉਤੋਂ। ਇਹ ਤਾਂ ਸੀਗਾ ਇਹਨਾਂ ਦਾ ਕ੍ਰਾਈਟੀਰੀਆ ਵੀ ਕਾਂਗਰਸ 'ਚ ਆਉਣ ਦਾ ਕ੍ਰਾਈਟੀਰੀਆ ਹੁੰਦਾ ਸੀਗਾ। ਦੂਜਾ ਜਿਹੜਾ ਬੰਗਾਲ ਵਾਲੇ ਪਾਸੇ ਜਿਹੜੇ ਪਾਰਟੀ ਸੀਗੀ ਉਹਨਾਂ ਦਾ ਕੀ ਕ੍ਰਾਈਟੀਰੀਆ ਸੀ, ਕਹਿੰਦੇ ਵੀ ਐਜੂਕੇਸ਼ਨ ਤਾਂ ਹੋਣੀ ਚਾਹੀਦੀ ਹੈਗੀ, ਬੰਦੇ ਦੇ ਵਿੱਚ ਭਾਵਨਾ ਵੀ, ਜਿਹੜੀ ਤਿਆਗ ਦੀ ਭਾਵਨਾ ਵੀ ਹੋਣੀ ਚਾਹੀਦੀ ਹੈਗੀ ਆ, ਉਹ ਸਾਰੀ ਉਮਰ ਇਸ ਚੀਜ਼ ਵਿੱਚ ਲਾਵੇ। ਤੇ ਇਸ ਕਰਕੇ ਇਹ ਜਿਹੜੇ ਦੋ ਜਿਹੜੇ ਸੀਗੇ ਇਹਨਾਂ ਦੇ ਯੋਗਤਾਵਾਂ ਸੀਗੀਆਂ ਰੱਖੀਆਂ ਇਹਨਾਂ ਨੇ, ਜਾਂ ਐਲੀਜੀਬਿਲਟੀ ਕ੍ਰਾਈਟੀਰੀਆ ਰੱਖੇ ਸੀਗੇ ਵੀ ਇਹ ਮਿਨੀਮਮ ਹੋਣੇ ਚਾਹੀਦੇ, ਤਾਂ ਹੀ ਇਹ ਸਾਡੇ ਪਾਰਟੀ ਦੇ ਮੈਂਬਰ ਬਣ ਸਕਦੇ। ਇਹ ਤਾਂ ਗੱਲ ਹੋ ਗਈ ਗਾਂਧੀ ਤੋਂ ਪਹਿਲਾਂ ਦੀ। ਹੁਣ ਜਦੋਂ ਗਾਂਧੀ ਆਇਆ ਉਹਨੇ ਪੂਰਾ ਜਿਹੜਾ ਕਾਂਗਰਸ ਤੇ ਕਬਜ਼ਾ ਕਰ ਲਿਆ। ਗਾਂਧੀ ਨੇ ਕੀ ਕੀਤਾ, ਗਾਂਧੀ ਨੇ ਦੋ ਚੀਜ਼ਾਂ ਕੀਤੀਆਂ। ਪਹਿਲੀ ਕੀਤੀ ਸਿਵਲ ਡਿਸਓਬੀਡੀਐਂਸ, ਦੂਜਾ ਸੀਗਾ ਵੀ ਲਿੰਗੁਇਸਟਿਕ ਇਨਫਲੂਐਂਸ। ਸਿਵਲ ਡਿਸਓਬੀਡੀਐਂਸ ਆ ਵੀ ਜਿਹੜੇ ਆਪਣੇ ਰੂਲਸ ਹੈਗੇ ਉਹਨੂੰ ਫੋਲੋ ਨਾ ਕਰਨਾ, ਸਿਵਲ ਡਿਸਓਬੀਡੀਐਂਸ। ਇਹਦੇ ਵਿੱਚ ਹਾਂਜੀ ਸਰਕਾਰੀ ਪ੍ਰਸ਼ਾਸਨ ਦੀ ਅਵੇਲਨਾ ਕਰਨਾ ਜਾਂ ਨਾ ਮੰਨਣਾ, ਉਹਨਾਂ ਦੇ ਹੁਕਮ ਨੂੰ ਨਾ ਮੰਨਣਾ। ਪਰ ਇਹਦੇ ਵਿੱਚ ਕੀ ਸੀਗਾ ਵੀ ਇਹ ਜਿਹੜਾ ਉਹਨੇ ਗਾਂਧੀ ਨੇ ਕਨਸੈਪਟ ਦਿੱਤਾ ਸੀਗਾ, ਇਹਦੇ ਵਿੱਚ ਨਾ ਤਾਂ ਕੋਈ ਤੁਹਾਨੂੰ ਪੜ੍ਹੇ ਲਿਖੇ ਹੋਣ ਦੀ ਲੋੜ ਹੈਗੀ ਹੈ, ਨਾ ਹੀ ਤੁਹਾਨੂੰ ਉਹਦੇ ਵਿੱਚ ਇਹ ਬੰਦਿਸ਼ ਲਾਈ ਸੀਗੀ ਵੀ ਤੁਸੀਂ ਆਪਣੀ ਜਿਹੜੀ ਇਹ ਲਾਈਫ ਇਸ ਚੀਜ਼ ਲਈ ਤਿਆਗ ਕਰਨੀ ਹੈਗੀ ਹੈ। ਜਿੱਦਾਂ ਉੱਪਰ ਜਿਹੜੀਆਂ ਦੋ ਪਾਰਟੀਆਂ ਸੀਗੀਆਂ ਗਾਂਧੀ ਤੋਂ ਪਹਿਲਾਂ, ਕਾਂਗਰਸ ਤੇ ਬੰਗਾਲ ਦੀ ਪਾਰਟੀ ਸੀਗੀ, ਉਹਨਾਂ ਨੇ ਜਿਹੜੀਆਂ ਸ਼ਰਤਾਂ ਰੱਖੀਆਂ ਸੀਗੀਆਂ, ਇਹ ਵਿਚਲਾ ਜਿਹਾ ਰਸਤਾ ਸੀਗਾ ਹਰੇਕ ਲਈ ਵਧੀਆ ਸੀਗਾ। ਔਰ ਹਰੇਕ ਹੀ ਜਿਹੜਾ ਬੰਦਾ ਇਹਦੇ ਵਿੱਚ ਆਉਂਦਾ ਸੀਗਾ ਉਹ ਇੱਕ ਆਪਣੇ ਆਪ ਨੂੰ ਦੇਸ਼ ਭਗਤ ਮੰਨਣ ਲੱਗ ਪੈਂਦਾ ਸੀਗਾ। ਇਸ ਕਰਕੇ ਇਹ ਆਮ ਜਨਤਾ ਲਈ ਜਿਹੜਾ ਸੀਗਾ ਬਹੁਤ ਆਸਾਨ ਸੀਗਾ। ਇਹ ਜਿਹੜੇ ਅਨਪੜ੍ਹ ਲੋਕਾਂ ਲਈ ਵੀ ਇਹਦੇ ਵਿੱਚ ਆਉਣ ਦੀ ਪੂਰੀ ਜਿਹੜੀ ਹੈ ਖੁੱਲ੍ਹੀ ਛੁੱਟੀ ਸੀਗੀ, ਆ ਸਕਦੇ ਸੀਗੇ ਔਰ ਆਪਣੇ ਆਪ ਨੂੰ ਜਿਹੜਾ ਵੀ ਦੇਸ਼ ਭਗਤ ਦਾ ਜਿਹੜਾ ਤਗਮਾ ਲੈ ਸਕਦੇ ਸੀਗੇ। ਇੱਕ ਤਾਂ ਇਹ ਕੀਤਾ। ਦੂਸਰਾ ਇਹਨੇ ਗਾਂਧੀ ਨੇ ਕੀ ਕੀਤਾ ਵੀ ਇੱਕ ਸਿਧਾਂਤ ਦਿੱਤਾ ਵੀ ਭਾਸ਼ਾ ਦੇ ਆਧਾਰ 'ਤੇ ਜਿਹੜੀਆਂ ਸੂਬੇ ਬਣਨੇ ਚਾਹੀਦੇ ਆ। ਉਸ ਟਾਈਮ ਇਹਨੇ ਕੀ ਕੀਤਾ ਸੀ ਗਾਂਧੀ ਤੇ ਕਾਂਗਰਸ ਨੇ, ਕਹਿੰਦੇ ਵੀ 20 ਸਟੇਟਸ ਬਣਨੀਆਂ ਚਾਹੀਦੀਆਂ ਆ। ਉਹ ਨੀਚੇ ਦੇਖਾਂਗੇ ਆਪਾਂ ਕਿਹੜੀਆਂ 20 ਸਟੇਟਸ ਹੈਗੀਆਂ। ਤੇ ਭਾਸ਼ਾ ਦੇ ਆਧਾਰ 'ਤੇ ਕਹਿੰਦੇ ਸਟੇਟਸ ਬਣ ਜਾਣ 20। ਇੱਦਾਂ ਇਹਨਾਂ ਨੇ ਡਿਵਾਈਡ ਕੀਤਾ ਵੀ ਇਸ ਇਲਾਕੇ 'ਚ ਇਸ ਉਹਦੇ ਹਿਸਾਬ ਨਾਲ ਜਿਹੜੀਆਂ ਸਟੇਟਸ ਬਣਾ ਦਿੱਤੀਆਂ ਜਾਣ ਭਾਸ਼ਾ ਦੇ ਹਿਸਾਬ ਨਾਲ। ਪਰ ਇਹਦੇ ਵਿੱਚ ਇਹਨਾਂ ਨੇ ਇਹ ਚੀਜ਼ ਦੇਖੀ ਨਹੀਂ ਵੀ ਕਿੰਨਾ ਇਹਦਾ ਖੇਤਰਫਲ ਹੈ, ਕਿੰਨੀ ਇਹਦੀ ਪਾਪੂਲੇਸ਼ਨ ਹੈਗੀ ਹੈ, ਕਿੰਨੇ ਲੋਕ ਰਹਿੰਦੇ ਆ, ਕਿੰਨਾ ਇਹਨਾਂ ਦੀ ਆਮਦਨੀ ਹੈ, ਕਿੰਨਾ ਖਰਚਾ ਹੁੰਦਾ ਇੱਥੇ। ਇਹ ਚੀਜ਼ਾਂ ਬਿਲਕੁਲ ਧਿਆਨ 'ਚ ਨਹੀਂ ਦਿੱਤੀਆਂ ਹੈਗੀਆਂ। ਨਾ ਇਹ ਧਿਆਨ 'ਚ ਦਿੱਤਾ ਵੀ ਇਹਦੇ ਵਿੱਚ ਜਿਹੜਾ ਹੈਗਾ ਇੱਕ ਨਾਗਰਿਕ ਨੂੰ, ਇੱਕ ਆਮ ਨਾਗਰਿਕ ਨੂੰ ਜਿਹੜਾ ਹੈਗਾ ਆ ਅੱਛੀ ਜ਼ਿੰਦਗੀ ਜੀਣ ਦੀਆਂ ਜਿਹੜੀਆਂ ਸਹੂਲਤਾਂ ਹੈਗੀਆਂ ਆ ਉਹ ਮੁਹੱਈਆ ਹੋ ਵੀ ਰਹੀਆਂ ਕਿ ਨਹੀਂ ਹੋ ਰਹੀਆਂ, ਇਹ ਚੀਜ਼ਾਂ ਨੂੰ ਬਿਲਕੁਲ ਹੀ ਧਿਆਨ 'ਚ ਨਹੀਂ ਰੱਖਿਆ ਗਿਆ। ਜਿਹੜਾ ਉਸ ਟਾਈਮ ਕੀ ਕੀਤਾ ਇਹਨਾਂ ਨੇ ਵੀ ਬਿਹਾਰ ਦੇ ਵਿੱਚੋਂ ਚੱਕ ਕੇ ਉੜੀਸਾ ਸੈਪਰੇਟ ਕਰਤਾ। ਉਸ ਟਾਈਮ ਜਿਹੜੀ ਸੀ ਆਂਧਰਾ ਦੀ ਮੰਗ ਸੀਗੀ ਚੱਲ ਰਹੀ, ਮਦਰਾਸ ਤੋਂ ਜਿਹੜਾ ਕਹਿੰਦੇ ਸੀਗੇ ਵੀ ਆਂਧਰਾ ਕਹਿੰਦਾ ਸੀਗਾ ਵੀ ਮਦਰਾਸ ਤੋਂ ਅਲੱਗ ਕਰ ਦਿੱਤਾ ਜਾਵੇ, ਪਰ ਹੋਇਆ ਨਹੀਂ ਸੀਗਾ ਉਸ ਟਾਈਮ। ਇੱਦਾਂ ਹੀ ਕਰਨਾਟਕਾ ਨੇ ਵੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀਗੀ, ਕਿਉਂਕਿ ਸਾਰੇ ਜਿਹੜੇ ਸਟੇਟ ਸੀਗੀਆਂ ਅਲੱਗ-ਅਲੱਗ ਭਾਸ਼ਾ ਦੇ ਆਧਾਰ 'ਤੇ ਉਹ ਸਾਰੇ ਹੀ ਆਪਣੇ ਆਪ ਨੂੰ ਕਹਿੰਦੇ ਸੀਗੇ ਵੀ ਅਸੀਂ ਅਲੱਗ ਜਿਹੜਾ ਹੈਗਾ ਸਾਡੀ ਸਟੇਟ ਬਣਾਈ ਜਾਵੇ। ਗੁਜਰਾਤ ਨੇ ਇੱਦਾਂ ਨਹੀਂ ਕੀਤਾ। ਗੁਜਰਾਤੀ ਜਿਹੜੇ ਲੋਕ ਸੀਗੇ ਉਹ ਚਲਾਕ ਸੀਗੇ, ਉਹਨਾਂ ਨੂੰ ਪਤਾ ਸੀਗਾ ਵੀ ਜੇ ਮਹਾਰਾਸ਼ਟਰ 'ਚ ਆਪਣੇ ਬੰਬੇ ਪ੍ਰੋਵਿੰਸ ਦੇ ਵਿੱਚ ਰਹਾਂਗੇ ਤੇ ਸਾਨੂੰ ਰਾਜਨੀਤਿਕ ਤੌਰ 'ਤੇ ਤੇ ਸਾਨੂੰ ਜਿਹੜਾ ਹੈ ਬਿਜ਼ਨਸ ਤੌਰ 'ਤੇ ਬਹੁਤ ਫਾਇਦਾ ਹੋਣਾ ਹੈ। ਇਸ ਕਰਕੇ ਇਹਨਾਂ ਨੇ ਮੰਗ ਨਹੀਂ ਕੀਤੀ ਹੈਗੀ। ਤੇ ਇਹ ਜਿਹੜੇ ਸੀਗੇ ਭਾਸ਼ਾ ਦੇ ਆਧਾਰ 'ਤੇ ਜਿਹੜੇ ਸੂਬੇ ਬਣੇ ਸੀਗੇ ਵੀ ਮੇਨ ਜਿਹੜਾ ਪ੍ਰਿੰਸੀਪਲ ਸਿਧਾਂਤ ਇਹ ਹੁੰਦਾ ਹੈ ਵੀ ਜਿਹੜਾ ਜਿੱਥੇ ਜਿਹੜੀ ਰਾਜ ਹੈਗਾ ਹੈ, ਜੇ ਉੱਥੇ ਇੱਕੋ ਹੀ ਭਾਸ਼ਾ ਹੈ, ਉੱਥੇ ਦਾ ਜਿਹੜਾ ਬੋਲੀ ਇੱਕ ਹੈਗੀ ਹੈ, ਸੱਭਿਆਚਾਰ ਇੱਕ ਹੈਗਾ ਆ, ਲੋਕ ਉੱਥੋਂ ਦੇ ਇੱਕੋ ਹੀ
ਤਰ੍ਹਾਂ ਦੀ ਜਿਹੜੀ ਹੈਗੀ ਉਹਨਾਂ ਦਾ ਰਹਿਣਾ ਸਹਿਣਾ ਹੁੰਦਾ ਆ ਸਮਾਜਿਕ ਤੌਰ 'ਤੇ, ਇਸ ਕਰਕੇ ਉਹਨਾਂ ਦੀ ਜਿਹੜੀ ਹੈ ਏਕਤਾ ਬਣਨ ਦਾ ਜਿਹੜਾ ਚਾਂਸ ਜਿਹੜਾ ਜ਼ਿਆਦਾ ਹੁੰਦਾ ਇਸ ਕਰਕੇ। ਹੁਣ ਇਹੀ ਚੀਜ਼ ਕਹਿੰਦੇ ਆ ਵੀ ਜੇ ਆਪਾਂ ਮੁਸਲਮਾਨਾਂ ਦੀ ਜਿਹੜੀ ਮੰਗ ਹੈਗੀ ਹੈ ਪਾਕਿਸਤਾਨ ਨੂੰ ਲੈ ਕੇ ਇਹਨੂੰ ਦੇਖਿਆ ਜਾਵੇ ਤਾਂ ਕਿੱਦਾਂ ਇਹਨੂੰ ਆਪਾਂ ਦੇਖ ਸਕਦੇ ਹੈਗੇ ਹਾਂ। ਕਾਂਗਰਸ ਕੀ ਕਹਿੰਦੀ ਸੀਗੀ? ਕਾਂਗਰਸ ਕਹਿੰਦੀ ਸੀਗੀ ਵੀ ਵੱਖਰੀ ਭਾਸ਼ਾ ਦੇ ਆਧਾਰ 'ਤੇ ਉਹ ਜਿਹੜੇ ਲੋਕ ਉਹਨਾਂ ਦੀ ਆਪਣੀ ਜਿਹੜੀ ਆ ਇੱਕ ਆਇਡੈਂਟੀਟੀ ਹੈਗੀ ਆ, ਉਹਨਾਂ ਦੀ ਆਪਣੀ ਇੱਕ ਸੱਭਿਆਚਾਰ ਹੈਗਾ ਆ। ਇਸੇ ਬੇਸਿਸ 'ਤੇ ਉਹ ਕਹਿੰਦੇ ਸੀਗੇ ਵੀ ਜਿਹੜੀਆਂ 20 ਸਟੇਟਸ ਬਣਾ ਦਿੱਤੀਆਂ ਜਾਣ। ਹੁਣ ਮੁਸਲਮਾਨ ਜਿਹੜੇ ਸੀਗੇ ਉਹ ਵੀ ਤਾਂ ਇਹੀ ਗੱਲ ਕਰ ਰਹੇ ਸੀਗੇ, ਉਹ ਵੀ ਤਾਂ ਇਹੀ ਕਹਿ ਰਹੇ ਸੀਗੇ ਵੀ ਸਾਡੇ ਜਿੱਥੇ ਮੁਸਲਮਾਨ ਰਹਿੰਦੇ ਆ ਸਾਡਾ ਕਲਚਰ ਅਲੱਗ ਹੈਗਾ ਆ, ਲੈਂਗੁਏਜ ਵੀ ਤਾਂ ਕਲਚਰ ਹੀ ਦੱਸਦੀ ਹੈ ਜਿਹੜੀ ਕਾਂਗਰਸ ਗੱਲ ਕਰਦੀ ਸੀ। ਇਸੇ ਤਰ੍ਹਾਂ ਮੁਸਲਮਾਨ ਵੀ ਜਿਹੜੇ ਸੀਗੇ ਉਹ ਵੀ ਤਾਂ ਆਪਣੇ ਜਿਹੜੇ ਲੋਕ ਉਹਨਾਂ ਦੇ ਮੁਸਲਮਾਨ ਲੋਕ ਸੀਗੇ ਉਹਨਾਂ ਦਾ ਅਲੱਗ ਸੱਭਿਆਚਾਰ ਸੀਗਾ, ਸੈਪਰੇਟ ਕਲਚਰ ਸੀਗਾ, ਉਹ ਆਪਣੀ ਅਲੱਗ ਮੰਗ ਰੱਖ ਰਹੇ ਸੀ ਪਾਕਿਸਤਾਨ ਲਈ। ਅਤੇ ਫਿਰ ਇਹ ਜਿਹੜੀ ਮੰਗ ਔਰ ਕਾਂਗਰਸ ਦੀ ਜਿਹੜੀ ਮੰਗ ਹੈਗੀ ਆ ਭਾਸ਼ਾ ਦੇ ਆਧਾਰ 'ਤੇ ਸੂਬੇ ਬਣਾਉਣੇ, ਇਹ ਵੱਖਰਾ ਕਿੱਦਾਂ ਆ? ਜਿਹੜਾ ਭਾਸ਼ਾ ਦੇ ਆਧਾਰ 'ਤੇ ਜਿਹੜੇ ਫਰਕ ਹੈਗੇ ਆ ਉਹੀ ਤਾਂ ਜਿਹੜੇ ਬੁਨਿਆਦੀ ਤੌਰ 'ਤੇ ਜਿਹੜੇ ਹੈਗੇ ਆ ਤੁਹਾਡੇ ਸੱਭਿਆਚਾਰ ਦੇ ਵਿੱਚ ਅੰਤਰ ਹੁੰਦਾ ਆ, ਅਤੇ ਇਹਦੇ ਵਿੱਚ ਫਿਰ ਫਰਕ ਤਾਂ ਰਿਹਾ ਹੀ ਨਹੀਂ, ਉਹ ਇੱਕੋ ਹੀ ਚੀਜ਼ ਹੈਗੀ ਆ। ਉਹ ਉਹਨੂੰ ਕਹਿ ਰਹੇ ਸੀਗੇ ਭਾਸ਼ਾ ਦੇ ਆਧਾਰ 'ਤੇ, ਇਹ ਕਹਿ ਰਹੇ ਸੀਗੇ ਸੱਭਿਆਚਾਰ ਦੇ ਆਧਾਰ 'ਤੇ, ਚੀਜ਼ ਤਾਂ ਉਹੀ ਹੈਗੀ ਹੈ, ਅਤੇ ਇਹਦੇ ਵਿੱਚ ਜ਼ਿਆਦਾ ਜਿਹੜਾ ਫਰਕ ਆ ਨਹੀਂ ਆਉਂਦਾ ਹੈਗਾ। ਅਤੇ ਆਹ ਜਿਹੜੀ ਸਟੇਟਸ ਉੱਪਰ 20 ਸਟੇਟਸ ਸੀਗੀਆਂ, ਇਸ ਤਰ੍ਹਾਂ ਕਾਂਗਰਸ ਨੇ ਕਿਹਾ ਸੀਗਾ ਵੀ ਜਿਹੜੀਆਂ ਸਟੇਟਸ ਬਣਾ ਦਿੱਤੀਆਂ ਜਾਣ। ਇਹਦੇ ਵਿੱਚ ਹੈਗਾ ਸੀਗਾ ਵੀ ਪ੍ਰੋਵਿੰਸ, ਫਿਰ ਜਿਹੜੀ ਭਾਸ਼ਾ ਕਿਹੜੀ ਬੋਲੀ ਜਾਂਦੀ ਹੈ ਅਤੇ ਉਹਨਾਂ ਦੇ ਹੈੱਡਕੁਆਟਰ ਜਿਹੜੇ ਸੀਗੇ, ਜਿੱਦਾਂ ਅਜਮੇਰ 'ਚ ਹਿੰਦੁਸਤਾਨੀ ਬੋਲੀ ਜਾਂਦੀ ਸੀ, ਆਂਧਰਾ ਵਿੱਚ ਤੇਲਗੂ, ਅਸਾਮ 'ਚ ਅਸਮੀ, ਬਿਹਾਰ ਦੇ ਵਿੱਚ ਹਿੰਦੁਸਤਾਨੀ, ਬੰਗਾਲ ਦੇ ਵਿੱਚ ਬੰਗਾਲੀ, ਬੰਬੇ ਦੇ ਵਿੱਚ ਮਰਾਠੀ ਗੁਜਰਾਤੀ, ਦਿੱਲੀ ਦੇ ਵਿੱਚ ਹਿੰਦੁਸਤਾਨੀ, ਗੁਜਰਾਤ ਦੇ ਵਿੱਚ ਗੁਜਰਾਤੀ, ਕਰਨਾਟਕਾ ਦੇ ਵਿੱਚ ਕੰਨੜ, ਕੇਰਲਾ ਦੇ ਵਿੱਚ ਮਲਿਆਲਮ, ਮਹਾਕੋਸ਼ਲ ਦੇ ਵਿੱਚ ਹਿੰਦੁਸਤਾਨੀ, ਮਹਾਰਾਸ਼ਟਰ ਵਿੱਚ ਮਰਾਠੀ, ਨਾਗਪੁਰ ਦੇ ਵਿੱਚ ਮਰਾਠੀ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਵਿੱਚ ਪੁਸ਼ਤੂ, ਪੰਜਾਬ ਦੇ ਵਿੱਚ ਪੰਜਾਬੀ, ਸਿੰਧ ਦੇ ਵਿੱਚ ਸਿੰਧੀ, ਤਮਿਲਨਾਡੂ ਦੇ ਵਿੱਚ ਤਮਿਲ, ਯੂਨਾਈਟਿਡ ਪ੍ਰੋਵਿੰਸ ਦੇ ਵਿੱਚ ਹਿੰਦੁਸਤਾਨੀ, ਅਤੇ ਆਪਣੇ ਉਤਕਲ ਦੇ ਵਿੱਚ ਉੜੀਆ ਬੋਲੀ ਜਾਂਦੀ ਸੀਗੀ। ਅਤੇ ਇਸ ਤਰ੍ਹਾਂ ਇਹਨਾਂ ਨੇ ਜਿਹੜੇ ਸੀਗੇ, ਔਰ ਵਿਦਰਭਾ ਵਿੱਚ ਜਿਹੜਾ ਸੀਗਾ ਮਰਾਠੀ ਬੋਲੀ ਜਾਂਦੀ ਸੀਗੀ। ਇਹ ਜਿਹੜਾ ਪ੍ਰਸਤਾਵ ਸੀਗਾ ਕਾਂਗਰਸ ਦਾ ਸੀਗਾ ਵੀ ਸਾਡੀ ਜਿਹੜੀ ਭਾਸ਼ਾ ਦੇ ਆਧਾਰ 'ਤੇ 20 ਸਟੇਟਸ ਬਣਾ ਦਿੱਤੀਆਂ ਜਾਣ। ਅਤੇ ਪਰ ਇਹਨਾਂ ਨੇ ਜਿਹੜਾ ਪੂਰਾ ਮੁੱਦਾ ਜਿਹੜਾ ਸੀਗਾ ਆਪਣਾ, ਜਾਂ ਪੂਰਾ ਜਿਹੜਾ ਸਿਧਾਂਤਕ ਇਹਨਾਂ ਦਾ ਪੱਖ ਸੀਗਾ ਉਹ ਰੱਖਿਆ ਸੀਗਾ ਇਹਨਾਂ ਨੇ ਭਾਸ਼ਾ ਦੇ ਆਧਾਰ 'ਤੇ। ਉਹਦੇ ਵਿੱਚ ਇਹ ਬਿਲਕੁਲ ਹੀ ਇਹਨਾਂ ਨੇ ਨਜ਼ਰ ਅੰਦਾਜ਼ ਕਰਤਾ ਹੈਗਾ ਵੀ ਕਿੰਨਾ ਉਹਨਾਂ ਦਾ ਖਰਚਾ ਹੈ, ਕਿੰਨੀ ਆਮਦਨੀ ਹੈਗੀ ਹੈ ਸਟੇਟ ਦੀ, ਕਿੰਨੀ ਜਨਸੰਖਿਆ ਹੈਗੀ ਹੈ, ਅਤੇ ਕਿੰਨਾ ਖੇਤਰਫਲ ਹੈ, ਵੀ ਕੀ ਇੱਥੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਸਰਕਾਰ ਜਾਂ ਇਹ ਜਿਹੜੀ ਰਾਜ ਸਰਕਾਰ ਹੈਗੀ ਆ ਬਣੇਗੀ ਇੱਥੇ, ਉਹ ਇੱਕ ਨਾਗਰਿਕ ਨੂੰ ਜਿਹੜੇ ਸਾਰੀ ਸਹੂਲਤਾਂ ਮੁਹੱਈਆ ਕਰਾਉਣ ਦੇ ਵਿੱਚ ਕਾਮਯਾਬ ਹੋ ਸਕਦੀ ਕਿ ਨਹੀਂ ਹੋ ਸਕਦੀ, ਇਹ ਚੀਜ਼ਾਂ ਦਾ ਬਿਲਕੁਲ ਧਿਆਨ ਨਹੀਂ ਦਿੱਤਾ ਇਹਨਾਂ ਨੇ। ਅਤੇ ਇਸ ਵਿੱਚ ਕਹਿੰਦੇ ਵੀ ਹੁਣ ਇੱਕ ਚੀਜ਼ ਤਾਂ ਹੋ ਗਈ ਹੈ ਵੀ ਜਿਸ ਤਰ੍ਹਾਂ ਕਾਂਗਰਸ ਨੇ ਮੰਗ ਕੀਤੀ ਸੀਗੀ ਵੀ ਜਿਹੜੇ ਭਾਸ਼ਾ ਦੇ ਆਧਾਰ 'ਤੇ ਵੱਖਰੇ ਸੂਬੇ ਹੋਣੇ ਚਾਹੀਦੇ ਆ, ਇਹ ਤਾਂ ਇੱਕ ਹੁਣ ਸੱਚਾਈ ਬਣ ਚੁੱਕੀ ਹੈਗੀ ਆ। ਔਰ ਬਾਕੀ ਜਿਹੜੇ ਸਟੇਟਸ ਹੈਗੇ ਉਹਨਾਂ ਨੇ ਮੰਗਾਂ ਵੀ ਆਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈ। ਇਹ ਜਿਹੜੀ ਭਾਸ਼ਾ ਦੇ ਆਧਾਰ 'ਤੇ ਜਿਹੜੀ ਮੰਗ ਹੈਗੀ ਆ, ਇਹਦੇ ਵਿੱਚ ਔਰ ਸੱਭਿਆਚਾਰ ਦੇ ਆਧਾਰ 'ਤੇ ਜਿਹੜੀ ਆ ਵੱਖਰੇ ਸੂਬੇ ਦੀ ਮੰਗ, ਇਹਦੇ ਵਿੱਚ ਕੋਈ ਅੰਤਰ ਨਹੀਂ ਹੈਗਾ। ਇਹ ਅਸਲ ਵਿੱਚ ਇੱਕੋ ਹੀ ਚੀਜ਼ ਹੈਗੀ ਆ। ਇਹ ਬਾਬਾ ਸਾਹਿਬ ਦੱਸਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਅਤੇ ਤਾਂ ਉਹ ਇਹੀ ਕਹਿ ਰਿਹਾ ਵੀ ਪਾਕਿਸਤਾਨ ਦੀ ਮੰਗ ਔਰ ਇਹਨਾਂ ਦੀ ਮੰਗ ਦੇ ਵਿੱਚ ਫਰਕ ਕੀ ਹੈ, ਦੋਨੇ ਤਾਂ ਕੋਈ ਚੀਜ਼ਾਂ ਹੈਗੀਆਂ ਅਸਲ ਵਿੱਚ ਦੇਖਿਆ ਜਾਵੇ ਤਾਂ। ਇਹ ਹੈਗਾ 1940 ਦੇ ਵਿੱਚ ਮੁਹੰਮਦ ਅਲੀ ਜਿੰਨਾ ਦਾ ਜਿਹੜਾ ਸੀਗਾ ਉਹਦੀ ਸਪੀਚ। ਇਹ ਆਪਾਂ ਸਕਿਪ ਕਰ ਲਾਂਗੇ, ਇਹ ਬੁੱਕ ਵਿੱਚ ਹੈ ਨਹੀਂ ਹੈ, ਇਹ ਵੈਸੇ ਮੈਂ ਆਪਣੇ ਕੋਲੰਬੀਆ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਲੱਭੀ ਸੀਗੀ। ਜੇ ਕੋਈ ਸਾਥੀ ਚਾਹੁੰਦਾ ਤਾਂ ਆਪਾਂ ਭੇਜ ਸਕਦੇ ਹੈਗੇ ਵੀ ਕੀ ਕਿਹਾ ਸੀਗਾ ਮੁਹੰਮਦ ਅਲੀ ਜਿੰਨਾ ਨੇ ਉਸ ਟਾਈਮ। ਅਤੇ ਚੈਪਟਰ 2 ਜਿਹੜਾ ਹੈਗਾ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਅ ਨੇਸ਼ਨ ਕਾਲਿੰਗ ਫॉर ਅ ਹੋਮ, ਭਾਵ ਇੱਕ ਰਾਸ਼ਟਰ ਘਰ ਦੀ ਮੰਗ ਕਰ ਰਿਹਾ ਹੈ। ਅਤੇ ਇਹਦੇ ਵਿੱਚ ਕਹਿੰਦੇ ਆ ਵੀ ਆਪਾਂ ਜਿਹੜਾ ਵੱਖਰਾ ਪਾਕਿਸਤਾਨ ਬਣਾਉਣਾ ਸੀਗਾ, ਉਹਨਾਂ ਦੇ ਜਿਹੜੇ ਕਈ ਤਰ੍ਹਾਂ ਦੇ ਉਹਨਾਂ ਦੇ ਆਧਾਰ ਸੀਗੇ। ਇੱਕ ਸੀਗਾ ਪ੍ਰਸ਼ਾਸਨਿਕ ਆਧਾਰ ਸੀਗਾ ਅਤੇ ਇੱਕ ਸੱਭਿਆਚਾਰਕ ਆਧਾਰ ਸੀਗਾ। ਇਹ ਮੁੱਖ ਆਧਾਰ ਇਹੀ ਸੀਗੇ ਵੀ ਜਿਨ੍ਹਾਂ 'ਤੇ ਉਹ ਚਾਹੁੰਦੇ ਸੀਗੇ ਵੀ ਜਿਹੜਾ ਸਾਡਾ ਅਲੱਗ ਰਾਸ਼ਟਰ ਬਣਾਇਆ ਜਾਵੇ, ਸਾਨੂੰ ਅਲੱਗ ਘਰ ਚਾਹੀਦਾ ਆ, ਅਤੇ ਅਲੱਗ ਇੱਕ ਇੱਕ ਸਟੇਟ ਬਣਾਈ ਜਾਵੇ ਸਾਡੀ। ਅਤੇ ਹੁਣ ਹਿੰਦੂਆਂ ਨੇ ਸਵਾਲ ਕੀ ਉਠਾਇਆ ਹੈ, ਹਿੰਦੂ ਕੀ ਕਹਿੰਦੇ ਸੀਗੇ ਵੀ ਇੱਦਾਂ ਦੀ ਕਿਹੜੀ ਗੱਲ ਹੋ ਗਈ ਵੀ ਜਿਹੜੀ ਹੈਗੀ ਆ ਮੁਸਲਮਾਨ ਜਿਹੜੇ ਹੈਗੇ ਆ ਜਿਹੜਾ ਹੁਣ ਆਪਣੇ ਆਪ ਨੂੰ ਅਲੱਗ ਕਰਨਾ ਚਾਹੁੰਦੇ ਹੈਗੇ ਆ। ਅਤੇ ਇਹ ਤਾਂ ਇਸ ਤਰ੍ਹਾਂ ਉਦਾਹਰਨ ਦੇ ਰਿਹਾ ਵੀ ਹੁਣ ਇਹ ਜਿਹੜਾ ਲੀਗਲ ਡਿਵੋਰਸ ਚਾਹੁੰਦੇ ਹੈਗੇ ਆ,
ਤਲਾਕ ਚਾਹੁੰਦੇ ਆ ਪਾਕਿਸਤਾਨ ਔਰ ਹਿੰਦੁਸਤਾਨ ਦੇ ਵਿੱਚ, ਵੀ ਇੱਧਰ ਹੀ ਕੀ ਲੋੜ ਪੈ ਗਈ ਹੈਗੀ ਆ। ਇਸ ਤਰ੍ਹਾਂ ਹਿੰਦੂ ਜਿਹੜੇ ਸੀ ਮੁਸਲਮਾਨਾਂ ਨੂੰ ਸਵਾਲ ਕਰਦੇ ਹੁੰਦੇ ਸੀਗੇ। ਪਰ ਇਹਦਾ ਆਨਸਰ ਜਿਹੜਾ ਉੱਪਰ ਜਿਸ ਤਰ੍ਹਾਂ ਪ੍ਰਸਤਾਵ ਆਲ ਇੰਡੀਆ ਮੁਸਲਿਮ ਲੀਗ ਨੇ ਪਾਇਆ ਸੀ, ਉਹਦੇ ਵਿੱਚ ਬੜਾ ਕਲੀਅਰ ਪ੍ਰਸਤਾਵ ਹੈਗਾ ਆ। ਉਹਨਾਂ ਨੇ ਦੱਸ ਦਿੱਤਾ ਹੈ ਵੀ ਜਿਹੜੇ ਮੁਸਲਮਾਨ ਹੈਗੇ ਆ ਉਹ ਇੱਕ ਵੱਖਰਾ ਰਾਸ਼ਟਰ ਬਣਾਉਂਦੇ ਆ, ਤੇ ਇਹੀ ਉਹਨਾਂ ਦੀ ਮੰਗ ਸੀਗੀ। ਕਲੀਅਰ ਸੀਗਾ ਵੀ ਜਿਹੜਾ ਵੱਖਰਾ ਰਾਸ਼ਟਰ ਹੈਗਾ ਉਹਨੂੰ ਇਹ ਹੱਕ ਹੈਗਾ ਵੀ ਉਹ ਆਪਣਾ ਅਲੱਗ ਸਟੇਟ ਦੇ ਵਿੱਚ ਰਹਿ ਸਕਦਾ ਹੈ ਤੇ ਆਪਣੀ ਇੱਕ ਇੰਡੀਪੈਂਡੈਂਟ ਸਟੇਟ ਬਣਾ ਸਕਦਾ ਹੈਗਾ ਹੈ। ਤੇ ਇਹ ਜਿਹੜੀ ਮੰਗ ਸੀਗੀ ਮੁਸਲਮਾਨ ਲੀਗ ਦੇ ਵਿੱਚ ਜਦੋਂ ਕਹੀ ਗਈ ਸੀਗੀ, ਲੋਕਾਂ ਨੇ ਇਹਦਾ ਬੜਾ ਇੱਕ ਤਾਂ ਨਾਰਾਜ਼ਗੀ ਜਤਾਈ, ਦੂਜਾ ਬੜਾ ਮਜ਼ਾਕ ਉਡਾਇਆ ਹਿੰਦੂਆਂ ਨੇ ਖਾਸ ਕਰਕੇ। ਤੇ ਹੁਣ ਸਵਾਲ ਇਹ ਆਉਂਦਾ ਇਹਦੇ ਵਿੱਚ ਵੀ ਜਿਹੜਾ ਹੈਗਾ ਆ ਵੀ ਕੀ ਭਾਰਤ ਜਿਹੜਾ ਹੈਗਾ ਇੱਕ ਰਾਸ਼ਟਰ ਹੈ? ਇਹ ਬਹੁਤ ਵੱਡਾ ਸਵਾਲ ਹੈਗਾ ਹੈ। ਤੇ ਸ਼ੁਰੂ ਤੋਂ ਹੀ ਜਦੋਂ ਕਾਂਗਰਸ ਬਣੀ ਹੈ ਨਾ, ਤੇ ਉਦੋਂ ਤੋਂ ਲੈ ਕੇ ਅੱਜ ਤੱਕ 1945 ਤੱਕ ਵੀ ਕਹਿੰਦੇ ਵੀ ਜਿਹੜੇ ਐਂਗਲੋ ਇੰਡੀਅਨ ਸੀਗੇ ਉਹਨਾਂ ਦਾ ਇਹੀ ਕਹਿਣਾ ਸੀਗਾ ਵੀ ਜਿਹੜੇ ਇੰਡੀਆ ਹੈਗਾ ਉਹ ਇੱਕ ਰਾਸ਼ਟਰ, ਭਾਰਤ ਜਿਹੜਾ ਇੱਕ ਰਾਸ਼ਟਰ ਨਹੀਂ ਹੈਗਾ। ਇੱਥੋਂ ਦੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਦਾ ਜਿਹੜਾ ਇੱਕ ਕਹਿ ਸਕਦੇ ਆ ਵੀ ਆਪਾਂ ਸਮੂਹ ਹੈਗਾ ਆ, ਵੀ ਭਾਰਤ ਦੇ ਵਿੱਚ ਰਹਿਣ ਵਾਲੇ ਲੋਕੀ ਇੱਥੇ ਇਸ ਏਰੀਆ ਵਿੱਚ ਰਹਿੰਦੇ ਆ, ਤੇ ਇਸ ਕਰਕੇ ਇਹਨੂੰ ਭਾਰਤ ਕਹਿੰਦੇ ਆ। ਭਾਰਤ ਨੂੰ ਇੱਕ ਰਾਸ਼ਟਰ ਨਹੀਂ ਕਹਿ ਸਕਦੇ। ਜਿੱਦਾਂ ਆਪਾਂ ਉੱਪਰ ਦੇਖਿਆ ਸੀਗਾ ਵੀ ਪਿਛਲੀ ਵਾਰ ਗੱਲ ਕਰਕੇ ਹਟੇ ਸੀ, ਉਹ ਰਾਸ਼ਟਰ ਕੀ ਹੁੰਦਾ। ਪਰ ਹਿੰਦੂ ਕੀ ਕਹਿੰਦੇ ਸੀਗੇ? ਹਿੰਦੂ ਕਹਿੰਦੇ ਸੀਗੇ ਵੀ ਭਾਰਤ ਇੱਕ ਰਾਸ਼ਟਰ ਹੈਗਾ ਆ। ਇੱਥੋਂ ਤੱਕ ਜਿਹੜਾ ਟੈਗੋਰ ਸੀਗਾ ਬੰਗਾਲ ਦਾ, ਉਹ ਵੀ ਉਹਦਾ ਵੀ ਇਹੀ ਮੰਨਣਾ ਸੀਗਾ ਵੀ ਜਿਹੜਾ ਭਾਰਤ ਹੈਗਾ ਆ ਉਹ ਇੱਕ ਰਾਸ਼ਟਰ ਨਹੀਂ ਹੈਗਾ। ਪਰ ਜਿਹੜੇ ਉਸ ਟਾਈਮ ਸਾਰਾ ਕੁਝ ਜਿਹੜਾ ਸੀਗਾ ਗਾਂਧੀ ਦੇ ਹੇਠਾਂ ਸੀਗਾ, ਔਰ ਗਾਂਧੀ ਨੇ ਜਿਹੜਾ ਲੋਕਾਂ ਦੀ ਜਿਹੜੀ ਮਾਨਸਿਕਤਾ ਜਾਂ ਸੋਚ ਇੱਕ ਜਗ੍ਹਾ ਇੱਕ ਪਾਸੇ ਕਰ ਦਿੱਤੀ ਸੀਗੀ। ਤੇ ਇਸ ਕਰਕੇ ਜਿਹੜਾ ਸੀਗਾ ਵੀ ਜੇ ਤੁਸੀਂ ਕੋਈ ਤਰਕ ਵਾਲੀ ਗੱਲ ਵੀ ਕਰਦੇ ਸੀਗੇ, ਜਿੱਦਾਂ ਟੈਗੋਰ ਵੀ ਕਹਿ ਰਿਹਾ ਵੀ ਇੱਕ ਰਾਸ਼ਟਰ ਨਹੀਂ ਸੀਗਾ, ਤੇ ਉਹਨੂੰ ਵੀ ਉਹ ਕਹਿੰਦੇ ਸੀਗੇ ਵੀ ਇਹ ਬੰਦਾ ਗਲਤ ਹੈਗਾ ਆ। ਤੇ ਹੁਣ ਅੱਗੇ ਸਵਾਲ ਇਹ ਉੱਠਦਾ, ਹੁਣ ਹਿੰਦੂ ਜਿਹੜੇ ਸੀਗੇ ਉਹ ਰਾਸ਼ਟਰ ਬਾਰ-ਬਾਰ ਇਹ ਚੀਜ਼ ਨੂੰ ਕਿਉਂ ਕਹਿੰਦੇ ਸੀਗੇ, ਔਰ ਇਹ ਚੀਜ਼ ਨੂੰ ਕਿਉਂ ਨਹੀਂ ਮੰਨਦੇ ਸੀਗੇ ਵੀ ਜਿਹੜਾ ਭਾਰਤ ਇੱਕ ਰਾਸ਼ਟਰ ਨਹੀਂ ਹੈਗਾ? ਇਹਨਾਂ ਨੇ ਕਦੀ ਵੀ ਨਹੀਂ ਮੰਨਿਆ ਹੈਗਾ। ਇਹਦੇ ਪਿੱਛੇ ਵੀ ਜਿਹੜਾ ਕਾਰਨ ਹੈਗਾ ਉਹ ਆਪਾਂ ਅੱਗੇ ਦੇਖਾਂਗੇ। ਦੋ ਜਿਹੜੇ ਮੁੱਖ ਕਾਰਨ ਇੱਕ ਇਹ ਹੈਗੇ ਆ। ਪਹਿਲਾ ਆਪਣੇ ਇਹਦੇ ਵਿੱਚ ਜਿਹੜਾ ਹੈਗਾ ਆ, ਪਹਿਲਾ ਕਾਰਨ ਬਾਬਾ ਸਾਹਿਬ ਦੱਸਦੇ ਹੈਗੇ ਆ ਵੀ ਜਿਹੜੇ ਹਿੰਦੂ ਸੀਗੇ ਉਹ ਬੜੇ ਹੀ ਸ਼ਰਮ ਮਹਿਸੂਸ ਕਰਦੇ ਸੀਗੇ ਵੀ ਜਦੋਂ ਉਹਨਾਂ ਨੂੰ ਇਹ ਕਹਿਣਾ ਪੈਂਦਾ ਸੀਗਾ ਵੀ ਭਾਰਤ ਜਿਹੜਾ ਹੈਗਾ ਇੱਕ ਰਾਸ਼ਟਰ ਨਹੀਂ ਹੈਗਾ, ਕਿਉਂਕਿ ਉਹ ਕੀ ਸਮਝਦੇ ਸੀਗੇ ਵੀ ਜਿਹੜਾ ਰਾਸ਼ਟਰਤਾ ਹੈਗੀ ਆ ਤੇ ਰਾਸ਼ਟਰਵਾਦ ਹੈਗਾ ਆ ਉਹ ਲੋਕਾਂ ਦਾ ਇੱਕ ਵਿਸ਼ੇਸ਼ ਗੁਣ ਹੈਗਾ ਆ। ਤੇ ਜਦੋਂ ਉਹਨਾਂ ਤੋਂ ਜੇ ਉਹ ਕਹਿੰਦੇ ਆ ਵੀ ਭਾਰਤ ਜਿਹੜਾ ਹੈਗਾ ਇੱਕ ਰਾਸ਼ਟਰ ਨਹੀਂ ਹੈਗਾ, ਤੇ ਉਹਨਾਂ ਨੂੰ ਇੱਦਾਂ ਲੱਗਦਾ ਵੀ ਇਹ ਗੁਣ ਜਿਹੜੇ ਉਹਨਾਂ ਦੇ ਵਿੱਚ ਨਹੀਂ ਹੈਗੇ, ਤੇ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰਦੇ ਦੁਨੀਆ ਸਾਹਮਣੇ। ਤੇ ਇਸ ਕਰਕੇ ਉਹ ਕਦੀ ਵੀ ਇਹ ਚੀਜ਼ ਮਨਾ ਨਹੀਂ ਕਰਦੇ ਸੀਗੇ ਵੀ ਭਾਰਤ ਜਿਹੜਾ ਹੈਗਾ ਇੱਕ ਰਾਸ਼ਟਰ ਨਹੀਂ ਹੈਗਾ। ਤੇ ਦੂਸਰਾ ਕਾਰਨ ਜਿਹੜਾ ਸੀਗਾ ਉਹ ਇਹ ਸੀਗਾ ਇਹਦੇ ਵਿੱਚ ਆਪਣੇ ਜਿਹੜਾ ਹੁਣ ਇੱਕ ਰਾਸ਼ਟਰਤਾ ਹੈਗੀ ਨਾ, ਜਿਹੜੀ ਨੈਸ਼ਨੈਲਿਟੀ ਆ, ਇਹਦਾ ਜਿਹੜਾ ਸਿਧਾਂਤ ਹੈਗਾ ਆ, ਇਹਦਾ ਲਿੰਕ ਹੈਗਾ ਆ ਸੈਲਫ ਗਵਰਨਮੈਂਟ ਨਾਲ। ਕੋਈ ਵੀ ਰਾਸ਼ਟਰ ਜਿਹੜਾ ਹੈਗਾ ਆ ਉਹ ਇੱਕ ਇਹ ਚੀਜ਼ ਜਿਹੜੀ ਹੈਗੀ ਆ ਕਲੇਮ ਕਰ ਸਕਦਾ ਹੈ ਵੀ ਮੈਂ ਆਪਣੀ ਜਿਹੜੀ ਆ ਇੱਕ ਅਲੱਗ ਸਟੇਟ ਬਣਾਉਣੀ ਆ, ਆਪਣੀ ਅਲੱਗ ਇੱਕ ਗਵਰਨਮੈਂਟ ਬਣਾਉਣੀ ਆ, ਜਿੱਥੇ ਕਿ ਮੈਂ ਆਪਣੇ ਲੋਕਾਂ ਦੁਆਰਾ ਆਪਣੀ ਸਰਕਾਰ ਬਣਾਵਾਂ। ਤੇ ਇਹਦੇ ਨਾਲ ਇਹ ਜਿਹੜਾ ਲਿੰਕ ਸੀਗਾ ਵੀ ਜੇ ਨੇਸ਼ਨ ਕਹਿੰਦੇ ਹੈਗੇ, ਜਿੱਥੇ ਨੈਸ਼ਨੈਲਿਟੀ ਜਿਹੜੀ ਮਾਨਤਾ ਹੈਗੀ ਆ, ਇਸ ਚੀਜ਼ ਦੇ ਵਿੱਚ ਕੀ ਹੈਗਾ ਵੀ ਉਹ ਜਿਹੜੀ ਸਟੇਟ ਹੈਗੀ ਆ ਤੇ ਉਹਨਾਂ ਨੂੰ ਇਹ ਚੀਜ਼ ਦੇ ਵਿੱਚ ਕਹਿ ਸਕਦੇ ਸੀ ਵੀ ਪ੍ਰਮਾਣਤਾ ਜਿਹੜੀ ਸੀਗੀ ਮਿਲਦੀ ਸੀਗੀ ਵੀ ਉਹ ਆਪਣੀ ਜਿਹੜੀ ਸਵੈ ਸਰਕਾਰ ਬਣਾ ਸਕਦੇ ਸੀਗੇ। ਤੇ ਦੂਸਰਾ ਇਹਦੇ ਵਿੱਚ ਜਿਹੜਾ ਆਪਣੇ ਦੂਸਰਾ ਕਾਰਨ ਦਾ ਅਗਲਾ ਹਿੱਸਾ ਸੀਗਾ ਉਹ ਇਹ ਸੀਗਾ ਵੀ ਇਸੇ ਕਰਕੇ ਜਿਹੜਾ ਸੀਗਾ ਉਹਨਾਂ ਨੂੰ, ਕਿਉਂਕਿ ਉਹ ਜਿਹੜਾ ਹਿੰਦੂ ਸੀਗੇ ਦੁਨੀਆ ਮੋਹਰੇ ਕਹਿੰਦੇ ਸੀਗੇ ਅਸੀਂ ਰਾਸ਼ਟਰ ਹੈਗੇ ਅਸੀਂ ਰਾਸ਼ਟਰ ਹੈਗੇ, ਔਰ ਇਹੀ ਚੀਜ਼ ਤੇ ਅੜੇ ਰਹਿੰਦੇ ਸੀਗੇ ਉਹ, ਕਿਉਂਕਿ ਇਸੇ ਚੀਜ਼ ਨੂੰ ਲੈ ਕੇ ਉਹ ਇਹ ਮੰਗ ਕਰ ਸਕਦੇ ਸੀਗੇ ਵੀ ਅਸੀਂ ਆਪਣੀ ਸਵੈ ਸਰਕਾਰ ਸਵਰਾਜ ਲਿਆਉਣਾ ਹੈਗਾ ਆ। ਤੇ ਇਹਦੇ ਵਿੱਚ ਇਹ ਵੀ ਸੀਗਾ ਵੀ ਜਿਹੜੇ ਕਾਂਗਰਸ ਦੇ ਨਾਲ ਜਾਂ ਗਾਂਧੀ ਪਾਰਟੀ ਦੇ ਵਿੱਚ ਜਿਹੜੇ ਚਲੇ ਗਏ ਸੀਗੇ ਉਹਨਾਂ ਦਾ, ਕਿਉਂਕਿ ਆਪਣੇ ਆਪ ਨੂੰ ਉਹ ਸਾਰੇ ਦੇ ਸਾਰੇ ਦੇਸ਼ ਭਗਤ ਖਿਲਾਉਣ ਲੱਗ ਪਏ ਸੀਗੇ, ਤੇ ਉਹ ਜਿਹੜੇ ਸੀਗੇ ਬੜੇ ਕੱਟੜ ਸੀਗੇ, ਇਸ ਚੀਜ਼ ਨੂੰ ਪੱਕਾ ਰੱਖ ਕੇ ਚੱਲਦੇ ਸੀਗੇ ਭਾਰਤ ਇੱਕ ਰਾਸ਼ਟਰ ਹੈਗਾ ਔਰ ਸਾਨੂੰ ਸਰਕਾਰ ਬਣਾਉਣ ਦਾ ਹੱਕ ਪੂਰਾ
ਮਿਲਣਾ ਚਾਹੀਦਾ, ਇਹਨੂੰ ਪ੍ਰਮਾਣਤਾ ਮਿਲਣੀ ਚਾਹੀਦੀ ਹੈਗੀ ਆ। ਇਹ ਜਿਹੜੀਆਂ ਦੋ ਚੀਜ਼ਾਂ ਸੀਗੀਆਂ, ਇਸ ਕਰਕੇ ਉਹ ਕਦੀ ਵੀ ਇਹ ਮੰਨਦੇ ਨਹੀਂ ਸੀਗੇ ਵੀ ਭਾਰਤ ਰਾਸ਼ਟਰ ਨਹੀਂ ਹੈਗਾ। ਇਹ ਜਿਹੜੀਆਂ ਦੋ ਚੀਜ਼ਾਂ ਹੈਗੀਆਂ, ਇੱਕ ਜਿਹੜੀ ਉਹਨਾਂ ਦਾ ਕਲੇਮ ਹੈਗਾ ਸੈਲਫ ਗਵਰਨਮੈਂਟ ਲਈ, ਦੂਜਾ ਉਹਨਾਂ ਨੂੰ ਜਿਹੜੀ ਸ਼ਰਮ ਮਹਿਸੂਸ ਹੁੰਦੀ ਸੀਗੀ। ਇਹ ਦੋ ਕਾਰਨ ਸੀਗੇ ਵੱਡੇ ਵੱਡੇ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਆਉਂਦਾ ਹੈਗਾ ਆ, ਇਹਦੇ ਵਿੱਚ ਜਿਹੜੇ ਕਾਲਜ ਦੇ ਸਟੂਡੈਂਟ ਸੀਗੇ ਉਹਨਾਂ ਨੇ ਵੀ ਬਹੁਤ ਪ੍ਰਚਾਰ ਕੀਤਾ ਇਸ ਚੀਜ਼ ਦਾ ਵੀ ਜਿਹੜਾ ਸਾਡਾ ਵੱਖਰੀ ਜਿਹੜੀ ਹੈਗੀ ਹੈ, ਅਸੀਂ ਇੱਕ ਨੇਸ਼ਨ ਹੈਗੇ ਆ ਤੇ ਸਾਡੀ ਜਿਹੜੀ ਮੰਗ ਹੈਗੀ ਹੈ ਵੀ ਸਾਨੂੰ ਸੈਲਫ ਗਵਰਨਮੈਂਟ ਦਿੱਤੀ ਜਾਵੇ, ਅਸੀਂ ਆਪਣੀ ਗਵਰਨਮੈਂਟ ਆਪ ਬਣਾਈਏ, ਸਾਨੂੰ ਆਪਣਾ ਸਵਰਾਜ ਦਿੱਤਾ ਜਾਵੇ। ਤੇ ਪਰ ਉਸ ਟਾਈਮ ਦੇ ਜਿਹੜੇ ਸਮਾਜ ਸੁਧਾਰਕ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਇਹ ਇਹਨਾਂ ਦਾ ਇੱਕ ਬਹੁਤ ਖਤਰਨਾਕ ਭੁਲੇਖਾ ਹੈ ਜਾਂ ਵਹਿਮ ਹੈ। ਤੇ ਜੇ ਕੋਈ ਵੀ ਉਸ ਟਾਈਮ ਚੈਲੰਜ ਕਰਦਾ ਹੁੰਦਾ ਸੀਗਾ ਇਹਨਾਂ ਨੂੰ, ਕਾਂਗਰਸ ਨੂੰ, ਜਾਂ ਜਿੰਨੇ ਵੀ ਇਹ ਜਿਹੜੇ ਦੇਸ਼ ਭਗਤ ਆਪਣੇ ਆਪ ਨੂੰ ਦੇਸ਼ ਭਗਤ ਕਹਿਲਾਉਣ ਵਾਲੇ ਲੋਕ ਸੀਗੇ, ਉਹ ਕੀ ਕਰਦੇ ਸੀਗੇ, ਉਹ ਉਹਨਾਂ ਲੋਕਾਂ ਨੂੰ ਕੀ ਕਹਿੰਦੇ ਸੀਗੇ ਵੀ ਇਹ ਕਹਿੰਦੇ ਦੇਸ਼ ਵਿਰੋਧੀ ਹੈ, ਇਹ ਬ੍ਰਿਟਿਸ਼ ਸਰਕਾਰ ਦੇ ਜਿਹੜੇ ਚਮਚੇ ਹੈਗੇ ਆ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਲਈ ਕਰਦੇ ਹੁੰਦੇ ਸੀਗੇ। ਤੇ ਇਸ ਤਰ੍ਹਾਂ ਦਾ ਜਦੋਂ ਮਾਹੌਲ ਸੀਗਾ ਉਹਦੇ ਵਿੱਚ 1940 ਦੇ ਵਿੱਚ ਜਦੋਂ ਮੁਸਲਮਾਨਾਂ ਨੇ ਇਹ ਮੰਗ ਰੱਖੀ, ਤੇ ਇਹ ਇੱਕ ਬਹੁਤ ਵੱਡਾ ਹਿੰਦੂ ਪੋਲੀਟੀਸ਼ੀਅਨਸ ਜਿਹੜੇ ਸੀਗੇ ਕਾਂਗਰਸ ਜਾਂ ਗਾਂਧੀ, ਇਹਨਾਂ ਦੇ ਬਹੁਤ ਇੱਕ ਵੱਡਾ ਪ੍ਰਹਾਰ ਸੀਗਾ। ਤੇ ਇਹ ਚੀਜ਼ ਜਿਹੜੀ ਇਹ ਝੱਲ ਨਹੀਂ ਸਕੇ, ਤੇ ਇਸ ਕਰਕੇ ਇਹਨਾਂ ਨੂੰ ਬੜਾ ਇਹਦੇ ਵਿੱਚ ਸਦਮਾ ਲੱਗਾ। ਇਹ ਤਾਂ ਕਹਿ ਰਹੇ ਵੀ ਜਿਹੜਾ ਸ਼ੌਕਿੰਗ ਚੀਜ਼ ਹੈਗੀ, ਇਹ ਸਦਮੇ ਤੋਂ ਉਹ ਬਾਹਰ ਨਹੀਂ ਆ ਸਕੇ। ਹੁਣ ਅੱਗੇ ਸਵਾਲ ਇਹ ਉੱਠਦਾ ਹੈਗਾ ਵੀ ਕੀ ਜਿਹੜੇ ਮੁਸਲਮਾਨ ਹੈਗੇ ਆ ਇੱਕ ਇਹ ਰਾਸ਼ਟਰ ਬਣਾਉਂਦੇ ਆ, ਤੇ ਇਹਦੀ ਜਿਹੜੀ ਗੱਲ ਆ ਗਈ ਵੀ ਅੱਗੇ ਇਹਦਾ ਜਿਹੜਾ ਆਨਸਰ ਉਹਦੇ ਦੇ ਸਕਦੇ ਜੇ ਆਪਾਂ ਨੂੰ ਪਤਾ ਹੋਵੇ ਵੀ ਰਾਸ਼ਟਰ ਕੀ ਹੈਗਾ ਆ। ਇਹਦੇ ਵਿੱਚ ਬਾਬਾ ਸਾਹਿਬ ਕਹਿੰਦੇ ਵੀ ਰਾਸ਼ਟਰ ਦੇ ਬਾਰੇ ਤਾਂ ਕਈ ਚੀਜ਼ਾਂ ਲੋਕਾਂ ਨੇ ਬਹੁਤ ਲਿਖਿਆ ਹੈਗਾ ਵੀ ਜੇ ਬੰਦਾ ਕੋਈ ਪੜ੍ਹਨਾ ਚਾਹੁੰਦਾ ਤੇ ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਬੇਸਿਕ ਕਨਸੈਪਟਸ ਕਲੀਅਰ ਕਰ ਸਕਦੇ ਆ। ਔਰ ਆਪਾਂ ਪਿਛਲੀ ਵਾਰ ਆਪਾਂ ਰਾਸ਼ਟਰ ਦੇ ਬਾਰੇ ਪੜ੍ਹਿਆ ਸੀਗਾ ਵੀ ਨੇਸ਼ਨ ਕਿਹਨੂੰ ਕਹਿੰਦੇ ਹੈਗੇ ਆ, ਤੇ ਉਹਨੂੰ ਹੀ ਅੱਗੇ ਵਧਾਉਂਦਿਆਂ ਹੋਇਆਂ ਦੱਸਦੇ ਹੈਗੇ ਬਾਬਾ ਸਾਹਿਬ ਵੀ ਜਿਹੜੀ ਨੈਸ਼ਨੈਲਿਟੀ ਹੈਗੀ ਆ, ਰਾਸ਼ਟਰਤਾ ਹੈਗੀ ਆ, ਇਹ ਇੱਕ ਜਿਹੜੀ ਆ ਸਮਾਜਿਕ ਭਾਵਨਾ ਆ, ਔਰ ਇਹ ਸਾਡੀ ਜਿਹੜੀ ਆ ਸਾਂਝੀ ਭਾਵਨਾ ਹੈਗੀ ਹੈ ਵੀ ਜੋ ਸਾਨੂੰ ਇਕੱਠਾ ਰੱਖਦੀ ਹੈ, ਵੀ ਸਾਨੂੰ ਇੱਕ ਇਹ ਚੀਜ਼ ਮਹਿਸੂਸ ਕਰਾਉਂਦੀ ਹੈਗੀ ਹੈ ਵੀ ਅਸੀਂ ਇੱਕੋ ਹੀ ਹੈਗੇ ਹਾਂ। ਅਸੀਂ ਸਾਰੇ ਜਿਹੜੇ ਹੈਗੇ ਆ ਆਪ ਇੱਕ ਦੂਜੇ ਨਾਲ ਜਿਹੜੇ ਹੈਗੇ ਆ ਰਿਸ਼ਤੇਦਾਰੀ ਹੈ, ਸਾਡੀ ਸਾਂਝ ਹੈਗੀ ਹੈ, ਭਾਈਚਾਰਾ ਹੈਗਾ ਆ। ਇਹ ਜਿਹੜੀ ਭਾਵਨਾ ਹੈਗੀ ਹੈ ਇਹਨੂੰ ਨੈਸ਼ਨੈਲਿਟੀ ਕਹਿੰਦੇ ਹੈਗੇ ਆ। ਇਹ ਜਿਹੜੀ ਸਮਾਜਿਕ ਭਾਵਨਾ ਹੈਗੀ ਹੈ ਇਹ ਦੋ ਧਾਰੀ ਤਲਵਾਰ ਦੀ ਤਰ੍ਹਾਂ ਕੰਮ ਕਰਦੀ ਹੈਗੀ ਆ। ਇਹਦੇ ਵਿੱਚ ਕਿਸ ਤਰ੍ਹਾਂ, ਕਿਉਂਕਿ ਜਿਹੜੇ ਤਾਂ ਤੁਹਾਡੇ ਲੋਕ ਹੈਗੇ ਆ ਤੇ ਉਹਨਾਂ ਨੂੰ ਤਾਂ ਉਹ ਜਿਹੜੇ ਹੈਗੇ ਆ ਆਪਣੇ ਭਾਈ ਬੰਧੂ ਸਮਝਦੇ ਹੈਗੇ ਆ, ਭਾਈਚਾਰੇ ਨਾਲ ਉਹਨੂੰ ਦੇਖਦੇ ਹੈਗੇ ਆ। ਤੇ ਉਹਨਾਂ ਦੇ ਵਿੱਚ ਇੱਕ ਜਿਹੜੀ ਹੈ ਤੁਹਾਡੀ ਆਪਣੀ ਕਿਸਮ ਜਾਂ ਦੀ ਚੇਤਨਾ ਜਿਹੜੀ ਹੈਗੀ ਹੈ, ਕੌਨਸ਼ੀਅਸਨੈਸ ਆਫ ਕਾਈਂਡ, ਜਿਵੇਂ ਬਾਬਾ ਸਾਹਿਬ ਕਹਿੰਦੇ, ਇਹ ਜਿਹੜੀ ਭਾਵਨਾ ਆ ਜਾਗਦੀ ਹੈ ਵੀ ਇਹ ਸਾਡੇ ਹੀ ਲੋਕ ਹੈਗੇ ਆ। ਉਹਨਾਂ ਲਈ ਤਾਂ ਉਹਨਾਂ ਲਈ ਬਹੁਤ ਪਿਆਰ ਉਮੜਦਾ ਹੈਗਾ ਆ, ਇੱਥੋਂ ਤੱਕ ਕਿ ਜੋ ਉਹਨਾਂ ਦੇ ਆਪਸ ਦੇ ਵਿੱਚ ਜਿਹੜੇ ਸਮਾਜਿਕ ਤੌਰ 'ਤੇ ਜਿਹੜੀਆਂ ਕੁਰੀਤੀਆਂ ਹੁੰਦੀਆਂ ਜਾਂ ਆਰਥਿਕ ਤੌਰ 'ਤੇ ਜਿਹੜਾ ਸੰਘਰਸ਼ ਹੁੰਦਾ ਉਹਨੂੰ ਵੀ ਭੁਲਾ ਦਿੰਦੇ ਹੈਗੇ ਆ ਜਦੋਂ ਉਹਨਾਂ ਦੇ ਵਿੱਚ ਇਹ ਚੇਤਨਾ ਹੁੰਦੀ ਹੈ ਵੀ ਇਹ ਸਾਡੇ ਆਪਣੇ ਲੋਕ ਹੈਗੇ ਆ। ਤੇ ਦੂਜੀ ਤਰਫ ਜਿਹੜਾ ਹੈਗਾ ਆ ਵੀ ਇਹ ਦੋ ਧਾਰੀ ਤਲਵਾਰ ਇਸ ਤਰ੍ਹਾਂ ਕੰਮ ਕਰਦੀ ਹੋਵੇ, ਜਿਹੜੇ ਤਾਂ ਜਿਨ੍ਹਾਂ ਨੂੰ ਉਹ ਜਿਹੜੇ ਲੋਕ ਹੈਗੇ ਆ ਆਪਣਾ ਨਹੀਂ ਸਮਝਦੇ, ਉਹਨਾਂ ਦੇ ਪ੍ਰਤੀ ਉਹਨਾਂ ਦੇ ਵਿੱਚ ਜਿਹੜੀ ਹੈ ਨਫ਼ਰਤ ਦੀ ਭਾਵਨਾ ਪੈਦਾ ਹੋ ਜਾਂਦੀ। ਇਸ ਕਰਕੇ ਇਹ ਦੋ ਧਾਰੀ ਤਲਵਾਰ ਜਿਹੜੀ ਹੈ ਦੱਸਿਆ ਗਿਆ ਹੈ ਵੀ ਇਹ ਜਿਹੜੀ ਚੇਤਨਾ ਹੈਗੀ ਹੈ ਵੀ ਇਹ ਸਾਡੇ ਲੋਕ ਹੈਗੇ ਆ, ਇਹ ਜਿਹੜੀ ਚੇਤਨਾ ਹੈ ਕੌਨਸ਼ੀਅਸਨੈਸ ਆਫ ਕਾਈਂਡ ਹੈ, ਇਹ ਦੋ ਧਾਰੀ ਤਲਵਾਰ ਦੀ ਤਰ੍ਹਾਂ ਕੰਮ ਕਰਦੀ ਹੈਗੀ ਹੈ। ਹੁਣ ਆਓ ਆਪਾਂ ਇਹ ਜਿਹੜਾ ਟੈਸਟ ਹੈਗਾ ਆ ਤੇ ਨੈਸ਼ਨੈਲਿਟੀ ਦਾ, ਇਹ ਜਿਹੜੀ ਸਮਾਜਿਕ ਭਾਵਨਾ ਹੈਗੀ ਆ, ਕਿ ਇਹ ਜਿਹੜਾ ਮੁਸਲਮਾਨ ਦਾ ਜਿਹੜਾ ਦਾਅਵਾ ਹੈਗਾ ਆ ਵੀ ਕੀ ਇਹ ਖਰਾ ਉਤਰਦੇ ਇਸ ਚੀਜ਼ ਤੇ। ਤੇ ਇਹਦੇ ਵਿੱਚ ਉਹੀ ਕੀ ਜਿਹੜੇ ਮੁਸਲਮਾਨ ਹੈਗੇ ਆ, ਕੀ ਇਹ ਵੱਖਰਾ ਇੱਕ ਤਾਂ ਵੱਖਰੇ ਲੋਕ ਹੈ, ਵੱਖਰਾ ਗਰੁੱਪ ਆ, ਕੀ ਇਹਨਾਂ ਦੇ ਵਿੱਚ ਜਿਹੜੀ ਹੈਗੀ ਆ ਆਪਸ ਦੇ ਵਿੱਚ ਜਿਹੜਾ ਆਪਣੇਪਨ ਦੀ ਜਿਹੜੀ ਹੈ ਚੇਤਨਾ ਹੈਗੀ ਹੈ, ਤੇ ਕੀ ਇਹਨਾਂ ਦੇ ਵਿੱਚ ਜਿਹੜਾ ਹੈਗਾ ਆ ਵੀ ਜਿਹੜੇ ਗੈਰ ਮੁਸਲਮਾਨ ਹੈਗੇ ਆ ਉਹਨਾਂ ਦੇ ਪ੍ਰਤੀ ਇਹ ਜਿਹੜੀ ਭਾਵਨਾ ਹੈਗੀ ਹੈ ਵੀ ਇਹ ਉਹਨਾਂ ਦਾ ਹਿੱਸਾ ਨਹੀਂ ਹੈਗੇ, ਔਰ ਇਹਨਾਂ ਦੇ ਵਿੱਚ ਕੀ ਇਹ ਭਾਵਨਾ ਹੈਗੀ ਹੈ ਵੀ ਇਹ ਮੁਸਲਮਾਨ ਜਿਹੜਾ ਸਮਾਜ ਹੈਗਾ ਉਹਨਾਂ ਦਾ ਹਿੱਸਾ ਹੈਗੇ ਆ, ਕੀ ਇਹਨਾਂ ਵਿੱਚ ਇਹ ਭਾਵਨਾ ਹੈਗੀ ਹੈ। ਤੇ ਜੇ ਇਹਦਾ ਜਵਾਬ ਜਿਹੜਾ ਹੈਗਾ ਬਿਨਾਂ ਸ਼ੱਕ ਇਹਦਾ ਜਵਾਬ ਹਾਂ ਵਿੱਚ ਹੋਵੇਗਾ, ਤੇ ਇਹਦੇ ਵਿੱਚ ਇੱਥੋਂ ਬਾਬਾ ਸਾਹਿਬ ਕਹਿੰਦੇ ਆ ਵੀ ਇਹਦੇ ਵਿੱਚ ਜਿਹੜਾ ਮੁਸਲਮਾਨਾਂ ਦਾ ਦਾਅਵਾ ਹੈਗਾ ਵੀ ਉਹ ਇੱਕ ਰਾਸ਼ਟਰ ਹੈਗਾ, ਇਹਦੇ ਵਿੱਚ ਇਹਨੂੰ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਹੈਗਾ। ਤੇ ਹੁਣ ਹਿੰਦੂ ਜਿਹੜੇ ਸੀਗੇ ਉਹ ਇਹ ਚੀਜ਼ ਜਿਹੜੀ ਹੈਗੀ ਆ ਇਹਦੇ ਵਿਰੋਧ ਵਿੱਚ ਸੀਗੇ
ਵੀ ਮੁਸਲਮਾਨ ਜਿਹੜਾ ਆਪਣੇ ਆਪ ਨੂੰ ਦਾਅਵਾ ਕਰਦੇ ਆ ਵੀ ਅਸੀਂ ਇੱਕ ਰਾਸ਼ਟਰ ਹੈਗਾ, ਵੀ ਹਿੰਦੂਆਂ ਨੇ ਇਹਦਾ ਬੜਾ ਵਿਰੋਧ ਕੀਤਾ। ਹਿੰਦੂ ਕੀ ਕਹਿੰਦੇ ਸੀਗੇ, ਉਹ ਕਿਸ ਤਰ੍ਹਾਂ ਦਲੀਲ ਦਿੰਦੇ ਸੀਗੇ, ਉਹਨਾਂ ਦਾ ਪੱਖ ਕੀ ਸੀਗਾ? ਉਹ ਕਹਿੰਦੇ ਸੀਗੇ ਵੀ ਨਸਲੀ ਤੌਰ ਤੇ ਅਸੀਂ ਇੱਕੋ ਹੀ ਹੈਗੇ ਹਾਂ, ਹਿੰਦੂ ਵੀ ਮੁਸਲਮਾਨ ਵੀ ਇੱਕੋ ਹੀ ਹੈਗੇ ਆ ਨਸਲੀ ਤੌਰ ਤੇ। ਤੇ ਜਿਹੜਾ ਬੰਗਾਲ ਇੱਥੇ ਵਿੱਚ ਐਗਜ਼ਾਮਪਲ ਦਿੰਦੇ ਹੈਗੇ ਵੀ ਜਿਸ ਤਰ੍ਹਾਂ ਜਿਹੜਾ ਆਪਣੇ ਪੰਜਾਬ ਦਾ ਮੁਸਲਮਾਨ ਤੇ ਹਿੰਦੂ ਹੈਗੇ ਆ, ਤੇ ਯੂਪੀ ਦਾ ਮੁਸਲਮਾਨ ਤੇ ਯੂਪੀ ਦਾ ਹਿੰਦੂ ਆ, ਬਿਹਾਰ ਦਾ ਮੁਸਲਮਾਨ ਤੇ ਬਿਹਾਰ ਦਾ ਹਿੰਦੂ ਆ। ਇਹ ਕਹਿੰਦਾ ਨਸਲੀ ਤੌਰ ਤੇ ਇੱਕੋ ਹੀ ਹੈਗੇ ਆ, ਇਹਨਾਂ 'ਚ ਕੋਈ ਫਰਕ ਨਹੀਂ ਹੈਗਾ। ਇੱਕ ਤਾਂ ਇਹ ਇਹਨਾਂ ਦਾ ਜਿਹੜਾ ਸੀਗਾ ਡਿਫੈਂਸ ਸੀਗਾ ਹਿੰਦੂਆਂ ਦਾ, ਵੀ ਕਿਸ ਤਰ੍ਹਾਂ ਇਹ ਜਿਹੜੇ ਹੈਗੇ ਵੱਖਰੇ ਨਹੀਂ ਹੈਗੇ, ਇੱਕੋ ਹੀ ਹੈਗੇ ਆ, ਵੀ ਨਸਲੀ ਤੌਰ ਤੇ ਇੱਕੋ ਹੀ ਹੈਗੇ ਆ। ਦੂਸਰਾ ਇਹ ਕਹਿੰਦੇ ਸੀਗੇ ਹਿੰਦੂ ਵੀ ਜਿਹੜੇ ਮੁਸਲਮਾਨ ਆ ਉਹਨਾਂ ਦੀ ਆਪਣੀ ਭਾਸ਼ਾ ਨਹੀਂ, ਉਹ ਸਾਡੀ ਹਿੰਦੂਆਂ ਦੀ ਮੁਸਲਮਾਨ ਦੀ ਭਾਸ਼ਾ ਇੱਕੋ ਹੀ ਆ। ਤੁਸੀਂ ਕੋਈ ਵੀ ਸਟੇਟ 'ਚ ਲੈ ਕੇ ਚੱਲ ਜਾਓ, ਬੰਗਾਲ 'ਚ ਮੁਸਲਮਾਨ ਉੱਥੇ ਬੰਗਾਲੀ ਬੋਲਦੇ ਆ, ਪੰਜਾਬ 'ਚ ਮੁਸਲਮਾਨ ਪੰਜਾਬੀ ਬੋਲਦੇ, ਸਾਡੀ ਭਾਸ਼ਾ ਤਾਂ ਇੱਕੋ ਹੀ ਹੈਗੀ, ਵੱਖਰਾ ਕਿੱਦਾਂ ਹੋ ਸਕਦੇ ਆ? ਇੱਦਾਂ ਹਿੰਦੂ ਜਿਹੜਾ ਸੀ ਆਪਣੀ ਦਲੀਲ ਦਿੰਦੇ ਹੁੰਦੇ ਸੀਗੇ। ਤੀਸਰੀ ਦਲੀਲ ਇਹਨਾਂ ਦੀ ਇਹ ਹੁੰਦੀ ਸੀਗੀ ਵੀ ਅਸੀਂ ਇਸ ਧਰਤੀ ਤੇ ਕਈ 100 ਸਾਲ ਇਕੱਠੇ ਰਹੇ ਆ, ਮੁਸਲਮਾਨ ਵੀ ਇੱਥੇ ਰਹੇ ਆ, ਹਿੰਦੂ ਵੀ ਇੱਥੇ ਰਹੇ ਹੈਗੇ ਆ, ਵੀ ਅਸੀਂ ਇਹ ਫਿਰ ਅਲੱਗ ਕਿਸ ਤਰ੍ਹਾਂ ਹੋ ਗਏ ਆ? ਇੱਕ ਇਹ ਦਲੀਲ ਦਿੰਦੇ ਸੀਗੇ। ਚੌਥੀ ਦਲੀਲ ਇਹ ਸੀਗੀ ਵੀ ਜਿਹੜਾ ਸਾਡਾ ਸੱਭਿਆਚਾਰਕ ਜਿਹੜੀਆਂ ਸਾਡੀਆਂ ਕਈ ਚੀਜ਼ਾਂ ਜਿਹੜੀਆਂ ਮਿਲਦੀਆਂ ਜੁਲਦੀਆਂ ਆ, ਉਹ ਕਿਸ ਤਰ੍ਹਾਂ? ਉਹ ਕਹਿੰਦੇ ਵੀ ਜਿੱਦਾਂ ਇੱਕ ਅਵਾਨ ਲੋਕ ਜਿਹੜੇ ਸੀਗੇ ਮੁਸਲਮਾਨ ਹੁੰਦੇ ਆ, ਉਹਨਾਂ ਦਾ ਜਿਹੜਾ ਅਖੀਰਲਾ ਨਾਮ ਚੌਧਰੀ ਆ, ਤੇ ਚੌਧਰੀ ਜਿਹੜਾ ਹਿੰਦੂ ਨਾਮ ਹੈਗਾ ਆ, ਕਹਿੰਦੇ ਦੇਖੋ ਇਹਨਾਂ ਦੇ ਨਾਮ ਜਿਹੜੇ ਹੈਗੇ ਆ ਮੁਸਲਮਾਨਾਂ ਦੇ ਅਖੀਰਲੇ ਨਾਮ, ਉਹ ਵੀ ਜਿਹੜੇ ਹਿੰਦੂਆਂ ਦੇ ਨਾਂ ਤੇ ਹੈਗੇ ਆ। ਤੇ ਜਦੋਂ ਕਈ ਜਿਹੜੀਆਂ ਵਿਆਹ ਹੁੰਦੇ ਸੀਗੇ ਮੁਸਲਮਾਨਾਂ ਦੇ ਵਿੱਚ, ਉਹਦੇ ਵਿੱਚ ਉਹਨਾਂ ਨੂੰ ਉਹਦੇ ਵਿੱਚ ਕਾਜੀ ਵੀ ਆਉਂਦਾ ਹੁੰਦਾ ਸੀਗਾ, ਤੇ ਪੰਡਤ ਪੁਰੋਹਿਤ ਵੀ ਆਉਂਦਾ ਹੁੰਦਾ ਸੀਗਾ, ਬਾਹਮਣ ਵੀ ਆਉਂਦਾ ਹੁੰਦਾ ਸੀਗਾ ਵਿਆਹ ਕਰਨ ਲਈ। ਤੇ ਇਸ ਕਰਕੇ ਜਿਹੜੇ ਸਾਡੀਆਂ ਕਈ ਸੱਭਿਆਚਾਰਕ ਜਿਹੜੀਆਂ ਆਪਣੇ ਸੱਭਿਆਚਾਰਕ ਤੌਰ ਤੇ ਜਿਹੜੇ ਸਾਡੇ ਕਈ ਸਾਂਝਾ ਸੀਗੀਆਂ। ਇੱਦਾਂ ਹੀ ਕਹਿੰਦੇ ਆ ਵੀ ਹਿੰਦੂ ਕਹਿੰਦੇ ਆ ਵੀ ਕਈ ਜਿਹੜੇ ਹਿੰਦੂ ਕਾਨੂੰਨ ਸੀਗੇ, ਜਿੱਦਾਂ ਆਪਣੇ ਇਨਹੈਰੀਟੈਂਸ ਦੇ ਕਾਨੂੰਨ ਹੈਗੇ ਆ ਜਾਂ ਗਾਰਡੀਅਨਸ਼ਿਪ ਦੇ ਕਾਨੂੰਨ ਹੈਗੇ ਆ, ਉਹ ਸ਼ਰੀਅਤ ਲਾਅ ਆਉਣ ਤੋਂ ਪਹਿਲਾਂ ਕਹਿੰਦੇ ਸੇਮ ਹੀ ਸੀਗੇ, ਮੁਸਲਮਾਨਾਂ ਤੇ ਵੀ ਉਹੀ ਲਾਗੂ ਹੁੰਦੇ ਸੀਗੇ ਔਰ ਹਿੰਦੂਆਂ ਤੇ ਵੀ ਲਾਗੂ ਉਹੀ ਹੁੰਦੇ ਸੀਗੇ, ਵੀ ਅਸੀਂ ਫਿਰ ਵੱਖਰੇ ਕਿੱਦਾਂ ਹੋਏ। ਇੱਕ ਪੰਜਵਾਂ ਪੱਖ ਇਹਦਾ ਇਹ ਵੀ ਦੱਸਦੇ ਹੈਗੇ ਆ ਵੀ ਕਹਿੰਦੇ ਜਿਹੜੇ ਧਾਰਮਿਕ ਤੌਰ ਤੇ ਵੀ ਜਿਹੜੇ ਅਸੀਂ ਵੱਖਰੇ ਨਹੀਂ ਹੈਗੇ, ਹਿੰਦੂ ਕਹਿੰਦੇ ਆ, ਕਹਿੰਦੇ ਦੇਖੋ ਵੀ ਕਈ ਜਿਹੜੇ ਹੈਗੇ ਆ ਹਿੰਦੂ ਜਿਹੜੇ ਹੈਗੇ ਆ ਆਪਣੇ ਉਹ ਪੀਰਾਂ ਦੀ ਜਗ੍ਹਾ ਤੇ ਜਾਂਦੇ ਆ, ਉਹਨਾਂ ਨੂੰ ਫੋਲੋ ਕਰਦੇ ਹੈਗੇ ਆ। ਤੇ ਇੱਦਾਂ ਹੀ ਜਿਹੜੇ ਕਈ ਜਿਹੜੇ ਮੁਸਲਿਮ ਜਿਹੜੇ ਆਗੂ ਹੈਗੇ ਜਾਂ ਮੁਸਲਿਮ ਰਿਲੀਜੀਅਸ ਲੀਡਰ ਰਿਲੀਜੀਅਸ ਲੋਕ ਸੀਗੇ, ਉਹਨਾਂ ਦੇ ਜਿਹੜੇ ਆ ਹਿੰਦੂ ਚੇਲੇ ਬਣਦੇ ਆ। ਤੇ ਇਹਦੇ ਵਿੱਚ ਵੀ ਸਾਡਾ ਕਹਿੰਦੇ ਕਾਫੀ ਜਿਹੜੀ ਸਾਂਝ ਹੁੰਦੀ ਸੀਗੀ ਧਾਰਮਿਕ ਤੌਰ ਤੇ ਵੀ। ਇੱਥੋਂ ਤੱਕ ਕਿ ਕਹਿੰਦੇ ਜਿਹੜੀ ਆ ਹਿੰਦੂ ਮੁਸਲਮਾਨਾਂ ਜਿਹੜੇ ਸੰਤ ਸੀ ਉਹਨਾਂ ਦੇ ਵਿੱਚ ਵੀ ਕਾਫੀ ਦੋਸਤੀ ਸੀਗੀ। ਉਹਦੇ ਆ 2-3 ਐਗਜ਼ਾਮਪਲ ਹੈਗੇ ਆ ਇਹਦੇ ਵਿੱਚ ਦੱਸਦੇ ਹੈਗੇ ਆ ਵੀ ਜਿੱਦਾਂ ਪੰਜਾਬ ਦੇ ਵਿੱਚ ਕਹਿੰਦੇ ਆ ਵੀ ਜਮਾਲੀ ਸੁਲਤਾਨ ਤੇ ਦਿਆਲ ਭਵਨ ਦੀ ਜਿਹੜੀ ਆ ਮਸਜਿਦ, ਜਿਹੜੇ ਦੋ ਇਹਨਾਂ ਦੇ ਜਿਹੜੇ ਮਸਤ ਕਹਿ ਸਕਦੇ ਜਾਂ ਇਹਨਾਂ ਦੇ ਜੋ ਗੁਰੂ ਸੀਗੇ, ਇਹ ਜਿਹੜੇ ਹੋਏ ਇਹਨਾਂ ਦੀ ਮਸਜਿਦ ਜਿਹੜੀ ਸੀਗੀ ਉਹ ਲਾਗੇ ਸੀਗੀ, ਔਰ ਮੁਸਲਮਾਨ ਔਰ ਹਿੰਦੂ ਦੋਨਾਂ ਨੂੰ ਇੱਕੋ ਜਿਹਾ ਹੀ ਸਨਮਾਨ ਦਿੰਦੇ ਹੁੰਦੇ ਸੀਗੇ। ਇੱਦਾਂ ਹੀ ਕਹਿੰਦੇ ਕਾਂਗੜਾ ਜ਼ਿਲ੍ਹੇ ਦੇ ਵਿੱਚ ਕੀ ਸੀਗਾ, ਬਾਬਾ ਫੱਤੂ ਜਿਹੜਾ ਮੁਸਲਮਾਨ ਸੰਤ ਸੀਗਾ, 17ਵੀਂ ਈਸਵੀ ਦੀ ਗੱਲ ਹੈਗੀ ਹੈ। ਤੇ ਕਹਿੰਦੇ ਵੀ ਉਹਨੂੰ ਜਿਹੜੀ ਉਪਾਧੀ ਦਿੱਤੀ ਸੀਗੀ ਵੀ ਪੈਗੰਬਰ ਦੀ, ਉਹ ਹਿੰਦੂ ਸੰਤ ਸੋਢੀ ਗੁਰੂ ਗੁਲਾਬ ਸਿੰਘ ਨੇ ਦਿੱਤੀ ਸੀਗੀ। ਤੇ ਤੀਸਰਾ ਉਦਾਹਰਨ ਦਿੰਦੇ ਹੈਗੇ ਆ ਉਹ ਵੀ ਜਿਹੜਾ ਬਾਬਾ ਸ਼ਹਾਨਾ ਸੀਗਾ, ਹਿੰਦੂ ਸੰਤ ਸੀਗਾ ਆਪਣੇ ਜੰਗ ਡਿਸਟ੍ਰਿਕਟ ਦੇ ਵਿੱਚ, ਉਹਦੇ ਜਿਹੜੇ ਚੇਲੇ ਸੀਗੇ ਉਹ ਮੁਸਲਮਾਨ ਪੀਰ ਦੇ ਵੀ ਜਗ੍ਹਾ ਤੇ ਜਾਂਦੇ ਹੁੰਦੇ ਸੀਗੇ, ਉਹਨਾਂ ਦੇ ਵੀ ਚੇਲੇ ਸੀਗੇ। ਇਸ ਤਰ੍ਹਾਂ ਉਹ ਦੱਸਦੇ ਵੀ ਧਾਰਮਿਕ ਤੌਰ ਤੇ ਵੀ ਜਿਹੜੇ ਸਾਡੇ ਕਾਫੀ ਸਾਂਝ ਸੀਗੀ। ਤੇ ਔਰ ਇਹ ਜਿਹੜੇ ਉੱਪਰ ਜਿਹੜੇ ਸਾਰੇ ਕਾਰਨ ਦੱਸੇ ਹੈਗੇ ਆ, ਨਸਲੀ ਤੌਰ ਤੇ, ਭਾਸ਼ਾ ਦੇ ਆਧਾਰ ਤੇ, ਆਪਣੇ ਧਾਰਮਿਕ ਆਧਾਰ ਤੇ, ਸੱਭਿਆਚਾਰਕ ਆਧਾਰ ਤੇ ਹਿੰਦੂ ਕਹਿੰਦੇ ਸੀਗੇ ਵੀ ਅਸੀਂ ਸਾਰਾ ਕੁਝ ਸਾਡਾ ਸਾਂਝਾ ਹੀ ਹੈ ਤੇ ਅਸੀਂ ਵੱਖਰੇ ਕਿੱਦਾਂ ਹੋ ਸਕਦੇ ਹਾਂ। ਵੀ ਜਿਹੜੀ ਮੰਗ ਕਰ ਰਹੇ ਆ ਮੁਸਲਮਾਨ ਵੱਖਰਾ ਰਾਸ਼ਟਰ ਬਣਾਉਣ ਦੀ, ਇਹ ਮੰਗ ਜਿਹੜੀ ਹੈ ਸਹੀ ਨਹੀਂ ਹੈਗੀ। ਤੇ ਹੁਣ ਇਹਦੇ ਵਿੱਚ ਬਾਬਾ ਸਾਹਿਬ ਕਹਿੰਦੇ ਆ ਵੀ ਕੀ ਆ ਜਿਹੜੇ ਉੱਪਰ ਦਲੀਲਾਂ ਦਿੱਤੀਆਂ ਹਿੰਦੂਆਂ ਨੇ ਵੀ ਕਿਸ ਹੱਦ ਤੱਕ ਇਹ ਖਰੀਆਂ ਉਤਰਦੀਆਂ, ਇਹਨੂੰ ਆਪਾਂ ਹੁਣ ਆਓ ਇਹਨਾਂ 'ਚ ਜਿਹੜੀਆਂ ਖਾਮੀਆਂ ਆ ਉਹ ਕੱਢੀਏ, ਵੀ ਜਿਹੜੀਆਂ ਦਲੀਲਾਂ ਦਿੱਤੀਆਂ ਇਹਨਾਂ 'ਚ ਇਹਨਾਂ ਨੂੰ ਪਰਖੀਏ। ਤੇ ਪਹਿਲੀ ਜਿਹੜੀ ਦਲੀਲ ਦਿੰਦੇ ਹੈਗੇ ਆ ਵੀ ਕਹਿੰਦੇ ਦੇਖੋ ਵੀ ਇਹ ਕੋਈ ਚੀਜ਼ਾਂ ਜਿਹੜੀਆਂ ਸਾਂਝੀਆਂ ਹੋਣੀਆਂ
ਉਹਦੇ ਨਾਲ ਤੁਹਾਡਾ ਜਿਹੜਾ ਹੈਗਾ ਆ ਇੱਕ ਸਮਾਜਿਕ ਜਿਹੜੀ ਆ ਇੱਕ ਬੰਧਨ ਜਿਹੜੇ ਹੈਗੇ ਆ ਉਹ ਬਣਨੇ ਇਹ ਜ਼ਰੂਰੀ ਨਹੀਂ ਹੈਗਾ। ਇਹ ਇੱਦਾਂ ਵੀ ਹੋ ਸਕਦਾ ਹੈ ਵੀ ਉਹ ਲੋਕ ਉੱਥੇ ਰਹਿੰਦੇ ਹੈਗੇ ਆ ਔਰ ਇਹ ਬਿਲਕੁਲ ਹੀ ਜਿਹੜੀ ਹੈ ਇੱਕ ਕਹਿ ਸਕਦੇ ਵੀ ਮਕੈਨੀਕਲ ਪ੍ਰਕਿਰਿਆ ਹੈਗੀ ਹੈ, ਇਹਦੇ ਵਿੱਚ ਕੋਈ ਸਾਂਝ ਨਹੀਂ ਹੈਗੀ ਸਮਾਜਿਕ ਤੌਰ 'ਤੇ। ਬਟ ਇਹ ਹੈ ਵੀ ਉੱਥੇ ਰਹਿੰਦੇ ਆ, ਇੱਕੋ ਜਿਹਾ ਕੰਮ ਕਰਦੇ ਹੈਗੇ ਆ ਅਤੇ ਉਹਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਦਾ ਮੇਲ ਜੋਲ ਹੁੰਦਾ ਹੈਗਾ ਆ ਸੱਭਿਆਚਾਰਕ ਤੌਰ 'ਤੇ। ਅਤੇ ਇਸ ਕਰਕੇ ਹੈਗਾ ਵੀ ਇਹਦੇ ਕਰਕੇ ਇਹਨਾਂ ਨੂੰ ਇੱਕ ਚੀਜ਼ ਨਹੀਂ ਮੰਨਿਆ ਜਾ ਸਕਦਾ। ਔਰ ਦੂਜਾ ਇਹ ਹੈ ਵੀ ਜਿਹੜੇ ਇਹਦੇ ਵਿੱਚ ਆਪਣੇ ਹਿੰਦੂ ਜਿਹੜੇ ਸੀਗੇ ਜਾਂ ਇੰਡੀਆ ਦੇ ਲੋਕ ਸੀਗੇ ਉਸ ਟਾਈਮ ਜਿਹੜੇ ਮੁਸਲਮਾਨ ਬਣੇ ਸੀਗੇ, ਉਹ ਵੀ ਜਿਹੜੇ ਹੈਗੇ ਅੱਧ ਵਿਚਾਲੇ ਜਿਹੇ ਮੁਸਲਮਾਨ ਬਣੇ ਸੀਗੇ, ਪੂਰੀ ਤਰ੍ਹਾਂ ਚੰਗੀ ਤਰ੍ਹਾਂ ਜਿਹੜਾ ਹੈਗਾ ਵੀ ਕੱਟੜ ਮੁਸਲਮਾਨ ਨਹੀਂ ਬਣ ਸਕੇ, ਕਿਉਂਕਿ ਉਹਦੇ ਵਿੱਚ ਜਿਹੜੇ ਸੀਗੇ ਜਿਹੜੇ ਮੁਸਲਮਾਨ ਪੀਰ ਹੋਏ ਜਾਂ ਉਹਨਾਂ ਦੇ ਮੌਲਵੀ ਹੋਏ ਆ, ਉਹਨਾਂ ਦੀ ਜਿਹੜੀ ਆ ਲੋਕਾਂ ਦੇ ਵਿੱਚ ਇੰਨੀ ਜਿਹੜੇ ਦਬਦਬਾ ਨਹੀਂ ਸੀਗਾ ਜਾਂ ਇੰਨਾ ਪ੍ਰਚਾਰ ਨਹੀਂ ਹੋਇਆ, ਤਾਂ ਕਿ ਜਿਹੜੇ ਕਨਵਰਟ ਵੀ ਹੋਏ ਹੈਗੇ ਆ ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਮੁਸਲਮਾਨ ਨਹੀਂ ਕਹਾਉਂਦੇ ਹੈਗੇ। ਇਸ ਕਰਕੇ ਉਹ ਕਈ ਚੀਜ਼ਾਂ ਜਿਹੜੀਆਂ ਆਪਣੇ ਪੁਰਾਣੇ ਧਰਮ ਦੀਆਂ ਫੋਲੋ ਕਰਦੇ ਰਹੇ ਆ, ਅਤੇ ਜਿਹੜਾ ਹੁਣ ਨਵਾਂ ਧਰਮ ਮੁਸਲਿਮ ਅਪਣਾਇਆ ਸੀਗਾ ਉਹਦੀਆਂ ਵੀ ਕਰਦੇ ਰਹੇ। ਇਸੇ ਤਰ੍ਹਾਂ ਜਿਹੜੀਆਂ ਸਾਂਝੀਆਂ ਚੀਜ਼ਾਂ ਇਹ ਕਹਿੰਦੇ ਹੈਗੇ, ਇਸ ਤਰ੍ਹਾਂ ਇਹ ਸਮਾਜ ਦੇ ਵਿੱਚ ਸਾਨੂੰ ਸਾਹਮਣੇ ਦੇਖਣ ਨੂੰ ਮਿਲਦੀਆਂ ਹੈਗੀਆਂ। ਅਤੇ ਇੱਕੋ ਹੀ ਵਾਤਾਵਰਨ ਦੇ ਵਿੱਚ ਰਹਿਣ ਦੇ ਨਾਲ ਤੁਹਾਡੀ ਜਿਹੜੀ ਆਪਸੀ ਸਾਂਝ ਜਿਹੜੀ ਹੈਗੀ ਆ ਆਪਣੇ ਜਿਹੜੇ ਤੁਹਾਡੇ ਇੱਕੋ ਜਿਹੇ ਸਾਂਝ ਪੈਦਾ ਹੁੰਦੀ ਹੈਗੀ ਆ, ਇਹ ਜ਼ਰੂਰੀ ਨਹੀਂ ਹੈਗਾ। ਇਹਦੇ ਵਿੱਚ ਕਹਿੰਦੇ ਇੱਥੋਂ ਤੱਕ ਕਿ ਜਿਹੜਾ ਆਪਣੇ ਅਕਬਰ ਨੇ ਵੀ ਇੱਦਾਂ ਹੀ ਕੰਮ ਸ਼ੁਰੂ ਕੀਤਾ ਸੀਗਾ, ਜਿਹਦੇ ਵਿੱਚ ਉਹ ਹਿੰਦੂ ਮੁਸਲਮਾਨਾਂ ਨੂੰ ਇਕੱਠਾ ਜਿਹੜਾ ਕਰਨਾ ਚਾਹੁੰਦਾ ਸੀਗਾ। ਵੀ ਉਹਨਾਂ ਦਾ ਇੱਕ ਆਇਨੇ ਅਕਬਰੀ ਨਾਂ ਦਾ ਕੋਈ ਇਹਦੇ ਵਿੱਚ ਹੈ ਨਹੀਂ ਹੈ, ਪਰ ਮੈਨੂੰ ਯਾਦ ਹੈ ਆਇਨੇ ਅਕਬਰੀ ਨਾਂ ਦਾ ਕੋਈ ਧਰਮ ਬਣਾਇਆ ਸੀਗਾ, ਜਿਹਦੇ ਵਿੱਚ ਇਕੱਠਾ ਹੀ ਕਰਨਾ ਚਾਹੁੰਦਾ ਹੁੰਦਾ ਸੀਗਾ। ਇਹਦਾ ਇਸ ਤਰ੍ਹਾਂ ਦਾ ਮਕਸਦ ਸੀਗਾ। ਅਤੇ ਕਹਿੰਦੇ ਵੀ ਉਹ ਵੀ ਜਿਹੜਾ ਹੈਗਾ ਵੀ ਪੂਰਾ ਤੌਰ 'ਤੇ ਜਿਹੜਾ ਸਫਲ ਨਹੀਂ ਹੋ ਸਕਿਆ, ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਸੀਗਾ ਇਹ ਚੀਜ਼ਾਂ ਜਿਹੜੀਆਂ ਗਈਆਂ ਨਹੀਂ ਹੈਗੀਆਂ, ਜਿਹੜੀਆਂ ਉਹਨਾਂ ਦੇ ਪੁਰਾਣੇ ਧਰਮ ਦੇ ਵਿੱਚ ਸੀਗੀਆਂ। ਅਤੇ ਇਹਦੇ ਵਿੱਚ ਹੁਣ ਬਾਬਾ ਸਾਹਿਬ ਇੱਕ ਇਤਿਹਾਸਕਾਰ ਹੋਇਆ ਰਨਾਨ, ਉਹਦੀ ਜਿਹੜੀ ਕਿਤਾਬ ਹੈਗੀ ਹੈ ਐਸੇ ਔਨ ਨੈਸ਼ਨੈਲਿਟੀ, ਉਹਦੇ ਵਿੱਚੋਂ ਉਦਾਹਰਨ ਲੈ ਕੇ ਦੱਸ ਰਹੇ ਹੈਗੇ ਆ ਵੀ ਹੁਣ ਪਹਿਲੀ ਜਿਹੜੀ ਗੱਲ ਕਰਦੇ ਸੀਗੇ ਜਿੱਦਾਂ ਹਿੰਦੂ ਰੇਸ ਦੀ ਗੱਲ ਕਰਦੇ, ਨਸਲ ਦੀ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਰਨਾਨ ਦਾ ਹਵਾਲਾ ਦਿੰਦੇ ਹੋਏ ਆ ਬਾਬਾ ਸਾਹਿਬ ਕਹਿੰਦੇ ਆ ਵੀ ਜਿਹੜੀ ਨਸਲ ਹੈਗੀ ਅੱਜ ਕੱਲ੍ਹ ਦੇਖਿਆ ਜਾਵੇ ਵੀ ਕੋਈ ਵੀ ਜਿਹੜੀ ਹੈਗੀ ਆ ਨਸਲ ਪਿਓਰ ਨਹੀਂ ਹੈਗੀ। ਅਤੇ ਜੇ ਉਹਨਾਂ ਨੂੰ ਨਸਲੀ ਤੌਰ 'ਤੇ ਉਹਨਾਂ ਦਾ ਸਮੀਖਿਆ ਵੀ ਕੀਤੀ ਜਾਵੇ ਤਾਂ ਵੀ ਆਪਾਂ ਨੂੰ ਜਿਹੜਾ ਹੈਗਾ ਇਹੀ ਪਤਾ ਲੱਗੂਗਾ ਵੀ ਇਹ ਕਿਤੇ ਨਾ ਕਿਤੇ ਜਿਹੜਾ ਮੇਲ ਜੋਲ ਹੋਇਆ ਹੈਗਾ ਆ। ਅਤੇ ਇਹ ਜਿਹੜੀ ਚੀਜ਼ ਹੈਗੀ ਆ ਵੀ ਮੁਸਲਮਾਨ ਜਿਹੜਾ ਕਹਿੰਦੇ ਆ ਕੁਛ ਹੱਦ ਤੱਕ ਸਹੀ ਵੀ ਹੈਗਾ, ਪਰ ਇਹ ਜਿਹੜੀ ਹੈ ਪਰ ਇਹਦੇ ਨਾਲ ਇੱਕ ਰਾਸ਼ਟਰ ਨਹੀਂ ਬਣਦਾ ਹੈਗਾ। ਅਤੇ ਜਿਹੜਾ ਇਨਸਾਨੀ ਇਤਿਹਾਸ ਹੈਗਾ ਆ, ਇਹ ਇੱਕ ਜਿਹੜਾ ਆਪਣੇ ਕਹਿਣ ਦਾ ਭਾਵ ਇੱਥੇ ਇਹ ਆ ਵੀ ਜਿਹੜਾ ਇਨਸਾਨੀ ਇਤਿਹਾਸ ਹੈਗਾ ਉਹ ਜਾਨਵਰਾਂ ਦੇ ਜਿਹੜੀ ਹੈ ਇਤਿਹਾਸ ਵੀ ਉਹਨਾਂ ਦੇ ਜਿਹੜੇ ਜਾਨਵਰਾਂ ਦੇ ਜਿਹੜੇ ਇਤਿਹਾਸ ਆ ਜਾਂ ਉਹਨਾਂ ਦੀ ਰੇਸ ਹੈਗੀ ਹੈ, ਇਹ ਉੱਦਾਂ ਦੀ ਰੇਸ ਨਹੀਂ ਹੈਗੀ। ਇਨਸਾਨ ਦੀ ਜਿਹੜੀ ਹੈ ਇਤਿਹਾਸ ਜਿਹੜਾ ਅਲੱਗ ਹੈਗਾ ਆ। ਤੁਸੀਂ ਇਹਨਾਂ ਨੂੰ ਇੱਦਾਂ ਨਹੀਂ ਇਹ ਚੂਹੇ ਔਰ ਜਿਹੜੇ ਬਿੱਲੀਆਂ ਵਾਂਗੂ ਉਸ ਹਿਸਾਬ ਨਾਲ ਨਹੀਂ ਦੇਖ ਸਕਦੇ ਹੈਗੇ। ਅਤੇ ਇਹਦੇ ਵਿੱਚ ਜਿਹੜਾ ਹੈਗਾ ਵੀ ਰੇਸ ਦੇ ਤੌਰ 'ਤੇ ਕੁਛ ਅਲੱਗ ਨਹੀਂ ਹੈਗਾ। ਇਹ ਤਾਂ ਸੀਗਾ ਵੀ ਰਨਾਨ ਦਾ ਨਸਲ ਦੇ ਉੱਪਰ ਜਿਹੜਾ ਬਿਆਨ। ਦੂਜਾ ਰਨਾਨ ਦਾ ਬਾਬਾ ਸਾਹਿਬ ਦੱਸਦੇ ਆ ਵੀ ਰਨਾਨ ਦਾ ਜਿਹੜਾ ਸੀਗਾ ਭਾਸ਼ਾ ਨੂੰ ਲੈ ਕੇ ਕੀ ਜਿਹੜਾ ਵਿਚਾਰ ਸੀਗੇ। ਕਹਿੰਦੇ ਵੀ ਭਾਸ਼ਾ ਜਿਹੜੀ ਜੋੜਦੀ ਹੈਗੀ ਹੈ ਅਤੇ ਇੱਕ ਜੋੜਨ ਦਾ ਜ਼ਰੀਆ ਬਣ ਸਕਦੀ ਹੈ, ਪਰ ਇਹ ਉਹ 'ਤੇ ਦਬਾਅ ਨਹੀਂ ਪਾਉਂਦੀ ਹੈਗੀ ਵੀ ਇਹ ਜੁੜਨ ਨਹੀਂ ਜੁੜਨ। ਅਤੇ ਜਿਸ ਤਰ੍ਹਾਂ ਕਹਿੰਦੇ ਆ ਵੀ ਆਪਣੇ US ਹੋ ਗਿਆ, ਇੰਗਲੈਂਡ ਹੋ ਗਿਆ, ਸਪੈਨਿਸ਼ ਅਮਰੀਕਾ ਹੋ ਗਿਆ, ਸਪੇਨ ਹੋ ਗਿਆ, ਇਹ ਸਾਰੇ ਦੇ ਸਾਰੇ ਜਿਹੜੇ ਲੋਕ ਹੈਗੇ ਆ ਇੱਕੋ ਹੀ ਭਾਸ਼ਾ ਬੋਲਦੇ ਆ, ਪਰ ਇਹ ਜਿਹੜੀ ਭਾਸ਼ਾ ਬੋਲਦੇ ਇਹਨਾਂ ਦੇ ਨਾਲ ਇੱਕ ਨੇਸ਼ਨ ਨਹੀਂ ਬਣਦਾ, ਇੱਕ ਰਾਸ਼ਟਰ ਨਹੀਂ ਬਣਾਉਂਦੇ ਹੈਗੇ। ਇਹ ਅਲੱਗ-ਅਲੱਗ ਇਹ ਰਾਸ਼ਟਰ ਹੈਗੇ ਇਹਨਾਂ ਦੇ। ਇਸੇ ਤਰ੍ਹਾਂ ਕਹਿੰਦੇ ਆ ਵੀ ਦੂਸਰੇ ਪੱਖ ਦੇਖਿਆ ਜਾਵੇ ਸਵਿਟਜ਼ਰਲੈਂਡ ਦੇ ਵਿੱਚ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਆ ਲੋਕ ਰਹਿੰਦੇ ਆ ਭਾਸ਼ਾ ਦੇ ਆਧਾਰ 'ਤੇ, ਪਰ ਉਹਨਾਂ ਦੀ ਜਿਹੜੀ ਆ ਇੱਛਾ ਇਹ ਸੀਗੀ ਵੀ ਅਸੀਂ ਇੱਕ ਸੰਯੁਕਤ ਜਿਹੜਾ ਸਵਿਟਜ਼ਰਲੈਂਡ ਬਣਾਈਏ, ਵੀ ਸਾਰੇ ਭਾਸ਼ਾ ਦੇ ਜਿਹੜੇ ਲੋਕ ਹੈਗੇ ਆ ਇਕੱਠੇ ਹੋ ਕੇ ਇੱਕ ਯੂਨਾਈਟਿਡ ਸਵਿਟਜ਼ਰਲੈਂਡ ਬਣਾਇਆ ਜਾਵੇ। ਇਸ ਕਰਕੇ ਉਹਦੇ ਵਿੱਚ ਕਹਿੰਦੇ ਇਹ ਟੋਟਲੀ ਆਪੋਜ਼ਿਟ ਹੈਗਾ। ਇੱਥੇ ਅਲੱਗ-ਅਲੱਗ ਰਾਸ਼ਟਰ ਹੁੰਦਿਆਂ ਹੋਇਆਂ ਵੀ ਜਿਹੜਾ ਇੱਕ
ਦੇਸ਼ ਦੇ ਵਿੱਚ ਲੋਕ ਰਹਿ ਰਹੇ ਹੈਗੇ ਆ। ਤੇ ਤੀਸਰਾ ਜਿਹੜਾ ਹੈਗਾ ਕਹਿੰਦੇ ਆ ਵੀ ਰਨਾਮ ਦੱਸਦਾ ਹੈਗਾ ਵੀ ਜਿਹੜਾ ਕਾਮਨ ਕੰਟਰੀ ਹੈਗਾ ਵੀ ਤੁਹਾਡੀ ਸਾਂਝੀ ਜ਼ਮੀਨ ਹੈ, ਜਿੱਥੇ ਤੁਸੀਂ ਰਹਿੰਦੇ ਹੈਗੇ ਆ, ਉਹ ਵੀ ਤੁਹਾਨੂੰ ਕੁਛ ਹੱਦ ਤੱਕ ਇਹ ਚੀਜ਼ ਮੁਹੱਈਆ ਕਰਵਾਉਂਦੀ ਹੈਗੀ ਹੈ ਵੀ ਤੁਸੀਂ ਜਿਹੜੇ ਆ ਇੱਕ ਜਿਹੜਾ ਆਪਣਾ ਰਾਸ਼ਟਰ ਬਣਾਉਣ ਦੇ ਵਿੱਚ ਯੋਗਦਾਨ ਦੇ ਸਕਦੇ ਆ। ਇਨਸਾਨ ਜਿਹੜਾ ਹੈਗਾ ਆ ਉਹ ਆਪਣੇ ਆਤਮਾ ਦਿੰਦਾ ਹੈਗਾ ਆ, ਔਰ ਜਾਂ ਕਹਿ ਸਕਦੇ ਹਾਂ ਇਨਸਾਨ ਬੀਜ ਦਿੰਦਾ ਹੈਗਾ, ਔਰ ਜਿਹੜੀ ਜਗ੍ਹਾ ਹੁੰਦੀ ਹੈ ਉਹ ਜਿਹੜੀ ਆ ਉਪਜਾਊ ਜ਼ਮੀਨ ਦਿੰਦੀ ਹੈ, ਜਿਹਦੇ ਵਿੱਚ ਇਹ ਜਿਹੜੀ ਆ ਰਾਸ਼ਟਰ ਬਣਾਉਣ ਦੀ ਜਿਹੜੀ ਆ ਪ੍ਰਕਿਰਿਆ ਜਿਹੜੀ ਆ ਹੋ ਸਕਦੀ ਹੈਗੀ ਆ। ਤੇ ਇਹਦੇ ਵਿੱਚ ਹੁਣ ਨੇਸ਼ਨ ਜਿਹੜਾ ਹੈਗਾ ਆ ਵੀ ਇਹਦੇ ਵਿੱਚ ਦੱਸਣ ਦੀ ਰਨਾਨ ਦੱਸ ਰਿਹਾ ਹੈਗਾ ਵੀ ਆਪਣੇ ਐਸੇ ਔਨ ਨੈਸ਼ਨੈਲਿਟੀ ਦੇ ਵਿੱਚ ਜਿਹੜਾ ਲੇਖ ਹੈਗਾ ਨੈਸ਼ਨੈਲਿਟੀ ਦਾ, ਉਹਦੇ ਵਿੱਚ ਦੱਸ ਰਿਹਾ ਨੇਸ਼ਨ ਕੀ ਹੈਗਾ। ਇੱਕ ਰਾਸ਼ਟਰ ਇੱਕ ਜੀਵਿਤ ਆਤਮਾ ਹੈ, ਇਹ ਇੱਕ ਅਧਿਆਤਮਿਕ ਸਿਧਾਂਤ ਵੀ ਹੈ। ਤੇ ਇਹਦੇ ਵਿੱਚ ਦੋ ਚੀਜ਼ਾਂ ਦੇਖਣ ਵਾਲੀਆਂ ਹੈਗੀਆਂ, ਜਿਹੜਾ ਸਾਡਾ ਪਿਛੋਕੜ ਕੀ ਆ ਤੇ ਸਾਡਾ ਅੱਜ ਜਿਹੜਾ ਵਰਤਮਾਨ ਇਹ ਕਿਸ ਤਰ੍ਹਾਂ ਹੈਗਾ ਆ। ਪਿਛੋਕੜ ਦੇ ਵਿੱਚ ਕੀ ਸਾਡੀਆਂ ਇਸ ਤਰ੍ਹਾਂ ਦੀਆਂ ਕੁਝ ਯਾਦਾਂ ਹੈਗੀਆਂ ਜਿਹੜੀਆਂ ਸਾਂਝੀਆਂ ਯਾਦਾਂ ਹੈਗੀਆਂ ਆ, ਜਿਹਦੇ ਵਿੱਚ ਅਸੀਂ ਇੱਕ ਦੂਜੇ ਨਾਲ ਇਕੱਠੇ ਖੜੇ ਹੋਏ ਹੈਗੇ ਆ, ਇਕੱਠੀਆਂ ਸਹਿਮਤੀਆਂ ਸੀਗੀਆਂ, ਇਕੱਠੇ ਰਹੇ ਹੈਗੇ ਆ ਤੇ ਇਕੱਠੇ ਹੀ ਵੱਡੇ ਹੋਏ ਆ, ਜਾਂ ਗਾਂ ਸਾਡੇ ਜਿਹੜੇ ਸੱਭਿਆਚਾਰ ਨੂੰ ਅਸੀਂ ਆਪਣੇ ਬੱਚਿਆਂ ਨੂੰ ਦਿੱਤਾ ਹੈਗਾ ਆ। ਤੇ ਇਹ ਸਾਡਾ ਪਿਛੋਕੜ ਜਿਹੜਾ ਇਸ ਤਰ੍ਹਾਂ ਦਾ, ਕੀ ਸਾਡਾ ਇਸ ਤਰ੍ਹਾਂ ਦਾ ਪਿਛੋਕੜ ਸੀਗਾ, ਕੀ ਸਾਡੀਆਂ ਕੁਰਬਾਨੀਆਂ ਸੀਗੀਆਂ, ਸਾਡੇ ਯਤਨ ਸੀਗੇ, ਸਾਂਝੇ ਸੀਗੇ, ਕਿ ਅਸੀਂ ਇਹ ਆਪਣੇ ਬੱਚਿਆਂ ਨੂੰ ਅੱਗੇ ਦਿੱਤੇ ਹੈਗੇ ਪਿਛੋਕੜ ਨੂੰ ਦੇਖਦਿਆਂ ਹੋਇਆਂ, ਕਿ ਅਸੀਂ ਇੱਦਾਂ ਦੇ ਕੋਈ ਮਹਾਨ ਬਹਾਦਰ ਕੰਮ ਕੀਤੇ ਹੈਗੇ ਆ ਤੇ ਜਿਸ ਦੇ ਨਾਲ ਅਸੀਂ ਇਕੱਠੇ ਖੜੇ ਹੋ ਕੇ ਇੱਦਾਂ ਦੇ ਕੰਮ ਕੀਤੇ ਹੈਗੇ ਆ ਜਿਹੜੇ ਅਸੀਂ ਅੱਗੇ ਆਪਣੇ ਆਉਣ ਵਾਲੇ ਜਿਹੜੇ ਭਵਿੱਖ ਨੂੰ ਜਾਂ ਬੱਚਿਆਂ ਨੂੰ ਦਿੱਤੇ ਹੈਗੇ ਆ। ਤੇ ਦੂਜਾ ਇਹਦੇ ਵਿੱਚ ਹੈਗਾ ਆ ਵੀ ਕੀ ਸਾਡੇ ਜਿਹੜੇ ਕੁਝ ਸਾਂਝੀਆਂ ਜਿੱਤਾਂ ਸੀਗੀਆਂ, ਉਪਲਬਧੀਆਂ ਸੀਗੀਆਂ, ਜਿਹੜੀਆਂ ਸਾਨੂੰ ਇੱਕ ਜੁੱਟ ਬਣਾਉਂਦੀਆਂ, ਇੱਕ ਧਾਗੇ ਦੇ ਵਿੱਚ ਪਰੋਂਦੀਆਂ ਹੈਗੀਆਂ। ਤੇ ਇਹ ਇਸ ਤਰ੍ਹਾਂ ਦਾ ਹਵਾਲਾ ਜਿਹੜਾ ਹੈਗਾ ਆ ਬਾਬਾ ਸਾਹਿਬ ਰਨਾਮ ਤੋਂ ਦਿੰਦੇ ਹੈਗੇ ਵੀ ਨੇਸ਼ਨ ਨੂੰ ਕਿੱਦਾਂ ਉਹ ਡਿਸਕ੍ਰਾਈਬ ਕਰਦਾ ਹੈਗਾ ਆ। ਤੇ ਇਹਦੇ ਵਿੱਚ ਹੁਣ ਬਾਬਾ ਸਾਹਿਬ ਕਹਿੰਦੇ ਆ ਵੀ ਜੇ ਆਹ ਸਵਾਲ ਕੀਤਾ ਜਾਵੇ ਨਾ ਵੀ ਇਹ ਤਾਂ ਹੈਗਾ ਉਹਨਾਂ ਦਾ ਅਤੀਤ ਦੇ ਬਾਰੇ, ਅਤੀਤ ਦੇ ਵਿੱਚ ਪਿੱਛੇ ਜਿਹੜਾ ਸਾਡਾ ਹੈਗਾ ਵੀ ਕੀ ਸਾਂਝ ਸੀਗੀ, ਕਿੱਥੇ ਅਸੀਂ ਇਕੱਠੇ ਰਹੇ ਹਾਂ, ਜਿੱਤਿਆ ਹੈਗਾ ਆ, ਇੱਕ ਦੂਜੇ ਦੇ ਦੁੱਖ ਦੇ ਵਿੱਚ ਸ਼ਾਮਿਲ ਹੋਏ ਹੈਗੇ ਆ, ਇੱਦਾਂ ਦੀ ਕੋਈ ਸਾਂਝ ਹੈਗੀ ਮੁਸਲਮਾਨ ਹਿੰਦੂਆਂ ਦੇ ਵਿੱਚ। ਤੇ ਦੂਸਰਾ ਜਿਹੜਾ ਕਹਿੰਦੇ ਹੈਗੇ ਆ, ਦੂਸਰਾ ਪਾਰਟ ਦੇ ਵਿੱਚ ਦੱਸਦੇ ਹੈਗੇ ਆ ਵੀ ਅੱਜ ਦੇ ਜਿਹੜੇ ਸਮੇਂ ਦੇ ਵਿੱਚ ਵੀ ਕੀ ਅਸੀਂ ਜਿਹੜੇ ਹੈਗੇ ਆ ਹਿੰਦੂ ਮੁਸਲਮਾਨ ਜਿਹੜੇ ਹੈਗੇ ਇਕੱਠੇ ਹੈਗੇ ਆ, ਕਿ ਇਹਨਾਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਦਰਸਾਉਂਦੀਆਂ ਹੈਗੀਆਂ ਵੀ ਇਹ ਇੱਕੋ ਹੀ ਤਰ੍ਹਾਂ ਦੇ ਲੋਕ ਹੈਗੇ ਆ। ਤੇ ਇਹਦੇ ਵਿੱਚ ਬਾਬਾ ਸਾਹਿਬ ਕਹਿੰਦੇ ਅਸਲ ਜਿਹੜਾ ਸਵਾਲ ਹੈਗਾ ਇਹੀ ਹੈਗਾ ਆ ਵੀ ਕੀ ਕੋਈ ਜਿਹੜਾ ਹੈਗਾ ਆਪਣੇ ਇਤਿਹਾਸਿਕ ਤੌਰ 'ਤੇ ਇਸ ਤਰ੍ਹਾਂ ਦੀਆਂ ਕੋਈ ਘਟਨਾਵਾਂ ਵਾਪਰੀਆਂ ਜਿਹਨੇ ਸਾਨੂੰ ਹਿੰਦੂਆਂ ਔਰ ਮੁਸਲਮਾਨਾਂ ਨੂੰ ਸਾਂਝਾ ਮਾਣ ਮਹਿਸੂਸ ਕਰਨ ਦੇ ਵਿੱਚ ਸਹਾਇਤਾ ਦਿੱਤੀ ਹੈ, ਜਾਂ ਸਾਂਝਾ ਮਾਣ ਮਹਿਸੂਸ ਕਰਵਾਇਆ ਹੈਗਾ, ਜਾਂ ਉਹਨਾਂ ਦੇ ਸਾਂਝੇ ਦੁੱਖ ਦਰਦ ਇੱਕ ਜਗ੍ਹਾ ਉਹਨਾਂ ਨੇ ਮਹਿਸੂਸ ਕੀਤੇ ਹੈਗੇ ਆ। ਇਹ ਇੱਕ ਵੱਡਾ ਸਵਾਲ ਹੈਗਾ ਆ। ਤੇ ਇਹਦਾ ਆਨਸਰ ਜਿਹੜਾ ਹੈਗਾ ਆ ਉਹ ਬਾਬਾ ਸਾਹਿਬ ਕਹਿੰਦੇ ਆ ਵੀ ਇਹ ਦੇਖਿਆ ਜਾਵੇ ਵੀ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਸਾਂਝੀ ਪ੍ਰਕਿਰਿਆ ਕਦੀ ਨਹੀਂ ਹੋਈ, ਕਦੀ ਸਾਂਝੀ ਜਿਹੜੀ ਆ ਭਾਗੀਦਾਰੀ ਜਿਹੜੀ ਹੈਗੀ ਆ ਕਿਸੇ ਵੀ ਕੰਮ ਨੂੰ ਲੈ ਕੇ ਇਹਨਾਂ ਵਿੱਚ ਨਹੀਂ ਰਹੀ ਹੈਗੀ। ਇੱਕ ਦੂਸਰੇ ਦੇ ਦੁਸ਼ਮਣ ਬਣੇ ਰਹੇ ਹੈਗੇ ਆ, ਕੱਟੜ ਦੁਸ਼ਮਣ ਬਣੇ ਰਹੇ ਹੈਗੇ ਆ, ਰਾਜਨੀਤਿਕ ਤੌਰ 'ਤੇ ਔਰ ਧਾਰਮਿਕ ਤੌਰ 'ਤੇ ਹਿੰਦੂ ਤੇ ਮੁਸਲਮਾਨ। ਤੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸਾਂਝ ਨਹੀਂ ਸੀਗੀ, ਜਾਂ ਕੋਈ ਵੀ ਵਿਰਾਸਤ ਨਹੀਂ, ਸਾਂਝੀ ਵਿਰਾਸਤ ਨਹੀਂ ਸੀਗੀ। ਇੱਥੋਂ ਤੱਕ ਕਿ ਇਹਨਾਂ ਦਾ ਜਿਹੜਾ ਭਾਈ ਪਰਮਾਨੰਦ ਹੈਗਾ ਆ ਉਹ ਵੀ ਇਹੀ ਕਹਿੰਦਾ ਵੀ ਜਦੋਂ ਉਹਨੇ ਆਪਣੇ ਜਿਹੜੇ ਪੈਂਫਲੇਟ ਬਣਦਾ ਸੀਗਾ ਹਿੰਦੂ ਨੈਸ਼ਨਲ ਮੂਵਮੈਂਟ ਦੇ, ਉਹਦੇ ਵਿੱਚ ਵੀ ਦੱਸਦੇ ਆ, ਕਹਿੰਦੇ ਸਾਡਾ ਜਿਹੜਾ ਮਾਨ ਪ੍ਰਿਥਵੀ ਰਾਜ ਆ, ਪ੍ਰਤਾਪ ਸਿੰਘ ਆ, ਸ਼ਿਵਾਜੀ ਆ, ਬੈਰਾਗੀ ਵੀਰ ਆ, ਤੇ ਸਾਨੂੰ ਉਹਨਾਂ ਦੇ ਮਾਣ ਹੈਗਾ। ਉਹਨਾਂ ਨੇ ਜਿਹੜਾ ਹੈਗਾ ਆ ਸਾਡੀ ਆਜ਼ਾਦੀ ਦੀ ਲੜਾਈ ਮੁਸਲਮਾਨਾਂ ਦੇ ਵਿਰੁੱਧ ਲੜੀ ਹੈਗੀ ਆ। ਤੇ ਇੱਦਾਂ ਹੀ ਮੁਸਲਮਾਨ ਆਪਣੇ ਆਪ ਨੂੰ ਦੱਸਦੇ ਸੀਗੇ ਵੀ ਉਹਨਾਂ ਦੇ ਜਿਹੜੇ ਹੀਰੋ ਸੀਗੇ ਉਹ ਆਪਣਾ ਮੁਹੰਮਦ ਬਿਨ ਕਾਸਿਮ ਤੇ ਔਰੰਗਜ਼ੇਬ ਨੂੰ ਆਪਣਾ ਰਾਸ਼ਟਰ ਹੀਰੋ ਮੰਨਦੇ ਹੁੰਦੇ ਸੀਗੇ। ਤੇ ਸਾਂਝ ਕਿੱਥੇ ਹੈਗੀ ਹੈ? ਇਸੇ ਤਰ੍ਹਾਂ ਹੀ ਕਹਿੰਦੇ ਆ ਵੀ ਜਿਹੜੀ ਹਿੰਦੂ ਹੈਗੇ ਆ ਉਹ ਆਪਣਾ ਜਿਹੜਾ ਇੰਸਪੀਰੇਸ਼ਨ ਹੈਗੀ ਆ ਉਹਦੀ ਸਰੋਤ ਜਿਹੜਾ ਹੈਗਾ ਉਹ ਰਾਮਾਇਣ ਤੋਂ ਲੈਂਦੇ ਆ, ਮਹਾਭਾਰਤ ਤੋਂ ਲੈਂਦੇ, ਗੀਤਾ ਤੋਂ ਲੈਂਦੇ ਹੈਗੇ ਆ। ਤੇ ਮੁਸਲਮਾਨ ਆਪਣਾ ਜਿਹੜਾ ਹੈਗਾ ਆ
ਇੰਸਪੀਰੇਸ਼ਨ ਦੀ ਸਰੋਤ ਕਿਹਨੂੰ ਮੰਨਦੇ ਹੋ? ਕੁਰਾਨ ਨੂੰ ਮੰਨਦੇ ਆ, ਹਦੀਸ ਨੂੰ ਮੰਨਦੇ ਹੈਗੇ ਆ, ਤੇ ਸਾਂਝਾ ਇਹਨਾਂ ਦੇ ਕੀ ਹੈਗਾ ਆ। ਤੇ ਇਹ ਜਿਹੜੀਆਂ ਗੱਲਾਂ ਹੈਗੀਆਂ ਇਹਦੇ ਵਿੱਚੋਂ ਝਲਕਦਾ ਇਹੀ ਹੈ ਵੀ ਜਿਹੜਾ ਆਪਣੇ ਕੁਛ ਸਾਂਝੀ ਵਿਰਾਸਤ ਦੇ ਵਿੱਚੋਂ ਸਾਂਝੀ ਲੜਾਈਆਂ, ਸਾਂਝੇ ਦੁੱਖ ਸੁੱਖ ਸਾਂਝੇ ਕੀਤੇ, ਇੱਦਾਂ ਦਾ ਕੋਈ ਵੀ ਚੀਜ਼ ਨਜ਼ਰ ਨਹੀਂ ਆਉਂਦੀ ਹੈਗੀ। ਇਹ ਸਾਰੇ ਜਿਹੜੇ ਆ ਦਲੀਲਾਂ ਹਿੰਦੂਆਂ ਦੀਆਂ ਬੇਬੁਨਿਆਦ ਸਾਬਿਤ ਹੋ ਜਾਂਦੀਆਂ ਹੈਗੀਆਂ। ਇੱਕ ਇਹਦੇ ਵਿੱਚ ਪੁਆਇੰਟ ਬਾਬਾ ਸਾਹਿਬ ਰਨਾਨ ਦਾ ਦੱਸਦੇ ਹੈਗੇ ਆ ਵੀ ਰਾਸ਼ਟਰ ਬਣਾਉਣ ਦੇ ਵਿੱਚ ਜਿਹੜੇ ਆ ਭੁੱਲ, ਕਿਸੇ ਚੀਜ਼ ਨੂੰ ਭੁੱਲ ਜਾਣਾ, ਕਹਿੰਦੇ ਇਹ ਬਹੁਤ ਹੀ ਇੱਕ ਵੱਡਾ ਯੋਗਦਾਨ ਦੇ ਸਕਦੀ ਹੈਗੀ ਹੈ। ਤੇ ਇਹਦੇ ਵਿੱਚ ਐਗਜ਼ਾਮਪਲ ਬਾਬਾ ਸਾਹਿਬ ਦੱਸਦੇ ਆ ਵੀ ਜਿਹੜਾ ਨਾਰਥ ਤੇ ਸਾਊਥ ਫਰਾਂਸ ਦੇ ਵਿੱਚ ਜਦੋਂ ਇਨਕਲਾਬ ਆਉਣ ਤੋਂ ਪਹਿਲਾਂ ਦੀ ਗੱਲ ਹੈਗੀ ਹੈ ਵੀ ਉਸ ਟਾਈਮ ਜਿਹੜੇ ਲੋਕ ਸੀਗੇ, ਕੀ ਉਹਨਾਂ ਦੇ ਹਾਲਾਤ ਸੀਗੇ, ਅਲੱਗ-ਅਲੱਗ ਉਹ ਹਿੱਸਿਆਂ ਤੋਂ ਆਏ ਸੀਗੇ ਜਿਹੜੇ ਫਰਾਂਸ 'ਚ ਆ ਕੇ ਵਸੇ ਸੀਗੇ। ਔਰ ਜਦੋਂ ਉਹਨਾਂ ਨੇ ਇਨਕਲਾਬ ਲਿਆਂਦਾ ਹੈਗਾ, ਉਸ ਤੋਂ ਬਾਅਦ ਉਹਨਾਂ ਨੇ ਰਾਜੇ ਨੂੰ ਹੇਠਾਂ ਸਿੱਟਤਾ ਤੇ ਆਪਣੀ ਸਰਕਾਰ ਬਣਾਈ ਹੈਗੀ ਆ। ਔਰ ਕੁਝ ਸਾਲਾਂ ਬਾਅਦ ਉਹਨਾਂ ਦੇ ਆਪਸ ਦੇ ਵਿੱਚ ਜਿਹੜੇ ਵੀ ਆਪਸੀ ਵੈਰ ਸੀਗੇ ਉਹ ਉਹਨਾਂ ਨੇ ਖਤਮ ਕਰਕੇ ਇੱਕ ਫਰਾਂਸ ਦੇ ਨਾਗਰਿਕ ਹੋਣ ਦੇ ਤੌਰ 'ਤੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਸਾਂਝੇ ਤੌਰ 'ਤੇ ਜੀਣੀ ਸ਼ੁਰੂ ਕੀਤੀ ਹੈ। ਔਰ ਪੁਰਾਣੇ ਜਿਹੜੇ ਵੀ ਉਹਨਾਂ ਦੇ ਗਿਲੇ ਸ਼ਿਕਵੇ ਸੀਗੇ ਸਭ ਉਹ ਭੁੱਲ ਚੁੱਕੇ ਆ। ਜੇ ਕਹਿੰਦੇ ਵੀ ਅੱਜ ਆਪਾਂ ਪੁੱਛੀਏ ਵੀ ਤੁਸੀਂ ਨਾਰਥ ਫਰਾਂਸ ਵਾਲੇ ਲੋਕਾਂ ਨੂੰ ਵੀ ਤੁਸੀਂ ਕਿੱਥੋਂ ਆਏ ਹੈਗੇ ਆ, ਤੁਹਾਡੇ ਪੂਰਵਜ ਕਿੱਥੇ ਸੀਗੇ, ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ। ਉਹਨਾਂ ਨੂੰ ਇਹੀ ਪਤਾ ਵੀ ਅਸੀਂ ਫਰਾਂਸ ਦੇ ਲੋਕ ਹਾਂ, ਵੀ ਅਸੀਂ ਇੱਕੋ ਹੀ ਹੈਗੇ ਆ, ਇੱਕੋ ਹੀ ਰਾਸ਼ਟਰ ਆ ਸਾਡਾ। ਤੇ ਇਹ ਜਿਹੜੀ ਚੀਜ਼ ਹੈਗੀ ਆ, ਇੱਦਾਂ ਹੀ ਜਿਹੜਾ ਹੈਗਾ ਕਹਿੰਦੇ ਆ ਵੀ ਮੇਗਰ ਤੇ ਸਲਾਵਸ ਦੇ ਵਿੱਚ ਹੋਇਆ ਸੀਗਾ, ਈਸਟ ਯੂਰਪ ਦੇ ਵਿੱਚ। ਇੱਦਾਂ ਹੀ ਜਿਹੜਾ ਸੀਗਾ ਬੋਹੀਮੀਆ ਦੇ ਵਿੱਚ ਚੈੱਕ ਲੋਕ ਸੀਗੇ ਤੇ ਜਰਮਨ ਲੋਕ ਸੀਗੇ, ਉਹਨਾਂ ਦੇ ਵਿੱਚ ਵੀ ਇਹੀ ਚੀਜ਼ ਹੋਈ ਹੌਲੀ ਹੌਲੀ। ਤੇ ਇਸੇ ਤਰ੍ਹਾਂ ਹੀ ਕਹਿੰਦੇ ਆ ਵੀ ਜਿਹੜਾ ਸਿਮਰਨਾ ਤੇ ਸਲੋਨੀਆ ਸੀਗਾ, ਇਹਨਾਂ ਦੇ ਵਿੱਚ ਵੀ ਇਹੀ ਚੀਜ਼ਾਂ ਹੋਈਆਂ ਵੀ ਇੱਕ ਟਾਈਮ ਤੇ ਆ ਕੇ ਜਿਹੜੀ ਆਪਸ 'ਚ ਇਹਨਾਂ ਦੀ ਰੰਜਿਸ਼ ਸੀਗੀ ਜਾਂ ਪਿਛੋਕੜ ਰੰਜਿਸ਼ ਸੀਗੀ, ਉਹ ਭੁਲਾ ਕੇ ਇੱਕ ਉਸ ਜਗ੍ਹਾ ਦੇ ਇਹ ਉਸ ਸਟੇਟ ਦੇ ਨਾਗਰਿਕ ਬਣ ਕੇ ਇਕੱਠੇ ਰਹਿਣਾ ਇਹਨਾਂ ਨੇ ਸ਼ੁਰੂ ਕਰਤਾ ਹੈਗਾ ਆ। ਤੇ ਇਹ ਜਿਹੜੀ ਚੀਜ਼ ਹੈਗੀ ਆ ਇਹ ਯੂਰਪ ਦੇ ਵਿੱਚ ਤਾਂ ਹੋਈ ਆ, ਫਰਾਂਸ ਦੇ ਵਿੱਚ ਹੋ ਗਈ ਆ, ਬਾਕੀ 2-3 ਹੋਰ ਜਿਹੜੇ ਦੇਸ਼ ਬਾਬਾ ਸਾਹਿਬ ਨੇ ਨਾਂ ਦਿੱਤੇ ਇਹਨਾਂ ਦੇ ਵਿੱਚ ਤਾਂ ਹੋ ਗਈ ਹੈ। ਕੀ ਕਹਿੰਦੇ ਵੀ ਇਹ ਜਿਹੜੀ ਚੀਜ਼ ਭਾਰਤ 'ਚ ਲਾਗੂ ਹੁੰਦੀ ਹੈ ਇਹ, ਕਿ ਹਿੰਦੂ ਤੇ ਮੁਸਲਮਾਨਾਂ ਤੇ ਹੋ ਸਕਦੀ ਹੈ ਇਹ? ਕਹਿੰਦੇ ਨਹੀਂ, ਇਹ ਚੀਜ਼ ਬਿਲਕੁਲ ਹੀ ਲਾਗੂ ਨਹੀਂ ਸਕਦੀ। ਇਹ ਭੁੱਲਦੇ ਹੀ ਨਹੀਂ ਹੈਗੇ ਕਿਉਂਕਿ ਇਹਨਾਂ ਦੀ ਜਿਹੜੀ ਹੈਗੀ ਆ ਇਹ ਜਿਹੜੀ ਨਫ਼ਰਤ ਦੀ ਭਾਵਨਾ ਇਹ ਧਾਰਮਿਕ ਤੌਰ 'ਤੇ ਹੈਗੀ ਆ। ਔਰ ਇਹ ਜੇ ਨਫ਼ਰਤ ਜੇ ਇਹਨਾਂ ਨੂੰ ਕਹੀਏ ਤੇ ਤੁਸੀਂ ਇਹ ਨਫ਼ਰਤ ਭੁਲਾ ਦਿਓ ਤੇ ਇਹਦਾ ਮਤਲਬ ਇਹ ਹੋਊਗਾ ਵੀ ਇਹਨਾਂ ਨੂੰ ਇਹ ਜਿਹੜਾ ਆਪਣਾ ਧਰਮ ਹੈ ਛੱਡਣਾ ਪੈਣਾ ਹੈ। ਹਿੰਦੂ ਨੂੰ ਆਪਣੇ ਆਪ ਨੂੰ ਹਿੰਦੂ ਕਹਿਣਾ ਬੰਦ ਕਰਨਾ ਪੈਣਾ ਹੈ, ਮੁਸਲਮਾਨ ਨੂੰ ਆਪਣੇ ਆਪ ਨੂੰ ਮੁਸਲਮਾਨ ਕਹਿਣਾ ਬੰਦ ਕਰਨਾ ਪੈਣਾ ਹੈ। ਜਦ ਤੱਕ ਇਹ ਕਰਦੇ ਨਹੀਂ ਹੈਗੇ ਤਦ ਤੱਕ ਇਹ ਇਕੱਠੇ ਨਹੀਂ ਹੋ ਸਕਦੇ, ਇੱਕ ਰਾਸ਼ਟਰ ਨਹੀਂ ਬਣਾ ਸਕਦੇ ਹੈਗੇ। ਪਰ ਇਹ ਚੀਜ਼ ਜਿਹੜੀ ਹੋਣੀ ਨਾਮੁਮਕਿਨ ਹੈਗੀ ਆ। ਤੇ ਇਹ ਕਹਿੰਦੇ ਆ ਵੀ ਉਮੀਦ ਕਰਨਾ ਵੀ ਵਿਅਰਥ ਉਮੀਦ ਆ। ਤੇ ਇਹ ਜਿਹੜੀ ਚੀਜ਼ ਹੈ ਹਿੰਦੂ ਮੁਸਲਮਾਨਾਂ 'ਤੇ ਜਿਹੜੀ ਹੈ ਲਾਗੂ ਨਹੀਂ ਹੁੰਦੀ ਹੈਗੀ। ਤੇ ਉੱਪਰ ਜਿਸ ਤਰ੍ਹਾਂ ਆਪਾਂ ਗੱਲ ਕਰਕੇ ਹਟੇ ਹਾਂ ਵੀ ਇਹ ਬੇਬੁਨਿਆਦੀ ਇਹਨਾਂ ਦੇ ਦਲੀਲਾਂ ਸੀਗੀਆਂ। ਤੇ ਉਸ ਤੋਂ ਅੱਗੇ ਜਿਹੜਾ ਹੈਗਾ ਆ ਨੈਕਸਟ ਪੁਆਇੰਟ ਫਰਕ ਜਿਹੜਾ ਆਉਂਦਾ ਹੈਗਾ ਆਪਣਾ ਵੀ ਨੈਸ਼ਨੈਲਿਟੀ, ਰਾਸ਼ਟਰਤਾ ਔਰ ਨੈਸ਼ਨਲਿਜ਼ਮ, ਰਾਸ਼ਟਰਤਾ ਔਰ ਰਾਸ਼ਟਰਵਾਦ ਦੇ ਵਿੱਚ ਕੀ ਫਰਕ ਹੈਗਾ ਆ। ਤੇ ਇਹਨਾਂ ਦੇ ਵਿੱਚ ਜਿਹੜਾ ਪਹਿਲਾ ਫਰਕ ਇਹ ਹੈਗਾ ਵੀ ਜਿਹੜੀ ਰਾਸ਼ਟਰਤਾ ਹੈਗੀ ਆ, ਨੈਸ਼ਨੈਲਿਟੀ ਹੈਗੀ ਆ ਔਰ ਰਾਸ਼ਟਰਵਾਦ ਹੈਗਾ ਆ, ਇਹ ਇੱਕ ਮਾਨਸਿਕ ਸਥਿਤੀ ਆ ਇਨਸਾਨ ਦੀ। ਜਿਹੜੀ ਰਾਸ਼ਟਰਤਾ ਹੈਗੀ ਆ ਉਹ ਦੱਸਦੀ ਆ ਵੀ ਸਾਡੀ ਆਪਣੇ ਲੋਕਾਂ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਚੇਤਨਾ ਆ, ਕੌਨਸ਼ੀਅਸਨੈਸ ਆਫ ਕਾਈਂਡ ਆ, ਇਹਦੀ ਚੀਜ਼ ਦਾ ਜਿਹੜਾ ਇਹ ਭਾਵਨਾ ਦਾ ਜਿਹੜਾ ਮਹਿਸੂਸ ਹੋਣਾ ਹੈਗਾ ਆ ਵੀ ਸਾਡੇ ਹੀ ਲੋਕ ਹੈਗੇ ਆ, ਸਾਡੀ ਇੱਕੋ ਹੀ ਹੋਂਦ ਹੈਗੀ ਆ, ਇਹ ਜਿਹੜੀ ਜਾਗਰੂਕਤਾ ਹੈਗੀ ਆ, ਇਹ ਚੇਤਨਾ ਨੂੰ ਨੈਸ਼ਨੈਲਿਟੀ ਕਹਿੰਦੇ ਹੈਗੇ ਆ। ਇਹ ਬਾਬਾ ਸਾਹਿਬ ਵਰਡ ਯੂਜ਼ ਕਰਦੇ ਕੌਨਸ਼ੀਅਸਨੈਸ ਆਫ ਕਾਈਂਡ, ਇਹ ਹੈਗੀ ਆ ਰਾਸ਼ਟਰਤਾ। ਹੁਣ ਰਾਸ਼ਟਰਵਾਦ ਕੀ ਹੈਗਾ ਆ? ਰਾਸ਼ਟਰਵਾਦ ਕਹਿੰਦੇ ਹੈਗੇ ਆ ਵੀ ਇਹ ਜਿਹੜੀ ਤੁਹਾਡੀ ਜਿਹੜੀ ਇੱਛਾ ਹੈਗੀ ਆ ਵੀ ਤੁਹਾਡਾ ਇੱਕ ਅਲੱਗ ਰਾਸ਼ਟਰ ਹੋਵੇ, ਦੇਸ਼ ਹੋਵੇ, ਵੱਖਰਾ ਹੋਵੇ, ਜਿੱਥੇ ਕਿ ਤੁਹਾਡੇ ਹੀ ਭਾਈ ਭੈਣ ਰਹਿਣ। ਇਹ ਜਿਹੜੀ ਭਾਵਨਾ ਹੈਗੀ ਆ, ਇਹ ਭਾਵਨਾ ਨੂੰ ਰਾਸ਼ਟਰਵਾਦ ਕਹਿੰਦੇ ਆ, ਨੈਸ਼ਨਲਿਜ਼ਮ ਕਹਿੰਦੇ ਹੈਗੇ ਆ। ਤੇ ਦੂਸਰਾ ਫਰਕ ਇਹਦੇ ਵਿੱਚ ਇਹ ਦੱਸਦੇ ਹੈਗੇ ਆ ਵੀ ਕਹਿੰਦੇ ਕਈ ਰਾਸ਼ਟਰਵਾਦ ਹੋਣ ਲਈ ਰਾਸ਼ਟਰਤਾ ਦੀ ਭਾਵਨਾ ਜ਼ਰੂਰੀ ਹੈ ਔਰ ਉਲਟਾ ਜਿਹੜਾ ਹੈਗਾ ਉਹ ਸੱਚ ਨਹੀਂ ਹੈਗਾ। ਵੀ ਰਾਸ਼ਟਰਵਾਦ ਜਿਹੜਾ ਹੈਗਾ ਉਦੋਂ ਹੋ ਸਕਦਾ ਜੇ ਤੁਹਾਡੇ ਵਿੱਚ ਰਾਸ਼ਟਰਤਾ ਦੀ ਭਾਵਨਾ ਹੈਗੀ ਹੈ, ਤੁਹਾਡੇ ਵਿੱਚ ਨੈਸ਼ਨਲਿਜ਼ਮ ਉਦੋਂ ਹੋ ਸਕਦਾ ਜੇ ਤੁਹਾਡੇ ਵਿੱਚ ਨੈਸ਼ਨੈਲਿਟੀ ਦੀ ਫੀਲਿੰਗ ਹੈਗੀ ਹੈ।
ਭਾਈਚਾਰੇ ਦੀ ਫੀਲਿੰਗ ਹੈਗੀ, ਤਾਂ ਹੀ ਤੁਸੀਂ ਆਪਣੇ ਆਪ ਨੂੰ ਵੱਖਰਾ ਕਰਨ ਦੀ ਜਿਹੜੀ ਹੈਗੀ ਆ ਜਿਹੜਾ ਉਮੀਦ ਆ ਜਾਂ ਤੁਹਾਡੀ ਜਿਹੜੀ ਇੱਛਾ ਆ ਹੋ ਸਕਦੀ ਹੈਗੀ ਆ। ਤੇ ਇਹਦੇ ਵਿੱਚ ਜਿਹੜਾ ਹੈਗਾ ਆ, ਹੁਣ ਕਿਹੜੀ ਚੀਜ਼ ਜਿਹੜੀ ਹੈਗੀ ਆ, ਕਹਿੰਦੇ ਆ ਵੀ ਰਾਸ਼ਟਰਤਾ ਨੂੰ ਰਾਸ਼ਟਰਵਾਦ ਦੇ ਵਿੱਚ ਬਦਲਦੀ ਹੈਗੀ ਆ। ਪਹਿਲੀ ਚੀਜ਼ ਹੈਗੀ ਆ ਵੀ ਜਿਹੜਾ ਇੱਕ ਰਾਸ਼ਟਰ ਵਜੋਂ ਜਿਉਣ ਦੀ ਇੱਛਾ, ਇਹ ਜਿਹੜੀ ਚੀਜ਼ ਹੈਗੀ ਆ ਇਹ ਬਹੁਤ ਜ਼ਰੂਰੀ ਹੈ। ਦੂਸਰੀ ਚੀਜ਼ ਇਹ ਹੈਗੀ ਆ ਵੀ ਜਿਹੜਾ ਇਹ ਰਾਸ਼ਟਰ ਗੱਲ ਕਰ ਰਿਹਾ ਹੈਗਾ ਵੀ ਇਹਨਾਂ ਤੋਂ ਆਪਣੀ ਜ਼ਮੀਨ ਹੈਗੀ ਆ। ਜਿਹੜਾ ਰਾਸ਼ਟਰਤਾ ਹੈਗੀ ਆ ਉਹਦੇ ਵਿੱਚ ਉਹ ਲੋਕਾਂ ਦੇ ਜਿਨ੍ਹਾਂ ਵਿੱਚ ਰਾਸ਼ਟਰਤਾ ਹੈਗੀ ਹੈ ਕਿ ਉਹਨਾਂ ਤੋਂ ਆਪਣੀ ਜਿਹੜੀ ਇਹ ਜ਼ਮੀਨ ਹੈਗੀ ਆ, ਜਿੱਥੇ ਉਹ ਰਹਿ ਸਕਦੇ ਆ, ਜਿੱਥੇ ਉਹ ਆਪਣਾ ਸੱਭਿਆਚਾਰ ਪਸਾਰ ਸਕਦੇ ਹੈਗੇ ਆ ਜਾਂ ਆਪਣੇ ਆਪ ਨੂੰ ਵਿਕਸਿਤ ਕਰ ਸਕਦੇ ਹੈਗੇ ਆ, ਤਾਂ ਕਿ ਉਹ ਜਿਹੜੀ ਉਹਨਾਂ ਦੇ ਵਿੱਚ ਰਾਸ਼ਟਰਵਾਦ ਆ ਉਹਨੂੰ ਇੱਕ ਉਹ ਅਮਲੀ ਜਾਮਾ ਪਹਿਨਾ ਸਕਣ। ਇਹ ਦੋ ਚੀਜ਼ਾਂ ਜ਼ਰੂਰੀ ਹੈ। ਇਹ ਜਿਹੜੀ ਇੱਕ ਉਹਨਾਂ ਦੇ ਵਿੱਚ ਇੱਛਾ ਹੋਣਾ, ਇੱਕ ਰਾਸ਼ਟਰ ਵਜੋਂ ਜਿਉਣ ਦੀ ਇੱਛਾ, ਦੂਜਾ ਉਹਨਾਂ ਦੇ ਕੋਲ ਜਿਹੜੀ ਹੈ ਜ਼ਮੀਨ ਹੋਣ ਦੀ ਇੱਛਾ। ਇਹ ਦੋਨੇ ਚੀਜ਼ਾਂ ਉਸ ਟਾਈਮ ਮੁਸਲਮਾਨਾਂ ਤੋਂ ਸੀਗੀਆਂ। ਇੱਕ ਉਹ ਆਪਣਾ ਅਲੱਗ ਰਾਸ਼ਟਰ ਮੰਨਦੇ ਸੀਗੇ, ਦੂਜਾ ਉਹਨਾਂ ਨੇ ਦੱਸ ਵੀ ਦਿੱਤਾ ਸੀਗਾ ਆਪਣੇ ਜਿਹੜਾ ਮੁਸਲਿਮ ਲੀਗ ਦੇ ਪ੍ਰਸਤਾਵ ਦੇ ਵਿੱਚ ਬਈ ਸਾਡੇ ਆਹ ਜਿਹੜੀਆਂ ਸਟੇਟਸ ਹੈਗੀਆਂ ਇਹ ਮੁਸਲਿਮ ਏਰੀਆ ਹੈਗੇ, ਬਹੁਤ ਗਿਣਤੀ ਮੁਸਲਿਮ ਏਰੀਆ ਹੈਗੇ, ਇਹਨਾਂ ਨੂੰ ਅਲੱਗ ਸਟੇਟ ਬਣਾ ਦਿੱਤਾ ਜਾਵੇ, ਵੈਸਟ ਵੱਲ ਔਰ ਈਸਟ ਵੱਲ। ਇਹ ਦੋਨੇ ਚੀਜ਼ਾਂ ਜਿਹੜੀਆਂ ਹੈਗੀਆਂ ਲਾਗੂ ਹੁੰਦੀਆਂ ਹੈਗੀਆਂ। ਇਸ ਕਰਕੇ ਜਿਹੜੀ ਇਹਨਾਂ ਦੀ ਰਾਸ਼ਟਰਤਾ ਸੀਗੀ ਰਾਸ਼ਟਰਵਾਦ ਦੇ ਵਿੱਚ ਪੂਰੀ ਤਬਦੀਲ ਹੁੰਦੀ ਨਜ਼ਰ ਆਉਂਦੀ ਹੈ ਸਾਨੂੰ। ਇਹਦੇ ਨਾਲ ਜਿਹੜਾ ਚੈਪਟਰ ਹੈਗਾ ਸਾਡਾ He was never a Mahatma and I refuse to call him Mahatma.